ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪਸ ਦੇ ਵਿੱਚ ਸਾਂਝੀ ਕਰ ਰਹੇ ਹਾਂ। ਆਨੰਦ ਵਾਲੀ ਜ਼ਿੰਦਗੀ ਜੀਣੀ ਹਰ ਮਨੁੱਖ ਦਾ ਹੱਕ ਵੀ ਹੈ, ਹਰ ਮਨੁੱਖ ਦਾ ਫਰਜ਼ ਵੀ ਹੈ। ਆਨੰਦ ਸਾਡੀ ਜ਼ਿੰਦਗੀ ਵਿੱਚ ਕਿਵੇਂ ਪੈਦਾ ਹੋ ਸਕਦਾ ਹੈ, ਆਨੰਦ ਅਸੀਂ ਕਿਵੇਂ ਮਾਣ ਸਕਦੇ ਹਾਂ, ਆਨੰਦ ਕੀ ਹੈ, ਇਹ ਅਸਾਂ ਸਾਰੇ ਵੀਰਾਂ ਭੈਣਾਂ ਨੇ ਬੜੇ ਵਿਸਥਾਰ ਦੇ ਨਾਲ ਅਸਾਂ ਵਿਚਾਰ ਕਰ ਚੁੱਕੇ ਹਾਂ। ਔਰ ਅੱਜ ਜੋ ਹੈ ਲਾਸਟ ਪੌੜੀ ਹੈ, 40ਵੀਂ ਪੌੜੀ। ਕੱਲ ਅਸੀਂ ਵਿਚਾਰ ਕੀਤੀ ਸੀ, ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ, ਕਿ ਪ੍ਰਭੂ ਦੀ ਜੋ ਸਿਫਤ ਸਲਾਹ ਦੀ ਬਾਣੀ ਹੈ, ਸੱਚੇ ਘਰ ਸਤਸੰਗ ਦੇ ਵਿੱਚ ਮਿਲ ਕੇ ਬੈਠ ਕੇ ਸੱਚੇ ਹਿਰਦੇ ਦੇ ਨਾਲ ਗਾਉਣ ਦਾ ਯਤਨ ਕਰੋ। ਭਾਵ ਕਿ ਜੋ ਗੁਰੂ ਦੀ ਪਾਵਨ ਪਵਿੱਤਰ ਬਾਣੀ ਹੈ, ਇਸ ਪਾਵਨ ਬਾਣੀ ਦੇ ਸਿਧਾਂਤਾਂ ਨੂੰ, ਰੱਬ ਦੀ ਸਿਫਤ ਸਲਾਹ ਨੂੰ, ਰੱਬੀ ਹੁਕਮ ਨੂੰ ਮਨ, ਬਚਨ ਔਰ ਕਰਮ ਕਰਕੇ ਅਪਣਾਓ, ਜਿਸ ਕਰਕੇ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੋ ਜਾਏ। ਤਾਂ ਹੁਣ 40ਵੀਂ ਪੌੜੀ ਵਿੱਚ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਆਨੰਦ ਵਾਸਤਵ ਦੇ ਵਿੱਚ ਕੀ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਆਨੰਦ ਸੁਣੋ ਵਡਭਾਗੀ ਹੋ। ਇੱਥੇ ਥੋੜਾ ਜਿਹਾ ਰੁਕ ਜਾਣਾ ਹੈ ਆਨੰਦ ਤੇ ਇਸ ਦਾ ਉਚਾਰਨ ਆਨੰਦ ਹੋਏਗਾ, ਆਨੰਦ ਨਹੀਂ, ਆਨੰਦ। ਜਿਵੇਂ ਕਿ ਅਸੀਂ ਸ਼ੁਰੂ ਦੇ ਵਿੱਚ ਪੜਿਆ ਹੈ, ਰਾਮਕਲੀ ਮਹਿਲਾ ਤੀਜਾ ਆਨੰਦ, ਫਿਰ ਸ਼ੁਰੂ ਹੁੰਦਾ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤਾਂ ਇੱਥੇ ਆਨੰਦ ਸ਼ਬਦ ਦਾ ਉਚਾਰਨ ਹੋਏਗਾ ਆਨੰਦ। ਆਨੰਦ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਆਨੰਦ ਸੁਣੋ ਵਡਭਾਗੀ, ਆਨੰਦ ਸੁਣੋ, ਇਕੱਠਾ ਨਹੀਂ ਪੜਨਾ, ਇਹ ਧਿਆਨ ਰੱਖਣਾ ਹੈ। ਆਨੰਦ ਤੇ ਰੁਕਣਾ ਹੈ। ਆਨੰਦ ਸੁਣੋ ਵਡਭਾਗੀ ਹੋ। ਸੁਣੋ ਵਡਭਾਗੀ ਹੋ ਦਾ ਮਤਲਬ ਕਿ ਇਹ ਵੱਡੇ ਭਾਗਾਂ ਵਾਲਿਓ ਸਰਵਣ ਕਰੋ। ਆਨੰਦ ਕੀ ਹੈ? ਆਨੰਦ ਵਾਸਤਵ ਵਿੱਚ ਕੀ ਹੈ? ਸਰਵਣ ਕਰੋ। ਸਗਲ ਮਨੋਰਥ ਪੂਰੇ। ਆਨੰਦ ਮਨੁੱਖੀ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਇਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਸਾਰੇ ਮਨੋਰਥ ਪੂਰੇ ਹੋਣ ਦਾ ਮਤਲਬ ਕਿ ਇਹਦੀ ਜਿੰਨੀ ਵੀ ਭੱਜ ਦੌੜ ਹੈ ਉਹ ਮੁੱਕ ਜਾਂਦੀ ਹੈ। ਇਹ ਚੀਜ਼ ਬਹੁਤ ਪਿਆਰ ਨਾਲ ਸਮਝਣ ਵਾਲੀ ਹੈ। ਇਹਦਾ ਮਤਲਬ ਇਹ ਨਹੀਂ ਕਿ ਉਸ ਆਨੰਦ ਵਾਲੇ ਬੰਦੇ ਨੇ ਜੋ ਮੰਗਿਆ ਹੁੰਦਾ ਉਹਨੂੰ ਮਿਲ ਜਾਂਦਾ, ਕਾਰਾਂ ਮਿਲ ਗਈਆਂ, ਕੋਠੀਆਂ ਮਿਲ ਗਈਆਂ। ਯਾਦ ਰੱਖਣਾ, ਇਹ ਚੀਜ਼ਾਂ ਬਹੁਤ ਸਾਰੇ ਲੋਕਾਂ ਦੇ ਕੋਲ ਮੌਜੂਦ ਨੇ, ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਖੁਸ਼ੀ ਹੋਵੇ। ਬਹੁਤ ਸਾਰੇ ਐਸੇ ਲੋਕ ਆਪ ਨੂੰ ਇਸ ਦੁਨੀਆ ਵਿੱਚ ਮਿਲ ਜਾਣਗੇ ਜਿਨ੍ਹਾਂ ਦਾ ਰਾਜਨੀਤਿਕ ਕੱਦ ਬੜਾ ਲੰਬਾ ਹੈ, ਜਿਨ੍ਹਾਂ ਦੀ ਆਰਥਿਕ ਪੋਜੀਸ਼ਨ ਬਹੁਤ ਮਜ਼ਬੂਤ ਹੈ, ਜਿਨ੍ਹਾਂ ਦਾ ਸਮਾਜਿਕ ਖਲਾਰਾ ਬੜਾ ਹੈ, ਪਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਵੀ ਖੁਸ਼ੀ ਨਹੀਂ। ਵੱਡੇ ਵੱਡੇ ਜੋ ਦੀਸੈਂ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਇਹਦਾ ਮਤਲਬ ਜਿਹੜੀ ਖੁਸ਼ੀ ਹੈ ਉਹ ਕੋਈ ਹੋਰ ਚੀਜ਼ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਖੁਸ਼ੀ ਜਦੋਂ ਆਨੰਦ ਪੈਦਾ ਹੁੰਦਾ ਹੈ, ਖੁਸ਼ੀ ਬੰਦੇ ਦੇ ਅੰਦਰ ਪੈਦਾ ਹੁੰਦੀ ਹੈ। ਜਿਹੜੇ ਅਸੀਂ ਗੁਣ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਿਚਾਰੇ ਨੇ, ਤਾਂ ਉਹ ਇੱਕ ਐਸੀ ਸਟੇਜ ਹੈ, ਸਗਲ ਮਨੋਰਥ ਪੂਰੇ। ਉੱਥੇ ਬੰਦੇ ਦੀ ਭੱਜ ਦੌੜ ਮੁੱਕ ਜਾਂਦੀ ਸਾਰੀ। ਮਨੋਰਥ ਪੂਰੇ ਹੋਣ ਦਾ ਮਤਲਬ ਜਿਹੜੀਆਂ ਉਹਦੀਆਂ ਆਸਾਵਾਂ ਤ੍ਰਿਸ਼ਨਾਵਾਂ ਨੇ ਮੁੱਕ ਜਾਂਦੀਆਂ ਨੇ। ਪੂਰੇ ਹੋਣ ਦਾ ਮਤਲਬ ਮੁੱਕ ਜਾਣਾ। ਜਿਵੇਂ ਅਸੀਂ ਆਮ ਕਹਿੰਦੇ ਆ ਨਾ ਕਿ ਸਾਡਾ ਬਾਪੂ ਪੂਰਾ ਹੋ ਗਿਆ ਹੈ, ਤਾਂ ਪੂਰੇ ਹੋਣ ਦਾ ਮਤਲਬ ਇਹ ਨਹੀਂ ਕਿ ਬਾਪੂ ਜੀ ਇੰਜੀਨੀਅਰ ਬਣ ਗਏ ਨੇ ਤੇ ਕੱਲ ਤੋਂ ਹੁਣ ਉਹ ਪੁਲਾਂ ਦੇ ਠੇਕੇ ਲੈਣਗੇ। ਬਾਪੂ ਪੂਰਾ ਹੋ ਗਿਆ ਦਾ ਮਤਲਬ ਇਹ ਨਹੀਂ ਕਿ ਬਾਪੂ ਡਾਕਟਰ ਬਣ ਗਿਆ, ਹੁਣ ਕੱਲ ਤੋਂ ਹਸਪੀਟਲ ਖੋਲ ਕੇ ਬਾਪੂ ਜੀ ਆਪਰੇਸ਼ਨ ਸ਼ੁਰੂ ਕਰਨਗੇ। ਪੂਰੇ ਹੋਣ ਦਾ ਮਤਲਬ ਕਿ ਖਤਮ ਹੋ ਗਏ, ਮਰ ਗਏ, ਮੁੱਕ ਗਏ। ਅੱਜ 1 ਮਹੀਨਾ ਪੂਰਾ ਹੋ ਗਿਆ, ਮੀਨਸ ਕਿ 1 ਮਹੀਨਾ ਖਤਮ ਹੋ ਗਿਆ। ਅੱਜ ਸਾਡੇ ਮਕਾਨ ਦਾ ਕੰਮ ਪੂਰਾ ਹੋ ਗਿਆ, ਮਤਲਬ ਕੰਮ ਮੁੱਕ ਗਿਆ। ਸਗਲ ਮਨੋਰਥ ਪੂਰੇ ਦਾ ਮਤਲਬ ਸਾਰੀ ਭੱਜ ਦੌੜ ਮੁੱਕ ਗਈ, ਆਸਾਵਾਂ ਤ੍ਰਿਸ਼ਨਾਵਾਂ ਮੁੱਕ ਗਈਆਂ। ਥੋੜਾ ਜਿਹਾ ਇਸ ਚੀਜ਼ ਨੂੰ ਸਮਝਣਾ ਹੈ। ਜਿਵੇਂ ਪਹਿਲਾਂ ਵੀ ਅਸੀਂ ਵਿਚਾਰ ਕੀਤੀ ਕਿ ਕੱਪੜਾ ਪਾਣਾ ਮੇਰੀ ਆਸਾ ਨਹੀਂ ਹੈ, ਤ੍ਰਿਸ਼ਨਾ ਨਹੀਂ ਹੈ, ਇਹ ਮੇਰੀ ਜ਼ਰੂਰਤ ਹੈ।
ਤੁਹਾਡੀ ਜ਼ਰੂਰਤ ਹੈ ਕੱਪੜਾ ਪਾਣਾ ਗਰਮੀ ਸਰਦੀ ਤੋਂ ਬਚਣ ਲਈ ਜਾਂ ਸਰੀਰ ਨੂੰ ਢੱਕਣ ਲਈ ਮਨੁੱਖ ਦੀ ਲੋੜ ਹੈ, ਪਰ 1.5 ਕਰੋੜ ਦਾ ਸੂਟ ਪਾਣਾ ਇਹ ਲੋੜ ਨਹੀਂ। ਇਹ ਤ੍ਰਿਸ਼ਨਾ ਕਹਿ ਲਓ ਜਾਂ ਕੁਛ ਵੀ, ਜੋ ਵੀ। ਰੋਟੀ ਖਾਣਾ, ਦਾਲ ਸਬਜ਼ੀ, ਮੌਸਮੀ ਸਬਜ਼ੀਆਂ, ਮੌਸਮੀ ਫਲ, ਦੁੱਧ ਦਹੀਂ ਘਿਓ ਮੱਖਣ ਵਗੈਰਾ, ਇਹ ਮਨੁੱਖ ਦੀ ਜ਼ਰੂਰਤ ਹੈ। ਖਾਣਾ ਖਾਣਾ, ਸੰਤੁਲਿਤ ਆਹਾਰ ਖਾਣਾ, ਤੰਦਰੁਸਤ ਰਹਿਣ ਲਈ ਖੁਰਾਕ ਖਾਣੀ, ਇਹ ਮਨੁੱਖ ਦੀ ਜ਼ਰੂਰਤ ਹੈ। ਪਰ 5 ਸਟਾਰ ਹੋਟਲਾਂ ਵਿੱਚ ਜਾਣਾ, ਐਸੇ ਹੋਟਲ ਵਿੱਚ ਸਟੇ ਕਰਨੀ ਜਿੱਥੇ 15-16 ਲੱਖ ਰੁਪਏ ਇੱਕ ਰਾਤ ਦਾ ਖਰਚਾ ਹੈ, ਤਾਂ ਉਹ ਸਾਡੀ ਲੋੜ ਨਹੀਂ ਹੈ। ਸਾਡੀ ਆਸਾ ਕਹਿ ਲਓ ਜਾਂ ਜੋ ਵੀ ਕਿਸੇ ਨੇ ਸੋਚਣਾ, ਜਿਵੇਂ ਵੀ। ਮਕਾਨ 2 ਬੈਡਰੂਮ ਦਾ ਘਰ, 3, 4, 5 ਬੈਡਰੂਮ ਦਾ ਘਰ ਪਰਿਵਾਰ ਦੇ ਹਿਸਾਬ ਨਾਲ ਸਾਡੀ ਹਰ ਬੰਦੇ ਦੀ ਜ਼ਰੂਰਤ ਹੈ। ਲੇਕਿਨ 26 ਮੰਜ਼ਲੀ ਕੋਠੀ ਬਣਾ ਕੇ ਉਹਦੇ ਵਿੱਚ ਰਹਿਣਾ, ਉਹ ਜ਼ਰੂਰਤ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇੱਥੇ ਬੰਦੇ ਦਾ ਜਿਹੜਾ ਅਸੰਤੋਸ਼ ਸੀ, ਜੋ ਤ੍ਰਿਸ਼ਨਾਵਾਂ ਸਨ, ਜੋ ਵਿਕਾਰ ਸਨ, ਉਹ ਖਤਮ ਹੋ ਜਾਂਦੇ ਨੇ, ਭੱਜ ਦੌੜ ਖਤਮ ਹੋ ਜਾਂਦੀ ਹੈ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਆਨੰਦ ਕੀ ਹੈ? ਭੱਜ ਦੌੜ ਮੁੱਕ ਜਾਂਦੀ ਹੈ। ਪਾਰ ਬ੍ਰਹਮ ਪ੍ਰਭ ਪਾਇਆ, ਉਹ ਪ੍ਰਭੂ ਨੂੰ ਪਾ ਲੈਂਦਾ, ਰੱਬ ਦੇ ਵਿੱਚ ਲੀਨ ਹੋ ਜਾਂਦਾ, ਰੱਬ ਦਾ ਰੂਪ ਹੋ ਜਾਂਦਾ, ਉਹਦੀ ਸੁਰਤ ਰੱਬੀ ਗੁਣਾਂ ਦੇ ਵਿੱਚ ਜੁੜ ਜਾਂਦੀ ਹੈ। ਔਰ ਉਤਰੇ ਸਗਲ ਵਿਸੂਰੇ ਦਾ ਮਤਲਬ ਹੈਗਾ ਕਿ ਉਹਦੀ ਜ਼ਿੰਦਗੀ ਦੇ ਅੰਦਰੋਂ ਜਿੰਨੇ ਵੀ ਆ ਝੋਰੇ ਨੇ ਨਾ, ਦੁੱਖ ਨੇ, ਉਹ ਮੁੱਕ ਜਾਂਦੇ। ਉਹਦੀ ਜ਼ਿੰਦਗੀ ਵਿੱਚ ਹੁਣ ਕੋਈ ਪਛਤਾਵਾ ਨਹੀਂ, ਉਹਦੇ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ, ਕਲੇਸ਼ ਨਹੀਂ, ਕਿਉਂਕਿ ਹੁਣ ਸੁਰਤ ਰੱਬ ਵਿੱਚ ਮਿਲ ਗਈ, ਮਾਨਸਿਕਤਾ ਬੜੀ ਵਿਸ਼ਾਲ ਹੋ ਗਈ, ਸੋਚ ਦੇ ਅੰਦਰ ਸਿਰਫ ਹੁਣ ਗੁਣ ਹੀ ਗੁਣ ਨੇ। ਇੱਕ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਹੋ ਗਈ, ਤਾਂ ਉਹਦੀ ਸਾਰੀ ਭੱਜ ਦੌੜ ਖਤਮ ਹੈ, ਉਹਦੇ ਝੋਰੇ ਚਿੰਤੇ ਖਤਮ ਨੇ, ਚਿੰਤਾਵਾਂ। ਰੱਬ ਦੇ ਅੰਦਰ ਅਭੇਦ ਹੋ ਗਿਆ, ਰੱਬੀ ਗੁਣਾਂ ਦੇ ਅੰਦਰ ਸੁਰਤ ਮਿਲ ਗਈ, ਸਾਰੇ ਉਹਦੇ ਵਿਸੂਰੇ, ਵਿਸੂਰੇ ਦਾ ਮਤਲਬ ਝੋਰੇ, ਦੁੱਖ, ਕਲੇਸ਼, ਚਿੰਤਾਵਾਂ, ਸੰਤਾਪ, ਇਹ ਸਾਰੇ ਉਤਰ ਗਏ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਆਨੰਦ ਉਸ ਸਟੇਜ ਦਾ ਨਾਮ ਹੈ, ਆਨੰਦ ਉਸ ਸਟੇਜ ਦਾ ਨਾਮ ਹੈ ਜਿੱਥੇ ਗੁਰੂਦੇਵ ਪਾਤਸ਼ਾਹ ਸਾਨੂੰ ਇਹ ਚੀਜ਼ਾਂ ਸਮਝਾ ਰਹੇ ਨੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਕਿਉਂਕਿ ਜਿਸ ਨੇ ਵੀ ਸੱਚੀ ਬਾਣੀ ਸਰਵਣ ਕੀਤੀ, ਪ੍ਰਭੂ ਦੀ ਸਿਫਤ ਸਲਾਹ ਸਰਵਣ ਕੀਤੀ, ਰੱਬ ਦੇ ਹੁਕਮ ਦੀ ਗੱਲ ਸੁਣੀ, ਰੱਬ ਦੀ ਸਿਫਤ ਸਲਾਹ ਸੁਣੀ, ਔਰ ਸੁਣ ਕੇ ਉਸ ਚੀਜ਼ ਨੂੰ ਆਪਣੇ ਮਨ ਵਿੱਚ ਵਸਾ ਲਿਆ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਇਹ ਚੀਜ਼ਾਂ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਰਹੇ ਹਾਂ। ਜਿਸ ਨੇ ਗੁਰੂ ਦੀ ਸਿੱਖਿਆ ਸੁਣੀ, ਉਹਨੂੰ ਸਮਝ ਆ ਗਈ, ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਸ਼। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਉਹਨੂੰ ਸਿੱਧ ਪੀਰਾਂ ਦੀ ਅਸਲੀਅਤ ਦਾ ਗਿਆਨ ਹੋ ਗਿਆ, ਦੇਵੀਆਂ ਦੇਵਤਿਆਂ ਦੀ ਅਸਲੀਅਤ ਦਾ ਗਿਆਨ ਹੋ ਗਿਆ, ਵੇਦ ਸ਼ਾਸਤਰ ਲਿਖਣ ਵਾਲਿਆਂ ਦੀ ਮੈਂਟੈਲਿਟੀ, ਮਾਨਸਿਕਤਾ ਕੀ ਸੀ, ਉਹਦਾ ਗਿਆਨ ਹੋ ਗਿਆ। ਹੁਣ ਗੁਰੂ ਦੀ ਜਦੋਂ ਸਿੱਧ ਸਲਾਹ ਦੀ ਬਾਣੀ ਸੁਣੀ, ਰੱਬ ਦੀ, ਰੱਬ ਦੇ ਹੁਕਮ ਬਾਰੇ ਸੁਣਿਆ, ਤੇ ਰੱਬ ਦੇ ਹੁਕਮ ਬਾਰੇ ਸਮਝ ਆਈ, ਤੇ ਉਸ ਸਿਸਟਮ ਨੂੰ ਸਮਝ ਕੇ ਉਹਦੇ ਮੁਤਾਬਕ ਜਿਸ ਨੇ ਜ਼ਿੰਦਗੀ ਜੀਵੀ, ਉਹਦੇ ਦੁੱਖ ਰੋਗ ਸੰਤਾਪ ਉਤਰ ਗਏ, ਉਹਦੇ ਅੰਦਰ ਦੁੱਖ ਸੰਤਾਪ ਉਤਰ ਗਏ। ਫਿਰ ਉਹਨੂੰ ਕੋਈ ਦੁੱਖ ਨਹੀਂ ਹੈ, ਕਿਉਂਕਿ ਦੁੱਖ ਹੋਣੇ ਨੇ ਵਿਕਾਰਾਂ ਕਰਕੇ, ਚਿੰਤਾਵਾਂ ਹੋਣੀਆਂ ਨੇ ਸਾਡੀਆਂ ਵਧੀਆਂ ਹੋਈਆਂ ਆਸਾਵਾਂ ਔਰ ਤ੍ਰਿਸ਼ਨਾਵਾਂ ਕਰਕੇ, ਦੁੱਖ ਸਾਡੇ ਨੇ ਪਾਪਾਂ ਕਰਕੇ, ਵਿਕਾਰਾਂ ਕਰਕੇ, ਅਪਰਾਧਾਂ ਕਰਕੇ, ਈਰਖਾ ਕਰਕੇ, ਹੰਕਾਰ ਕਰਕੇ, ਤੇ ਇਹ ਵਿਕਾਰ ਹੀ ਨਹੀਂ ਰਹੇ, ਰੋਗ ਹੀ ਨਹੀਂ ਹੁਣ ਕੋਈ ਰਿਹਾ, ਨਾ ਕਾਮ ਦਾ ਰੋਗ, ਨਾ ਕ੍ਰੋਧ ਦਾ ਰੋਗ, ਨਾ ਲੋਭ ਦਾ, ਨਾ ਮੋਹ ਦਾ, ਕੋਈ ਰੋਗ ਉਤਰ ਗਏ। ਜਿੰਨੇ ਵੀ ਸੱਚੀ ਸਿੱਖ ਸਲਾਹ ਦੀ ਬਾਣੀ ਸੁਣੀ, ਰੱਬੀ ਗੁਣਾਂ ਨੂੰ ਸੁਣਿਆ, ਉਹਨਾਂ ਗੁਣਾਂ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਿਆ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਉਹਨਾਂ ਦੇ ਦੁੱਖ ਰੋਗ ਸੰਤਾਪ ਉਤਰ ਜਾਂਦੇ। ਅਗਲਾ ਬਚਨ ਕਰਦੇ ਨੇ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੰਤ ਸਾਜਨ ਭੈ ਸਰਸੇ, ਇਹਨੂੰ ਸਰਸੇ ਨਹੀਂ ਪੜਨਾ, ਇਹ ਸ਼ੁੱਧ ਸ਼ਬਦ ਹੈ ਸਰਸੇ, ਰਸ ਸਰਸ। ਜਿਵੇਂ ਸ਼ਬਦ ਨਾ ਪ੍ਰਸੰਨ, ਤੇ ਪ੍ਰਸੰਨ ਦੇ ਨਾਲ ਸੂ ਲੱਗ ਗਿਆ, ਸੁਪ੍ਰਸੰਨ, ਬਹੁਤ ਜ਼ਿਆਦਾ ਖੁਸ਼, ਪ੍ਰਸਿੱਧ, ਸੁਪ੍ਰਸਿੱਧ। ਇੱਥੇ ਹੈਗਾ ਰਸ ਸਰਸ, ਰਸੇ
ਸਰਸੇ ਰਸਦਾਇਕ, ਯਾਨੀ ਖੇਡ ਗਏ, ਉਹਨਾਂ ਦੇ ਮਨ ਖੁਸ਼ ਹੋ ਗਏ, ਰਸ ਆਨੰਦ ਭਰਪੂਰ ਹੋ ਗਏ। ਗੁਰੂ ਜੀ ਕਹਿੰਦੇ ਨੇ ਸੰਤ ਸਾਜਨ ਭੈ ਸਰਸੇ। ਸੰਤ ਸਾਜਨ ਦਾ ਮਤਲਬ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਪੂਰੇ ਗੁਰ ਤੇ ਜਾਣੀ, ਪੂਰੇ ਗੁਰੂ ਰਾਹੀਂ ਜੀਵਨ ਦੀ ਜੁਗਤ ਨੂੰ ਜਾਣ ਲਿਆ, ਪੂਰੇ ਗੁਰੂ ਰਾਹੀਂ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਜਾਣ ਲਿਆ, ਜਿਨ੍ਹਾਂ ਨੇ ਪੂਰੇ ਗੁਰੂ ਰਾਹੀਂ ਰੱਬ ਦੀ ਰਜ਼ਾ ਨੂੰ ਸਮਝ ਲਿਆ ਔਰ ਪੂਰੇ ਗੁਰੂ ਦੇ ਦਿੱਤੇ ਹੋਏ ਉਹ ਲਾਈਫ ਨੂੰ ਅਪਣਾ ਲਿਆ, ਉਹ ਗੁਰਮੁਖ ਪਿਆਰੇ ਰਸਦਾਇਕ ਹੋ ਗਏ। ਉਹਨਾਂ ਦੀ ਜ਼ਿੰਦਗੀ ਖੇਡ ਗਈ, ਉਹਨਾਂ ਦੇ ਜੀਵਨ ਵਿੱਚ ਖੇੜਾ ਆ ਗਿਆ, ਪ੍ਰਸੰਨਤਾ, ਆਨੰਦ, ਚੜ੍ਹਦੀ ਕਲਾ, ਸਕਾਰਾਤਮਕ ਸੋਚ। ਉਹਨਾਂ ਨੂੰ ਚਾਰ ਚਫੇਰੇ ਖੁਸ਼ੀਆਂ ਦਿਸਦੀਆਂ ਨੇ, ਉਹਨਾਂ ਨੂੰ ਚਾਰ ਚਫੇਰੇ ਪ੍ਰਸੰਨਤਾਵਾਂ ਦਿਸਦੀਆਂ ਨੇ। ਹਰ ਮੌਕਾ ਉਹਨਾਂ ਨੂੰ ਸਫਲਤਾ ਵਾਸਤੇ ਦਿਸਦਾ। ਉਹ ਇਸ ਸੰਸਾਰ ਨੂੰ ਵੇਖਦੇ ਨੇ, ਇਹ ਸੰਸਾਰ ਉਹਨਾਂ ਨੂੰ ਆਰਤੀ ਕਰਦਾ ਹੋਇਆ ਪ੍ਰਤੀਤ ਹੁੰਦਾ। ਪੰਛੀਆਂ ਦੇ ਅੰਦਰ, ਜੀਵ ਜਨਤਾ ਦੇ ਅੰਦਰ ਰੱਬ ਬੋਲਦਾ ਹੋਇਆ ਨਜ਼ਰੀ ਪੈਂਦਾ ਹੈ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ। ਉਹਨਾਂ ਨੂੰ ਆ ਵਿਸ਼ਵ, ਆ ਸੰਸਾਰ ਰੱਬ ਦਾ ਰੂਪ ਨਜ਼ਰੀ ਪੈਂਦਾ ਹੈ। ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਿਨ੍ਹਾਂ ਨੇ ਪੂਰੇ ਗੁਰੂ ਤੋਂ ਇਹ ਗੱਲ ਨੂੰ ਜਾਣ ਲਿਆ, ਜਾਣਨ ਦਾ ਮਤਲਬ ਸਮਝ ਲਿਆ, ਇਸ ਚੀਜ਼ ਦੇ ਨਾਲ ਜਾਣ ਪਹਿਚਾਨ ਬਣਾ ਲਈ, ਉਹ ਗੁਰਮੁਖ ਪਿਆਰੇ। ਇਸ ਰਸੇ ਦਾ ਮਤਲਬ ਰਸਦਾਇਕ ਹੋ ਗਏ। ਹੁਣ ਕਈ ਆ ਸਰਸੇ ਵਾਲੇ ਨੇ ਨਾ ਇੱਥੇ ਇਮੋਸ਼ਨਲ ਬਲੈਕਮੇਲ ਕਰਦੇ ਨੇ ਕਿ ਗੁਰੂ ਅਮਰਦਾਸ ਜੀ ਕਹਿ ਗਏ ਨੇ ਕਿ ਸੰਤ ਸੱਜਣ ਸਰਸੇ ਹੋਣਗੇ, ਇਸ ਕਰਕੇ ਸਰਸੇ ਵਾਲੇ ਨਾਲ ਜੁੜੋ। ਬੰਦਾ ਪੁੱਛੇ ਕਿ ਜੇ ਇਹਦਾ ਨਾਂ ਸਰਸੇ ਹੈ ਤੇ ਸਾਵਣ ਸਰਸੀ ਕਾਮਣੀ, ਉਹ ਸਰਸੀ ਕਿਹੜਾ ਸ਼ਹਿਰ ਕੋਈ ਹੈ? ਇਸ ਲਈ ਉਹਨੂੰ ਵੀ ਸਰਸੀ ਨਹੀਂ ਪੜਨਾ, ਉਹਨੂੰ ਵੀ ਸਰਸੀ ਪੜਨਾ ਹੈ। ਇਹਨੂੰ ਸਰਸੇ ਨਹੀਂ ਪੜਨਾ, ਸਰਸੇ ਪੜਨਾ ਹੈ। ਇੱਥੇ ਕਿਸੇ ਦੇਹਧਾਰੀ ਗੁਰੂ ਦੀ ਗੱਲ ਨਹੀਂ ਹੈ, ਸ਼ਬਦ ਗੁਰੂ ਦੀ ਗੱਲ ਹੈ। ਜਿਨ੍ਹਾਂ ਨੇ ਗੁਰੂ ਤੋਂ ਵੇ ਆਫ ਲਾਈਫ ਜਾਣ ਲਈ, ਗੁਰੂ ਤੋਂ ਸਿੱਖਿਆ ਲੈ ਲਈ, ਗੁਰੂ ਤੋਂ ਰੱਬੀ ਰਜ਼ਾ ਨੂੰ ਸਮਝ ਲਿਆ ਕਿ ਪੂਰੀ ਦੁਨੀਆ, ਪੂਰਾ ਸੰਸਾਰ ਰੱਬੀ ਰਜ਼ਾ ਦੇ ਅੰਦਰ ਕਰਮ ਕਰ ਰਿਹਾ ਹੈ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ, ਉਸ ਰਸੇ ਦਾ ਮਤਲਬ ਰਸਦਾਇਕ ਹੋ ਗਏ। ਉਹਨਾਂ ਦੀ ਜ਼ਿੰਦਗੀ ਅੰਦਰ ਖੁਸ਼ੀ ਪੈਦਾ ਹੋ ਗਈ, ਆਨੰਦ ਪੈਦਾ ਹੋ ਗਿਆ। ਅਖੀਰਲੇ ਬਚਨ ਕਰਦੇ ਨੇ ਸੁਣਤੇ ਪੁਨੀਤ ਕਹਤੇ ਪਵਿੱਤ। ਜਿਹੜੇ ਵੀ ਰੱਬ ਦੀ ਸਿਫਤ ਸਲਾਹ ਨੂੰ ਸੁਣਦੇ ਨੇ, ਗੁਰੂ ਦੀ ਬਾਣੀ ਨੂੰ ਸੁਣਦੇ ਨੇ, ਗੁਰੂ ਦੀ ਸਿੱਖਿਆ ਨੂੰ ਸੁਣਦੇ ਨੇ, ਉਹ ਪੁਨੀਤ ਨੇ। ਸੁਣਤੇ ਪੁਨੀਤ ਕਹਤੇ ਪਵਿੱਤ। ਤੇ ਜਿਹੜੇ ਕਹਿਣ ਵਾਲੇ ਨੇ ਉਹ ਵੀ ਪਵਿੱਤਰ ਨੇ। ਯਾਨੀ ਜੋ ਰੱਬ ਦੀ ਸਿਫਤ ਸਲਾਹ ਕਹਿੰਦੇ ਨੇ ਜਾਂ ਸੁਣਦੇ ਨੇ, ਉਹ ਪਵਿੱਤਰ ਨੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ। ਹੁਣ ਦੇਖੋ, 2 ਮਿੰਟ ਵਾਸਤੇ ਜੇ ਅਸੀਂ ਵੀਰ ਭੈਣਾਂ ਜੋ ਅਸੀਂ ਵਿਚਾਰ ਕਰ ਰਹੇ ਹਾਂ, ਜੇ ਸਿਰਫ ਅਸੀਂ ਆਪਣੀ ਗੱਲ ਕਰੀਏ, ਤਾਂ ਜੇ ਮੈਂ ਹੁਣ ਗੁਰੂ ਦੀ ਪਾਵਨ ਬਾਣੀ ਦੀ ਗੱਲ ਕਰ ਰਿਹਾ, ਤਾਂ ਇਸ ਟਾਈਮ ਮੇਰਾ ਹਿਰਦਾ ਪਵਿੱਤਰ ਹੈ, ਕਿਉਂਕਿ ਮੇਰੀ ਸੋਚ ਵਿੱਚ, ਮੇਰੇ ਦਿਮਾਗ ਦੇ ਵਿੱਚ ਕੋਈ ਗੱਲ ਹੋਰ ਨਹੀਂ ਹੈ ਨਾ। ਜ਼ਬਾਨ ਤੇ ਗੁਰੂ ਦੀ ਪਾਵਨ ਬਾਣੀ ਹੈ, ਸੋਚ ਵਿੱਚ ਗੁਰੂ ਦੀ ਪਾਵਨ ਬਾਣੀ ਹੈ, ਤਾਂ ਇਸ ਵੇਲੇ ਮੇਰੇ ਬੋਲ, ਮੇਰਾ ਹਿਰਦਾ ਪਵਿੱਤਰ ਹੈ। ਤੁਸੀਂ ਮੇਰੀਆਂ ਭੈਣਾਂ ਔਰ ਵੀਰ ਸਾਰੇ ਗੁਰੂ ਦੀ ਬਾਣੀ ਸੁਣ ਰਹੇ ਹੋ, ਤਾਂ ਤੁਹਾਡੇ ਕੰਨਾਂ ਵਿੱਚ ਹੁਣ ਕੋਈ ਚੁਗਲੀ ਨਿੰਦਾ ਨਹੀਂ ਪੈ ਰਹੀ। ਇਸ ਲਈ ਤੁਹਾਡਾ ਇਸ ਟਾਈਮ ਹਿਰਦਾ ਪਵਿੱਤਰ ਹੈ, ਕਿਉਂਕਿ ਪਵਿੱਤਰ ਵਿਚਾਰ ਜਾ ਰਹੀ ਹੈ। ਤੇ ਜੇਕਰ ਬੰਦਾ ਹਰ ਵਕਤ ਜਦੋਂ ਵੀ ਬੋਲੇ ਸੱਚ ਬੋਲੇ, ਸਕਾਰਾਤਮਕ ਬੋਲ ਬੋਲੇ, ਗੁਣਾਂ ਦੀ ਗੱਲ ਕਰੇ, ਪਰਉਪਕਾਰ ਦੀ ਗੱਲ ਕਰੇ, ਤਾਂ ਉਹਦਾ ਹਿਰਦਾ ਹਰ ਵੇਲੇ ਪਵਿੱਤਰ ਰਹਿ ਜਾਏਗਾ। ਤੇ ਜੇ ਅਸੀਂ ਹਰ ਟਾਈਮ ਸੱਚ ਦੀ ਗੱਲ ਹੀ ਸੁਣੀਏ, ਚੁਗਲੀ ਨਿੰਦਾ ਝੂਠ ਫਰੇਬ ਨਾ ਸੁਣੀਏ, ਤਾਂ ਅਸੀਂ ਹਰ ਵੇਲੇ ਪਵਿੱਤਰ। ਯਾਨੀ ਸੁਣਨ ਵਾਲੇ ਔਰ ਕਹਿਣ ਵਾਲੇ ਦਾ ਹਿਰਦਾ, ਉਹਦਾ ਜੀਵਨ ਪਵਿੱਤਰ ਹੋ ਜਾਂਦਾ ਹੈ, ਜੋ ਮਨ ਕਰਕੇ ਸੁਣਦਾ। ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਉਹਨਾਂ ਨੂੰ ਕਿਉਂ ਐਸਾ ਹੁੰਦਾ ਹੈ? ਸਤਿਗੁਰ ਰਹਿਆ ਭਰਪੂਰੇ। ਭਰਪੂਰੇ ਦਾ ਮਤਲਬ ਪਰਿਪੂਰਨ। ਉਹਨਾਂ ਨੂੰ ਸਤਿਗੁਰ ਹਰ ਥਾਂ ਤੇ ਪਰਿਪੂਰਨ ਦਿਸਦਾ ਹੈ। ਉਹ ਗੁਰੂ ਨੂੰ ਦੂਰ ਨਹੀਂ ਸਮਝਦੇ, ਉਹ ਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਨੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਕਿਉਂਕਿ ਗੁਰੂ ਦਾ ਗਿਆਨ ਹਮੇਸ਼ਾ ਉਹਨਾਂ ਦੀ ਮੈਂਟੈਲਿਟੀ ਵਿੱਚ ਹੈ, ਉਹਨਾਂ ਦੀ ਸੋਚ ਵਿੱਚ ਹੈ। ਤੇ ਯਾਦ ਰੱਖਣਾ, ਜਿਨ੍ਹਾਂ ਦੀ ਸੁਰਤ ਦੇ ਅੰਦਰ ਗੁਰੂ ਦੀ ਪਾਵਨ ਬਾਣੀ, ਗੁਰੂ ਦੀ ਦਿੱਤਾ ਵੇ ਆਫ ਲਾਈਫ ਹੈ,
ਜਿਨ੍ਹਾਂ ਦੀ ਸੁਰਤ ਦੇ ਅੰਦਰ ਗੁਰੂ ਦੇ ਸਿਧਾਂਤ ਨੇ, ਉਹ ਕੋਈ ਗਲਤ ਕੰਮ ਕਰਨਗੇ ਨਹੀਂ, ਕਦੇ ਵੀ ਨਹੀਂ ਕਰਨਗੇ, ਕਿਉਂਕਿ ਗੁਰੂ ਉਹਨਾਂ ਦੇ ਹਰ ਵਕਤ ਨਾਲ ਹੈ। ਜੇ ਉਹਨਾਂ ਦੇ ਅੰਦਰ ਬੁਰਾਈ ਦਾ ਕੋਈ ਵਿਚਾਰ ਪੈਦਾ ਹੋਏਗਾ ਤੇ ਗੁਰੂ ਦੀ ਪਾਵਨ ਬਾਣੀ ਦੀ ਅੰਦਰੋਂ ਆਵਾਜ਼ ਆਏਗੀ ਕਿ ਭਲਾ ਬੁਰਾ ਕੰਮ ਨਾ ਕਰ, ਈਰਖਾ ਨਾ ਕਰ, ਮਾੜੀ ਨਜ਼ਰ ਦੇ ਨਾਲ ਨਾ ਤੱਕ, ਚੋਰੀ ਨਾ ਕਰ। ਅੰਦਰੋਂ ਆਵਾਜ਼ ਆਏਗੀ ਚੋਰ ਕੀ ਹਮਾ ਪਰੇ ਨਾ ਕੋਈ। ਤਾਂ ਉਹ ਸਤਿਗੁਰ ਨੂੰ ਕਿਉਂਕਿ ਪਰਿਪੂਰਨ ਜਾਣਦੇ ਨੇ, ਗੁਰੂ ਨੂੰ ਆਪਣੇ ਅੰਗ ਸੰਗ ਵੇਖਦੇ ਨੇ, ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਵੇ ਆਫ ਲਾਈਫ ਉਹਨਾਂ ਦੀ ਸੁਰਤ ਦੇ ਅੰਦਰ ਵਸਿਆ ਹੋਇਆ ਹੈ। ਇਸ ਕਰਕੇ ਉਹ ਸੁਣਨ ਕਹਿਣ ਵਾਲੇ ਪਵਿੱਤਰ ਨੇ ਔਰ ਗੁਰੂ ਨੂੰ ਉਹ ਅੰਗ ਸੰਗ ਜਾਣਦੇ ਨੇ। ਹੁਣ ਇੱਥੇ ਖੁਸ਼ੀ ਦਾ ਸਾਧਨ ਇਹ ਹੈ ਕਿ ਜਿਹੜਾ ਗੁਰੂ ਨੂੰ ਅੰਗ ਸੰਗ ਜਾਣੇਗਾ ਉਹਦੀ ਜ਼ਿੰਦਗੀ ਵਿੱਚ ਆਨੰਦ ਪੈਦਾ ਹੋ ਜਾਏਗਾ। ਤੇ ਇਹ ਦੇਖੋ ਸਿੰਪਲ ਗੱਲ ਹੈ, ਸਧਾਰਨ ਗੱਲ ਹੈ, ਸੌਖੀ ਗੱਲ ਹੈ। ਅੰਗ ਸੰਗ ਅਸੀਂ ਜਾਣ ਸਕਦੇ ਹਾਂ। ਗੁਰੂ ਨੂੰ ਅੰਗ ਸੰਗ ਦਾ ਮਤਲਬ ਕੀ ਹੈ, ਚੀਜ਼ ਸਮਝਣ ਵਾਲੀ ਹੈ। ਅੰਗ ਦਾ ਮਤਲਬ ਸਾਡੇ ਬੋਡੀ ਦਾ ਪਾਰਟ, ਸੰਗ ਦਾ ਮਤਲਬ ਨਾਲ। ਹੁਣ ਅੱਖ ਮੇਰਾ ਅੰਗ ਹੈ, ਤੇ ਜੇ ਮੇਰਾ ਗੁਰੂ ਸੰਗ ਹੋਵੇ, ਮੇਰੇ ਹਿਰਦੇ ਵਿੱਚ ਵਸਦਾ ਹੋਵੇ, ਤਾਂ ਮੈਂ ਅੱਖਾਂ ਦੇ ਨਾਲ ਕਿਵੇਂ ਵੇਖਾਂਗਾ? ਕਿਸੇ ਨੂੰ ਆਪਣੇ ਪਰਾਏ ਦੇ ਵਿਤਕਰੇ ਨਾਲ ਨਹੀਂ ਤੱਕਾਂਗਾ। ਕਿ ਗੁਰੂ ਕਿਸੇ ਰੱਬ ਕਿਸੇ ਔਰਤ ਨੂੰ ਮਾੜੀ ਨਜ਼ਰ ਨਾਲ ਤੱਕੇ? ਜਦ ਮੇਰੀ ਅੱਖ ਦੇ ਨਾਲ, ਅੰਗ ਦੇ ਨਾਲ ਰੱਬ ਸੰਗ ਹੋਏਗਾ ਤਾਂ ਮੇਰਾ ਨਜ਼ਰੀਆ ਰੱਬ ਵਰਗਾ ਹੋਏਗਾ। ਜੇ ਮੇਰੇ ਕੰਨਾਂ ਦੇ ਨਾਲ ਮੈਂ ਰੱਬ ਨੂੰ ਸਮਝਣਾ ਨਾ ਕਿ ਕੰਨ ਮੇਰੇ ਰੱਬ ਅੰਗ ਸੰਗ ਹੈ, ਤਾਂ ਰੱਬ ਕਦੇ ਚੁਗਲੀ ਨਿੰਦਾ ਨਹੀਂ ਸੁਣਦਾ। ਜੇ ਮੈਂ ਅੰਗਾਂ ਦੇ ਨਾਲ, ਹੱਥਾਂ ਦੇ ਨਾਲ ਰੱਬ ਹੋਏਗਾ ਤੇ ਮੇਰੇ ਕਰਮ ਰੱਬ ਵਰਗੇ ਹੋਣਗੇ। ਇਹਨੂੰ ਕਹਿੰਦੇ ਨੇ ਅੰਗ ਸੰਗ। ਹੁਣ ਸਾਡੇ ਅੰਗ ਸੰਗ ਕੀ ਹੈ? ਜ਼ਬਾਨ ਸਾਡਾ ਅੰਗ ਹੈ। ਇਸ ਅੰਗ ਦੇ ਸੰਗ ਤੁਸੀਂ ਕਿਹਨੂੰ ਰੱਖਣਾ ਚਾਹੁੰਦੇ ਹੋ? ਝੂਠ ਨੂੰ, ਨਿੰਦਾ ਨੂੰ, ਚੁਗਲੀ ਨੂੰ, ਈਰਖਾ ਨੂੰ, ਨੈਗੇਟਿਵ ਬੋਲਾਂ ਨੂੰ, ਜਾਂ ਕਿ ਤੁਸੀਂ ਇਸ ਅੰਗ ਦੇ ਨਾਲ ਸੰਗ ਜਿਹੜਾ ਹੈ ਕਰਨਾ ਚਾਹੁੰਦੇ ਹੋ ਸੱਚ ਦਾ, ਦਇਆ ਦਾ, ਪ੍ਰੇਮ ਦਾ, ਪੋਜ਼ਿਟਿਵ ਥਿੰਕਿੰਗ ਦਾ, ਸਕਾਰਾਤਮਕ ਸੋਚ ਦਾ। ਇਹ ਹੁਣ ਤੁਹਾਡੀ ਮਰਜ਼ੀ ਹੈ, ਮੇਰੀ ਮਰਜ਼ੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੇ ਪਿਆਰੇ ਨੇ ਉਹ ਗੁਰੂ ਨੂੰ ਅੰਗ ਸੰਗ ਜਾਣਦੇ ਨੇ। ਕਹਿਣ ਔਰ ਸੁਣਨ ਵਾਲੇ ਪਵਿੱਤਰ ਹੋ ਜਾਂਦੇ ਨੇ। ਸਤਿਗੁਰੂ ਉਹਨਾਂ ਨੂੰ ਹਰ ਥਾਂ ਤੇ ਨਜ਼ਰੀ ਪੈਂਦਾ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਹੇ ਮਾਲਕ ਪ੍ਰਭੂ, ਮੈਂ ਤੇਰੇ ਚਰਨਾਂ ਤੇ ਬੇਨਤੀ ਕਰਦਾ ਕਿ ਜਿਹੜੇ ਲੋਕ ਗੁਰੂ ਦੇ ਚਰਨੀ ਲੱਗ ਜਾਂਦੇ ਨੇ, ਗੁਰ ਚਰਨ ਲਾਗੇ ਦਾ ਮਤਲਬ ਜੋ ਗੁਰੂ ਦੇ ਚਰਨਾਂ ਤੇ ਲੱਗ ਗਏ। ਗੁਰੂ ਦੇ ਚਰਨਾਂ ਤੇ ਲੱਗਣ ਦਾ ਮਤਲਬ ਕੇਵਲ ਮੱਥਾ ਟੇਕਣਾ ਨਹੀਂ ਹੈ। ਮੱਥਾ ਟੇਕਣਾ ਪਹਿਲਾ ਕਰਮ ਹੈ, ਪਹਿਲਾ ਕਦਮ ਹੈ। ਮੱਥਾ ਟੇਕਣ ਦਾ ਭਾਵ ਇਹ ਹੈ ਕਿ ਸਤਿਗੁਰੂ ਜੀ, ਮੈਂ ਪ੍ਰਤਿਗਿਆ ਕਰਦਾ ਹਾਂ ਕਿ ਜੋ ਆਪ ਦੀ ਪਾਵਨ ਬਾਣੀ ਦੇ ਅੰਦਰ ਸਿਧਾਂਤ ਨੇ, ਉਸ ਗਿਆਨ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਦਾ। ਇਹ ਪ੍ਰੋਮਿਸ ਹੈ। ਮੱਥਾ ਟੇਕਣ ਦਾ ਮਤਲਬ ਅਸੀਂ ਪ੍ਰੋਮਿਸ ਕਰ ਰਹੇ ਹਾਂ। ਗੁਰ ਚਰਨ ਲਾਗੇ ਦਾ ਮਤਲਬ ਹੈ ਕਿ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜ ਦੇਣਾ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੈ। ਸੁਰਤ ਦਾ ਮਤਲਬ ਸਾਡੀ ਮੈਂਟੈਲਿਟੀ, ਸ਼ਬਦ ਦਾ ਮਤਲਬ ਗੁਰੂ ਦੀ ਵਿਚਾਰਧਾਰਾ। ਜਿਨ੍ਹਾਂ ਦੀ ਸੋਚ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜ ਗਈ, ਇੱਕਮਿਕ ਹੋ ਗਈ, ਉਹ ਇਸ ਸੰਸਾਰ ਸਾਗਰ ਤੋਂ, ਵਿਕਾਰਾਂ ਤੋਂ ਤਰ ਗਏ। ਤਾਂ ਬਿਨਵੰਤ ਨਾਨਕ ਗੁਰ ਚਰਨ ਲਾਗੇ, ਜਿਨ੍ਹਾਂ ਦੀ ਸੁਰਤ ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਗਈ, ਜੋ ਗੁਰੂ ਦੇ ਸ਼ਬਦ ਦੇ ਨਾਲ ਲੱਗ ਗਏ, ਜਿਨ੍ਹਾਂ ਨੇ ਗੁਰੂ ਸਿਧਾਂਤ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲਿਆ। ਵਾਜੇ ਅਨਹਦ ਤੂਰੇ, ਤੂਰੇ ਦਾ ਮਤਲਬ ਵਾਜੇ, ਅਨਹਦ ਦਾ ਮਤਲਬ ਲਗਾਤਾਰ। ਉਹਨਾਂ ਦੇ ਅੰਦਰ ਲਗਾਤਾਰ ਫਿਰ ਆਨੰਦ ਦੇ ਵਾਜੇ ਵੱਜਦੇ ਨੇ। ਉਹਨਾਂ ਦੇ ਅੰਦਰ ਸ਼ਬਦ ਦਾ ਵਾਜਾ ਹਰ ਵਕਤ ਵੱਜਦਾ ਹੈ, ਪ੍ਰਭਾਵ ਪਿਆ ਰਹਿੰਦਾ ਹੈ। ਹੁਣ ਇੱਥੇ ਵਾਜਾ ਮਤਲਬ ਵੱਜਣ ਦਾ ਮਤਲਬ ਕਦੇ ਨਹੀਂ ਹੈ ਕਿ ਅੰਦਰ ਬੰਸਰੀ ਉਹਨਾਂ ਦੇ ਵੱਜਦੀ ਹੈ, ਜਾਂ ਅੰਦਰੋਂ ਢੋਲਕ ਦੀ ਆਵਾਜ਼ ਆਉਂਦੀ ਹੈ, ਜਾਂ ਛੈਣਿਆਂ ਦੀ ਆਵਾਜ਼ ਆਉਂਦੀ ਹੈ। ਇੱਥੇ ਉਹਨਾਂ ਵਾਜਿਆਂ ਦੀ ਗੱਲ ਨਹੀਂ ਹੈ। ਹੁਣ ਦੇਖੋ, ਵਾਜਾ ਹਰ ਬੰਦੇ ਦੇ ਅੰਦਰ ਵੱਜ ਰਿਹਾ ਹੈ। ਕਿਸੇ ਦੇ ਅੰਦਰ ਕਾਮ ਦਾ ਵਾਜਾ ਵੱਜਦਾ ਹੈ, ਕਿਸੇ ਦੇ ਅੰਦਰ ਕ੍ਰੋਧ ਦਾ ਵਾਜਾ ਵੱਜਦਾ ਹੈ, ਲੋਭ ਦਾ ਵਾਜਾ ਵੱਜਦਾ ਹੈ, ਹੰਕਾਰ ਦਾ ਵਾਜਾ ਵੱਜਦਾ ਹੈ। ਯਾਨੀ ਇਹਨਾਂ ਚੀਜ਼ਾਂ ਦਾ ਪ੍ਰਭਾਵ ਪਿਆ ਰਹਿੰਦਾ ਹੈ। ਤੇ ਜਿਹੜੇ ਗੁਰੂ ਦੇ ਚਰਨਾਂ ਤੇ ਲੱਗ ਜਾਂਦੇ ਨੇ, ਉਹਨਾਂ ਦੇ ਅੰਦਰ ਇਹ ਵਿਕਾਰਾਂ ਦੇ ਵਾਜੇ ਨਹੀਂ ਵੱਜਦੇ। ਉਹਨਾਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ
शुभ जज्बिਆਂ ਦੇ ਵਾਜੇ ਵੱਜਦੇ ਨੇ। ਉਹਨਾਂ ਦੇ ਅੰਦਰ ਹਮੇਸ਼ਾ ਗੁਰਮਤ ਦਾ ਪ੍ਰਭਾਵ ਹੁੰਦਾ ਹੈ, ਸੱਚ ਦਾ ਪ੍ਰਭਾਵ ਹੁੰਦਾ ਹੈ। ਉਹ ਹਮੇਸ਼ਾ ਸਚਿਆਰਤਾ ਦੇ ਰਾਸਤੇ ਤੇ ਤੁਰਦੇ ਨੇ ਔਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਦੇ ਵਾਜੇ ਵੱਜਦੇ ਨੇ। ਉਹ ਹਮੇਸ਼ਾ ਖੁਸ਼ ਨੇ, ਆਨੰਦਿਤ ਨੇ, ਪ੍ਰਸੰਨ ਨੇ, ਚੜ੍ਹਦੀ ਕਲਾ ਵਿੱਚ ਨੇ। ਤਾਂ ਮੈਂ ਥੋੜੇ ਰੂਪ ਦੇ ਅੰਦਰ ਫਿਰ ਬਿਆਨ ਕਰਦੇ ਹਾਂ। ਆਨੰਦ ਕੀ ਹੈ? ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਆਨੰਦ ਉਸ ਅਵਸਥਾ ਦਾ ਨਾਮ ਹੈ ਜਿੱਥੇ ਆਸ਼ਾ ਤ੍ਰਿਸ਼ਨਾ ਆਦਿਕ ਜਾ ਕੇ ਬਿਲਕੁਲ ਮੁੱਕ ਜਾਂਦੀਆਂ ਨੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਆਨੰਦ ਉਸ ਅਵਸਥਾ ਦਾ ਨਾਮ ਹੈ ਜਿੱਥੇ ਬੰਦਾ ਰੱਬ ਦੇ ਅੰਦਰ ਲੀਨ ਹੋ ਕੇ ਰੱਬ ਦਾ ਰੂਪ ਹੋ ਜਾਂਦਾ ਹੈ। ਉਦੋਂ ਫਿਰ ਇਹਦੇ ਅੰਦਰੋਂ ਝੋਰੇ ਕਾੜੇ ਅੰਦੇਸ਼ੇ ਮੁੱਕ ਜਾਂਦੇ ਨੇ। ਜਦੋਂ ਗੁਰੂ ਦੀ ਕੋਈ ਸਿਫਤ ਸਲਾਹ ਦੀ ਪਾਵਨ ਬਾਣੀ ਨੂੰ ਸੁਣਦਾ ਹੈ, ਮੰਨਦਾ ਹੈ, ਤਾਂ ਉਹਦੇ ਦੁੱਖ ਰੋਗ ਸੰਤਾਪ ਉਤਰ ਜਾਂਦੇ ਨੇ। ਔਰ ਇਹ ਗੱਲ ਉਹਨਾਂ ਨੇ ਜਾਣੀ ਹੈ, ਸਮਝੀ ਹੈ, ਜਿਨ੍ਹਾਂ ਨੇ ਗੁਰੂ ਤੋਂ ਇਸ ਚੀਜ਼ ਨੂੰ ਸਮਝਿਆ ਹੈ। ਉਹ ਗੁਰਮੁਖ ਪਿਆਰੇ ਰਸੇ ਦਾ ਮਤਲਬ ਸਹਿਤ ਰਸਤੇ ਹੋ ਜਾਂਦੇ ਨੇ, ਆਨੰਦਮਈ ਉਹਨਾਂ ਦਾ ਜੀਵਨ ਹੋ ਜਾਂਦਾ ਹੈ। ਕਹਿਣ ਔਰ ਸੁਣਨ ਵਾਲੇ ਪਾਵਨ ਔਰ ਪਵਿੱਤਰ ਹੋ ਜਾਂਦੇ ਨੇ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਅੰਦਰ ਹੈ। ਉਹਨਾਂ ਲੋਕਾਂ ਨੂੰ ਗੁਰੂ ਹਮੇਸ਼ਾ ਹਰ ਥਾਂ ਦੇ ਉੱਤੇ ਨਜ਼ਰੀ ਪੈਂਦਾ ਹੈ, ਭਾਵ ਕਿ ਜੀਵਨ ਦਾ ਹਰ ਕਰਮ ਉਹ ਗੁਰੂ ਦੀ ਹਜ਼ੂਰੀ ਵਿੱਚ ਕਰਦੇ ਨੇ। ਜਦੋਂ ਬੰਦਾ ਇਹੋ ਜਿਹੀ ਜ਼ਿੰਦਗੀ ਬਣਾ ਲੈਂਦਾ ਹੈ ਤਾਂ ਉਦੋਂ ਉਹਦੇ ਅੰਦਰ ਹਮੇਸ਼ਾ ਸੁੱਖਾਂ ਦੇ, ਖੁਸ਼ੀ ਦੇ, ਆਨੰਦ ਦੇ, ਗੁਰੂ ਦੇ ਉਪਦੇਸ਼ ਦੇ ਵਾਜੇ ਵੱਜਦੇ ਰਹਿੰਦੇ ਨੇ, ਭਾਵ ਉਹਦੇ ਅੰਦਰ ਚੜ੍ਹਦੀ ਕਲਾ ਬਣੀ ਰਹਿੰਦੀ ਹੈ, ਉਹਦੇ ਜੀਵਨ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ। ਤੇ ਇਹੋ ਜਿਹਾ ਆਨੰਦਮਈ ਜੀਵਨ ਦੁਨੀਆ ਦਾ ਹਰ ਇਨਸਾਨ ਜੀ ਸਕਦਾ ਹੈ। ਜੋ ਵੀ ਗੁਰੂ ਦੀ ਇਸ ਪਾਵਨ ਬਾਣੀ ਮੁਤਾਬਕ ਜੀਵੇਗਾ ਉਹ ਇਸ ਆਨੰਦ ਨੂੰ ਮਾਣ ਸਕਦਾ ਹੈ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਹੈ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅਸਾਂ ਹੁਣ ਸਾਰੇ ਵੀਰਾਂ ਭੈਣਾਂ ਨੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕੀਤੀ ਹੈ ਔਰ ਇਹ ਜੋ ਵਿਚਾਰ ਅਸਾਂ ਹੁਣ ਤੱਕ ਕੀਤੀ ਹੈ, ਇਸ ਵਿਚਾਰ ਮੁਤਾਬਕ ਆਪ ਜੀ ਨੂੰ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਵਿੱਚੋਂ ਕੀ ਮਿਲਿਆ? ਕਿਉਂਕਿ ਅਸੀਂ ਬਾਣੀ ਤਾਂ ਸਾਰੇ ਪੜ੍ਹਦੇ ਹਾਂ, ਨਿਤਨੇਮ ਦੀਆਂ ਬਾਣੀਆਂ ਦੇ ਅੰਦਰ ਸ਼ਾਮਲ ਹੈ ਔਰ ਅੰਮ੍ਰਿਤ ਛਕਾਉਣ ਲੱਗਿਆਂ ਵੀ ਆਨੰਦ ਸਾਹਿਬ ਜੀ ਦੀ ਸੰਪੂਰਨ ਬਾਣੀ ਪੜ੍ਹੀ ਜਾਂਦੀ ਹੈ। ਰਹਿਰਾਸ ਦੇ ਪਾਠ ਵਿੱਚ ਵੀ 6 ਪੌੜੀਆਂ ਅਸੀਂ ਡੇਲੀ ਪੜ੍ਹਦੇ ਹਾਂ, ਭਾਵ ਕਿ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਕਰੀਬ ਹਰ ਸਿੱਖ ਰੋਜ਼ ਪੜ੍ਹਦਾ ਹੈ। ਅਸੀਂ ਵੀ ਪੜ੍ਹਦੇ ਹਾਂ। ਤਾਂ ਅਸੀਂ ਗੁਰਬਾਣੀ ਦੀ ਵਿਚਾਰ ਸਾਰੇ ਵੀਰਾਂ ਨੇ ਆਨੰਦ ਸਾਹਿਬ ਜੀ ਦੀ ਕੀਤੀ ਹੈ। ਆਨੰਦਮਈ ਜੀਵਨ ਜੁਗਤ ਸਿੱਖਣ ਦੀ ਟਰਾਈ ਕੀਤੀ ਹੈ। ਇਹਦੇ ਵਿੱਚੋਂ ਸਾਨੂੰ ਕੀ ਨਵਾਂ ਮਿਲਿਆ ਹੈ, ਕੀ ਨਵਾਂ ਸਮਝ ਪਾਇਆ ਹੈ, ਇਹ ਵਿਚਾਰ ਅਸੀਂ ਸਾਰੇ ਵੀਰ ਭੈਣਾਂ ਨੇ ਕਰਨੇ ਨੇ। ਜਿਵੇਂ ਪਹਿਲਾਂ ਅਸੀਂ ਕਹਾਣੀਆਂ ਪਾਉਂਦੇ ਆ ਨਾ ਇੱਕ ਦੂਜੇ ਦੇ ਨਾਲ ਖੁੱਲ ਕੇ, ਐਵੇਂ ਅਸੀਂ ਆਪਣੇ ਵਿਚਾਰ ਦੇਣੇ ਨੇ ਕਿ ਕਿਸ ਪੌੜੀ ਚੋਂ ਸਾਨੂੰ ਜੀਵਨ ਵਾਸਤੇ ਕੀ ਸਿੱਖਣ ਨੂੰ ਮਿਲਿਆ ਹੈ, ਜਾਂ ਸਾਡੀ ਜ਼ਿੰਦਗੀ ਵਿੱਚ ਕੀ ਚੇਂਜਿੰਗ ਆ ਸਕਦੀ ਹੈ, ਜਾਂ ਸਮਾਜ ਦਾ, ਸੰਸਾਰ ਦਾ ਇਸ ਬਾਣੀ ਰਾਹੀਂ ਕਿਵੇਂ ਭਲਾ ਹੋ ਸਕਦਾ ਹੈ, ਸਾਡਾ ਆਪਣਾ, ਸਾਡੇ ਪਰਿਵਾਰਾਂ ਦਾ ਕੀ ਵਿਕਾਸ ਹੋ ਸਕਦਾ ਹੈ। ਅਸੀਂ ਆਪਣੇ ਆਪਣੇ ਵਿਚਾਰ ਸਾਰੇ ਵੀਰ ਭੈਣਾਂ ਨੇ ਦੇਣ ਦੀ ਟਰਾਈ ਕਰਨੀ ਹੈ। ਅੱਜ ਜੋ ਅਸਾਂ ਵਿਚਾਰ ਕੀਤੀ ਹੈ, ਇਹਦੇ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਸਵਾਲ ਪੁੱਛ ਸਕਦਾ ਹੈ। ਬਾਕੀ ਆਪਣੇ ਵਿਚਾਰ ਅਸਾਂ ਸਾਰਿਆਂ ਨੇ ਰੱਖਣੇ ਨੇ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਮੇਰੇ ਤੋਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ ਬਹੁਤ ਬਹੁਤ। ਤੇ ਜਿੱਦਾਂ ਆਪ ਜੀ ਨੇ ਸਾਰਿਆਂ ਨੇ ਸਰਵਣ ਕਰ ਲਈ ਆ ਜੀ ਅੱਜ ਅਖੀਰਲੀ ਪੌੜੀ 40ਵੀਂ। ਤੇ ਜਿੱਦਾਂ ਗਿਆਨੀ ਜੀ ਨੇ ਪਹਿਲਾਂ ਵੀ ਕਿਹਾ ਸੀਗਾ, ਹੁਣ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀਆਂ ਪੌੜੀਆਂ ਆਪਾਂ 40 ਦੀਆਂ 40 ਸੁਣ ਲਈਆਂ ਜੀ। ਉਹਦੇ ਵਿੱਚ ਆਪਣੇ ਆਪਣੇ ਵਿਚਾਰ, ਕੋਈ ਵੀ ਤੁਹਾਡੇ ਵਿਚਾਰ ਹੋਣਗੇ ਉਹ ਤੁਸੀਂ ਇੱਥੇ ਰੱਖ ਸਕਦੇ ਆ ਜੀ। ਤੇ ਜਿਹੜੀਆਂ ਪਹਿਲੀਆਂ ਵੀ ਕੋਈ ਪਹਿਲੀ ਗੁਰਬਾਣੀ ਜਿਹੜੀ ਪੜ੍ਹੀ ਹੈ ਉਹਦੇ ਵਿੱਚ ਵੀ ਤੁਸੀਂ ਆਪਣੇ ਕੋਈ ਵਿਚਾਰ ਦੇਣੇ ਹੋਣ, ਸੁਣੀ ਹੈ ਆਪਣੇ ਆਸਾ ਕੀ ਵਾਰ ਸੀਗੀ ਤੇ ਜਪਜੀ ਸਾਹਿਬ ਤੇ ਹੋਰ ਵੀ ਜਿੰਨੀਆਂ ਦਬਿਤ ਹੋ ਚੁੱਕੀ ਹੁਣ ਤਾਂ, ਉਹਨਾਂ ਦੇ ਵਿੱਚੋਂ ਵੀ ਜੇ ਤੁਸੀਂ ਆਪਣਾ ਕੋਈ ਐਨਾਲਾਈਜ਼ ਕੀਤਾ ਹੈ ਜਾਂ ਉਹਦੇ ਵਿਚਾਰ ਦੇਣੇ ਚਾਹੁੰਦੇ ਤਾਂ ਦੇ ਸਕਦੇ ਆ। ਤੇ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੇ ਵਿਚਾਰ ਰੱਖੋ ਤੇ ਸਭ ਨੂੰ ਦੱਸੋ। ਤੇ ਸਾਡੇ ਨਾਲ ਸਭ ਤੋਂ ਪਹਿਲਾਂ ਜੀ ਹਰਦੀਪ ਸਿੰਘ ਭੋਗਲ, ਉਹ ਅਨਮਿਊਟ ਹੋਏ ਆ ਜੀ। ਹਰਦੀਪ ਸਿੰਘ ਜੀ, ਤੁਸੀਂ ਆਪਣੇ ਵਿਚਾਰ ਰੱਖੋ। ਹਾਂਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਫਤਿਹ ਜੀ। ਫਤਿਹ ਜੀ। ਗਿਆਨੀ ਜੀ, ਆਪ ਤੁਹਾਨੂੰ ਬੇਨਤੀ ਕਰਨੀ ਹੈ, ਪਲੀਜ਼ ਮੈਨੂੰ ਐਕਸਪਲੇਨ ਕਰੋ ਕਿ ਜਿਹੜਾ ਐੜਾ ਨੰਨਾ ਦੱਦੇ ਨੂੰ ਔਂਕੜਿਆ, ਇਹਨੂੰ ਆਨੰਦ ਕਿਉਂ ਪ੍ਰੋਨਾਉਂਸ ਕਰਨੇ? ਕਿਉਂਕਿ ਜਿੱਥੇ ਆਨੰਦ ਕਰਨਾ ਆ
ਉੱਥੇ ਐੜਾ ਨੰਨੇ ਦੇ ਉੱਪਰ ਟਿੱਪੀ ਟੈਂਕਾ ਦੇਖਿਆ ਹੋਇਆ ਸੱਚੇ ਪਾਤਸ਼ਾਹ ਨੇ, ਹੈ ਨਾ, ਦਦਾਵੇਂ ਚੜੀ ਤੇ ਉੱਥੇ ਆਨੰਦ ਕਹਿ ਸਕਦੇ ਹਾਂ, ਜਿੱਥੇ ਇੱਥੇ ਫਿਰ ਆਨੰਦ ਨਹੀਂ ਕਹਿਣਾ ਆਪਾਂ। ਨਹੀਂ, ਆਨੰਦ ਨਹੀਂ ਜੀ, ਇਹ ਆਨੰਦ ਹੀ ਹੈ। ਦੇਖੋ ਜਿਵੇਂ ਨਾ ਵੀਰ ਜੀ, ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਅਸੀਂ ਕਹਿੰਦੇ ਆ ਆਪ ਜੀ ਨੂੰ ਭੋਗਲ ਸਾਹਿਬ ਬਾਰੇ ਅਸੀਂ ਕੋਈ ਗੱਲ ਕਰ ਰਹੇ ਹਾਂ, ਤੇ ਅਸੀਂ ਕਹਿੰਦੇ ਆ ਕਿ ਅੱਜ ਨਾ ਭੋਗਲ ਜੀ ਕਲਾਸ ਵਿੱਚ ਆਏ ਨੇ, ਭੋਗਲ ਜੀ ਹੁਣ ਖਾਣਾ ਖਾਣਗੇ, ਭੋਗਲ ਜੀ ਪਾਣੀ ਪੀਣ ਗਏ ਨੇ, ਜਾਂ ਇਸ ਤਰ੍ਹਾਂ ਅਸੀਂ ਬਾਰ-ਬਾਰ ਉਹ ਸ਼ਬਦ ਨਹੀਂ ਵਰਤਾਂਗੇ। ਅਸੀਂ ਇੱਕ ਵਾਰੀ ਕਹਾਂਗੇ ਕਿ ਭੋਗਲ ਜੀ ਕਲਾਸ ਵਿੱਚ ਆਏ ਨੇ ਤੇ ਹੁਣ ਇਸ ਟਾਈਮ ਉਹ ਪਾਣੀ ਪੀਣ ਗਏ ਨੇ, ਇਸ ਟਾਈਮ ਉਹ ਰੋਟੀ ਖਾਣ ਗਏ ਨੇ। ਉਹਦਾ ਮਤਲਬ ਭੋਗਲ ਸਾਹਿਬ ਇੱਕ ਵਾਰੀ ਅਸੀਂ ਕਹਿ ਕੇ ਇਸ਼ਾਰਾ ਦੇ ਦਿੱਤਾ। ਤਾਂ ਗੁਰੂ ਜੀ ਨੇ ਇਸ ਬਾਣੀ ਦੇ ਸ਼ੁਰੂ ਵਿੱਚ ਆਨੰਦ ਇਹਦਾ ਸਿਰਲੇਖ ਲਿਖ ਦਿੱਤਾ ਹੈ, ਔਰ ਇਹਦਾ ਮਤਲਬ ਕਿ ਜੋ ਵੀ ਇਸ ਬਾਣੀ ਦੇ ਵਿੱਚ ਆਨੰਦ ਸ਼ਬਦ ਆ ਰਿਹਾ ਉਹ ਆਨੰਦ ਬਾਰੇ ਹੀ ਕਿਹਾ ਜਾ ਰਿਹਾ ਹੈ। ਇਸ ਕਰਕੇ ਇਸ਼ਾਰਾ ਪਹਿਲਾਂ ਦਿੱਤਾ ਹੈ, ਇਸ ਕਰਕੇ ਅਸੀਂ ਇਹਨੂੰ ਆਨੰਦ ਪੜਾਂਗੇ। ਇੱਥੇ ਕਈ ਵੀਰ ਭੈਣਾਂ ਕਹਿੰਦੇ ਨੇ ਆਨੰਦ ਪੜਨ ਵਾਸਤੇ, ਹਾਂਜੀ ਤੇ ਉਹ ਇਹਦਾ ਅਰਥ ਫਿਰ ਗਲਤ ਢੰਗ ਨਾਲ ਲੈਂਦੇ ਨੇ। ਉਹ ਕਹਿੰਦੇ ਨੇ ਆਨੰਦ ਸੁਣੋ ਦਾ ਮਤਲਬ ਕਿ ਜਿਹੜੇ ਅਨਹਦ ਨਾਦ ਤੁਹਾਡੇ ਦਸਮ ਦੁਆਰ ਵਿੱਚ ਹੋ ਰਹੇ ਨੇ ਉਹਨਾਂ ਨੂੰ ਸਰਵਣ ਕਰੋ। ਤਾਂ ਉਹਨਾਂ ਦੀ ਇੱਥੇ ਗੱਲ ਨਹੀਂ ਹੈ, ਇੱਥੇ ਉਸੇ ਆਨੰਦ ਦੀ ਗੱਲ ਕੀਤੀ ਜਾ ਰਹੀ ਹੈ ਜੋ ਅਸੀਂ ਬਾਣੀ ਦੇ ਸ਼ੁਰੂ ਤੋਂ ਪੜ੍ਹ ਰਹੇ ਹਾਂ। ਇਸ ਕਰਕੇ ਇਹਦਾ ਉਚਾਰਨ ਆਨੰਦ ਹੈ। ਹਾਂਜੀ, ਕਿਉਂਕਿ ਗਿਆਨੀ ਸਾਹਿਬ ਸਿੰਘ ਜਿਹੜੇ ਹੈ ਨਾ, ਮਾਰਕੰਡੇ ਵਾਲੇ ਸ਼ਬਦ ਜਾਣਦੇ ਹੋਣ ਉਹਨੂੰ, ਉਹ ਕਹਿੰਦੇ ਹੁੰਦੇ ਕਿ ਆਨੰਦ ਸੁਣਨ ਵਾਲੀ ਚੀਜ਼ ਨਹੀਂ, ਆਨੰਦ ਮੰਨਣ ਵਾਲੀ ਚੀਜ਼ ਆ। ਹਾਂਜੀ, ਆਨੰਦ ਮਾਨਣ ਵਾਲੀ ਚੀਜ਼ ਹੈ ਨਾ, ਇਸ ਕਰਕੇ ਇਹਨੂੰ ਆਨੰਦ ਹੀ ਪੜਨਾ ਹੈ। ਠੀਕ ਹੈ ਜੀ, ਠੀਕ ਹੈ ਗਿਆਨੀ ਸਿੰਘ ਤੁਹਾਡੇ। ਧੰਨਵਾਦ ਜੀ ਭੋਗਲ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਸਾਡੇ ਨਾਲ ਆਈਪੈਡ ਤੇ ਉਹਨਾਂ ਦਾ ਨਾਂ ਨਹੀਂ ਕੋਈ ਵੀ ਲਿਖਿਆ ਜੀ, ਆਈਪੈਡ ਤੇ ਹੈਗੇ ਜੀ ਕੋਈ? ਹਾਂਜੀ, ਮੇਰਾ ਨਾਮ ਰਵਿੰਦਰ ਕੌਰ। ਹਾਂਜੀ ਹਾਂਜੀ, ਕਰੋ ਜੀ। ਹਾਂਜੀ, ਆਨੰਦ ਸਾਹਿਬ ਦੀ ਵਿਆਖਿਆ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਵਾਂ। ਜੀ ਜੀ, ਗਿਆਨੀ ਜੀ ਨੇ ਬਹੁਤ ਕੁਝ ਉਹਨਾਂ ਨੇ ਬਹੁਤ ਅੱਛੀ ਤਰੀਕੇ ਨਾਲ ਸਮਝਾਇਆ। ਜਿਹੜਾ ਕੁਝ ਮੈਨੂੰ ਨਵਾਂ ਮਿਲਿਆ ਉਹ ਇਹ ਹੈ ਕਿ ਜਿੱਦਾਂ ਉਹਨਾਂ ਨੇ ਇੱਕ ਪੌੜੀ ਦੇ ਵਿੱਚ ਦੱਸਿਆ ਸੀ ਕਿ ਜਵਾਨ ਹੀ ਇਸ ਦੁਕਾਨ ਰੂਪੀ ਸ਼ਰੀਰ ਦਾ ਇੱਕ ਜਿੰਦਰਾ ਹੈ, ਚਾਬੀ ਹੈ ਜਿੱਦਾਂ ਉਸ ਜਿੰਦਰੇ ਨੂੰ ਖੋਲਣ ਲਈ। ਜੀ ਜੀ, ਠੀਕ ਹੈ ਜੀ। ਤੇ ਇਹਦਾ ਤੇ ਇੱਕ ਮਾਇਆ ਦੇ ਅਰਥਾਂ ਦਾ ਬਹੁਤ ਅੱਛਾ ਪਤਾ ਲੱਗਿਆ ਕਿ ਮਾਇਆ ਪੋਜ਼ਿਟਿਵ ਵੀ ਹੈ, ਨੈਗੇਟਿਵ ਵੀ ਹੈ। ਜਿੱਥੋਂ ਤੱਕ ਮੇਰਾ ਪਹਿਲਾਂ ਦਾ ਵਿਚਾਰ ਸੀ, ਲੱਗਦਾ ਸੀ ਕਿ ਮਾਇਆ ਗੁਰਬਾਣੀ ਮੁਤਾਬਕ ਵੀ ਔਖਾ ਕਰਦੀ ਹੈ ਤੁਹਾਨੂੰ। ਹਾਂਜੀ ਬਿਲਕੁਲ, ਮਨੀ ਦੀ ਮਾਇਆ ਹੀ ਹੁੰਦੀ ਹੈ, ਪਰ ਇਹ ਮਾਇਆ ਇਹਨਾਂ ਨੇ ਸੋਚ ਦੇ ਨਾਲ ਰਿਲੇਟ ਕਰਕੇ ਸਾਨੂੰ ਐਕਸਪਲੇਨ ਕੀਤਾ। ਇਹ ਵੀ ਬਹੁਤ ਅੱਛਾ ਲੱਗਿਆ। ਬਾਕੀ ਜੂਨਾਂ ਦੀ ਅਵਸਥਾ ਬਾਰੇ ਦੱਸਿਆ, ਉਹ ਵੀ ਅੱਛਾ ਲੱਗਿਆ। ਭਾਣੇ ਬਾਰੇ ਅਗੇਨ ਫਿਰ ਉਹਨਾਂ ਨੇ ਪੋਜ਼ਿਟਿਵ ਤੇ ਨੈਗੇਟਿਵ ਦੋਨਾਂ ਨੂੰ ਉਹਦੇ ਨਾਲ ਭਾਣੇ ਦੇ ਨਾਲ ਰਿਲੇਟ ਕੀਤਾ, ਉਹ ਵੀ ਅੱਛਾ ਲੱਗਿਆ। ਤੇ 10ਵਾਂ ਦੁਆਰ ਮੈਨੂੰ ਬਹੁਤ ਅੱਛਾ ਲੱਗਿਆ ਕਿ ਮੈਂ ਸੋਚਦੀ ਸੀ ਕਿ 10ਵਾਂ ਦੁਆਰ ਬਸ ਸਿਰਫ ਜਿੰਨਾ ਉਹਨਾਂ ਲੋਕਾਂ ਨੂੰ ਮਿਲਦਾ ਜਿਹੜੇ ਬਹੁਤ ਪੂਜਾ ਪਾਠ ਕਰਦੇ ਆ ਤੇ ਉਹਨਾਂ ਨੂੰ ਇਨਲਾਈਟਨਮੈਂਟ ਮਿਲਦੀ ਹੈ, ਜਦੋਂ ਉਦੋਂ ਮਤਲਬ ਇੰਗਲਿਸ਼ ਦੇ ਵਿੱਚ ਜਿੱਦਾਂ ਕਹਿ ਲੈਂਦੇ ਆ, ਉਹੀ ਮਿਲਦਾ। 10ਵਾਂ ਦੁਆਰ ਤਾਂ ਦਿਮਾਗ ਸਾਰਿਆਂ ਕੋਲ ਹੀ ਹੈ। ਉਹਦੀ ਵਰਤੋਂ ਕਰਨਾ ਸਾਡੇ ਆਪਣੇ ਮੁਤਾਬਕ ਹੈ, ਮਤਲਬ ਅਸੀਂ ਕਿੱਦਾਂ ਉਹਦੀ ਵਰਤੋਂ ਕਰਨੀ, ਅੱਛੀ ਕਰਨੀ ਹੈ ਜਾਂ ਮਾੜੀ ਕਰਨੀ ਹੈ। ਮੈਨੂੰ ਬਹੁਤ ਅੱਛਾ ਲੱਗਿਆ। ਮੇਰੀ ਅਗਲੀ ਰਿਕੁਐਸਟ ਇਹ ਹੈ ਕਿ ਗਿਆਨੀ ਜੀ ਜੇ ਜਾਪ ਸਾਹਿਬ ਦਾ ਪਾਠ ਕਰ ਦੇਣ, ਕਿਉਂਕਿ ਉਹਦੇ ਵਿੱਚ ਸੰਸਕ੍ਰਿਤ ਦੇ ਵੀ ਵਰਡ ਹੈ, ਮੇਰੇ ਖਿਆਲ ਫਾਰਸੀ ਦੇ ਵੀ ਕਈ ਵਰਡ ਨੇ, ਤੇ ਉਹ ਸਮਝਣਾ ਥੋੜਾ ਔਖਾ। ਤੇ ਬਹੁਤ ਧੰਨਵਾਦ ਹੋਵਾਂਗੇ ਜੇ ਉਹ ਜਾਪ ਦੀ ਵਿਆਖਿਆ ਕਰ ਦੇਣ। ਤੇ ਇੱਕ ਜਿਹੜੇ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗਮਾਲਾ ਹੈ ਨਾ, 1429 ਤੇ 1430 ਪੇਜ, ਉਹਦੀ ਮੈਨੂੰ ਬਿਲਕੁਲ ਸਮਝ ਨਹੀਂ ਹੈ। ਜੇ ਉਹਦੀ ਵੀ ਵਿਆਖਿਆ ਹੋ ਜੇ ਤਾਂ ਬਹੁਤ ਧੰਨਵਾਦੀ ਹੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਜਿੱਥੋਂ ਤਾਈਂ ਹੋਰ ਗਾਹਾਂ ਬਾਣੀਆਂ ਦਾ ਕੰਸਰਨ ਹੈ ਜੀ, ਉਹਦੇ ਬਾਰੇ ਅਸੀਂ ਗੱਲ ਕਰਨੀ ਥੋੜ੍ਹੇ ਚਿਰ ਤਾਈਂ, ਤੇ ਤੁਹਾਡਾ ਧੰਨਵਾਦ ਸਲਾਹ ਦੇਣ ਦਾ ਵੀ। ਤੇ ਗਿਆਨੀ ਜੀ ਤੁਸੀਂ ਕੋਈ ਆਪਣੇ ਜਿਹੜੀ ਰਾਗਮਾਲਾ ਉਹਦੇ ਬਾਰੇ ਤਾਂ ਨਹੀਂ ਕੋਈ ਗੱਲ ਕਰਨੀ ਜੀ? ਹਾਂਜੀ ਵੀਰ ਜੀ, ਬਹੁਤ ਧੰਨਵਾਦ ਭੈਣ ਜੀ ਦਾ, ਕਿਉਂਕਿ ਇਹਨਾਂ ਨੇ ਜਿਸ ਹਿਸਾਬ ਦੇ ਨਾਲ ਐਕਸਪਲੇਨ ਕੀਤਾ, ਇਟ ਮੀਨਸ ਕਿ ਇਹਨਾਂ ਨੇ ਹਰ ਚੀਜ਼ ਜਿਹੜੀ ਹੈ ਬਹੁਤ ਵਧੀਆ ਢੰਗ ਦੇ ਨਾਲ ਸੁਣੀ ਹੈ ਔਰ ਉਸ ਚੀਜ਼ ਨੂੰ ਸਮਝ ਕੇ ਫੋਲੋ ਕੀਤਾ। ਬਾਕੀ ਅਸੀਂ ਰਾਗਮਾਲਾ ਬਾਰੇ ਜਿਵੇਂ ਇਹਨਾਂ ਨੇ ਕਹਿ ਦਿੱਤਾ, ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਵਿਚਾਰ ਅਸੀਂ ਕਰ ਲਵਾਂਗੇ। ਤੇ ਜਿਹੜੀ ਬਾਣੀਆਂ ਦੀ ਵਿਚਾਰ ਹੈ ਉਹਦੇ ਵਾਸਤੇ ਨਾ ਮੇਰੇ ਕੋਲ ਵੀ ਕਾਫੀ ਸਾਰੇ ਸੁਜੈਸ਼ਨ ਆਏ ਸਨ। ਇੱਕ ਤਾਂ ਰਾਮਕਲੀ ਸਾਧ ਜਿਹੜੀ ਬਾਣੀ, ਉਹ ਗੁਰਮਤਿ ਦੇ ਨਾਲ ਥੋੜਾ ਉਹਦਾ ਸੰਬੰਧ ਹੈਗਾ, ਜਿਵੇਂ ਅਸੀਂ ਕਿਸੇ ਮ੍ਰਿਤਕ ਤੇ ਭੋਗ ਤੋਂ ਬਾਅਦ ਪੜ੍ਹਦੇ ਹਾਂ, ਜਾਂ ਜਿਹੜੀਆਂ ਅਲਾਣੀਆਂ ਨੇ ਉਹਦਾ ਪਾਠ ਕੀਤਾ ਜਾਂਦਾ ਹੈ। ਤਾਂ ਇਹਦਾ ਵਾਸਤੇ ਸੁਜੈਸ਼ਨ ਆਇਆ ਸੀ ਕਿ ਅਸੀਂ ਇਹਦੇ ਬਾਰੇ ਥੋੜਾ ਵਿਚਾਰ ਕਰ ਲਈਏ। ਤਾਂ ਅਸੀਂ ਸਾਰੇ ਸੋਚ ਲਾਂਗੇ। ਪਹਿਲਾਂ ਜਿਹੜਾ ਹੈ ਆਪਣਾ
ਜਿਵੇਂ ਭੈਣ ਜੀ ਨੇ ਵੀ ਆਪਣਾ ਵਿਚਾਰ ਦਿੱਤਾ, ਉਹ ਵੀ ਸੰਗਤਾਂ ਨੇ ਸੁਣ ਲਿਆ। ਤਾਂ ਕਾਫੀ ਸੰਗਤਾਂ ਦਾ ਜ਼ਿਆਦਾ ਵਿਚਾਰ ਸੀ ਕਿ ਅਸੀਂ ਅਲਾਣੀਆਂ ਔਰ ਸੱਦ ਦੀ ਜਿਹੜੀ ਬਾਣੀ ਦੀ ਵਿਚਾਰ ਕਰ ਲਈਏ। ਸੱਦ ਦੇ ਵਿੱਚ ਕਰੀਬ 2 ਦਿਨ ਲੱਗ ਜਾਣਗੇ ਜ਼ਿਆਦਾ ਤੋਂ ਜ਼ਿਆਦਾ, ਤੇ 5 ਸ਼ਬਦ ਅਲਾਣੀਆਂ ਦੇ ਨੇ, 4-5 ਦਿਨ ਉਹਨਾਂ ਵਾਸਤੇ ਤਾਂ ਅਸੀਂ ਦੇ ਵਾਸਤੇ ਕੱਢ ਲਾਂਗੇ। ਬਾਕੀ ਜਿਵੇਂ ਸੰਗਤਾਂ ਪੈਣਗੀਆਂ, ਰਾਗਮਾਲਾ ਬਾਰੇ ਜਿਹੜੀ ਵਿਚਾਰ ਭੈਣ ਨੇ ਕੀਤੀ ਉਹਦੇ ਬਾਰੇ ਅਸੀਂ ਆਉਣ ਵਾਲੇ ਟਾਈਮ 'ਚ ਕਰ ਲਾਂਗੇ। ਧੰਨਵਾਦ ਜੀ। ਠੀਕ ਹੈ ਜੀ, ਠੀਕ ਹੈ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਸਾਡੇ ਨਾਲ 3-4 ਜਣੇ ਹੋਰ ਜੁੜੇ ਆ ਜੀ। ਮੈਂ ਇਕੱਲੇ ਕੋ ਆਊਂਗਾ ਜੀ। ਮੈਂ ਬਲਦੀਸ਼ ਕੌਰ ਬਿਨਿੰਗ ਨੂੰ ਵੀ ਕਹਿਣਾ ਕਿ ਤੁਸੀਂ ਹੋਲਡ ਕਰਿਓ ਜੀ ਥੋੜੇ ਚਿਰ ਲਈ। ਸਾਡੇ ਨਾਲ ਪਹਿਲਾਂ ਹਰਵਿੰਦਰ ਕੌਰ ਆਪਣੇ ਹੈਗੇ ਆ ਜੀ ਦਿੱਲੀ ਵਾਲੇ, ਉਹਨਾਂ ਨੇ ਕੁਝ ਕਹਿਣਾ, ਤੇ ਉਹਦੇ ਬਾਅਦ ਦੇ ਵਿੱਚ ਮੈਂ ਅਰਵਿੰਦਰ ਸਿੰਘ ਨੈਂਦਰਾ ਦੇ ਕੋਲ ਆਊਂਗਾ। ਹਾਂਜੀ ਹਰਵਿੰਦਰ ਹਾਂਜੀ ਕੌਰ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ। ਤੇ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਪੂਰੇ ਆਨੰਦ ਸਾਹਿਬ ਦਾ ਬਹੁਤ ਅੱਛੀ ਵਿਆਖਿਆ ਹੋਈ ਹੈ, ਪਰ ਅੱਜ ਵਾਲੀ ਜਿਹੜੀ ਪੌੜੀ ਸੀ ਆਖਰੀ, ਉਹਦਾ ਕਾਫੀ ਮੈਨੂੰ ਕੰਸੈਪਟ ਕਲੀਅਰ ਨਹੀਂ ਸੀ, ਲੇਕਿਨ ਅੱਜ ਸੁਣ ਕੇ ਬੜਾ ਹੀ ਅੱਛਾ ਲੱਗਿਆ ਔਰ ਕਾਫੀ ਕੰਸੈਪਟ ਕਲੀਅਰ ਹੋ ਗਏ ਨੇ। ਗਿਆਨੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਰਵਿੰਦਰ ਸਿੰਘ ਨੈਂਦਰਾ ਜੀ। ਹਾਂਜੀ, ਮੈਂ ਵੈਸੇ ਇਹਨਾਂ ਹੀ ਕਹਿਣਾ ਸੀਗਾ ਕਿ ਮੈਨੂੰ ਤਾਂ ਇਹ ਸਮਝ ਪਈ ਕਿ ਜਿੱਦਾਂ ਆਪਾਂ ਅੱਗੇ ਜਪਜੀ ਪਾਠ ਵੀ ਆਪਾਂ ਉਹਦੀ ਵੀ ਵਿਆਖਿਆ ਕੀਤੀ, ਤੇ ਆਪਣਾ ਆਨੰਦ ਸਾਹਿਬ ਦੀ ਵੀ ਇੱਦਾਂ ਅੱਗੇ ਦਿਮਾਗ 'ਚ ਹੁੰਦਾ ਸੀ ਕਿ ਉਹਨਾਂ ਪੜ੍ਹੀ ਜਾਓ ਰਟਨ, ਜਿੱਦਾਂ ਤੋਤਾ ਰਟਨ ਕਹਿ ਦਿੰਦੇ ਮੇਰਾ ਖਿਆਲ। ਆਪਾਂ ਜਿੰਨਾ ਚਿਰ ਸਮਝ ਨਹੀਂ ਪੈਂਦੀ ਉਹਨਾਂ 'ਚ ਉਹਦਾ ਕੋਈ ਆਪਣੇ ਦਿਮਾਗ 'ਚ ਫਾਇਦਾ ਨਹੀਂ ਹੁੰਦਾ। ਤੇ ਬਾਕੀ ਜਿਹੜਾ ਇਹ ਆਪਾਂ 2 ਪੌੜੀਆਂ ਕੀਤੀਆਂ ਸੀ, ਮੇਰੇ ਖਿਆਲ ਹੈਗੀ ਇਹ ਨੇਤਰੋ ਮੇਰਿਓ, ਇਹ ਕਾਫੀ ਸੋਚਣ ਵਾਲੀ ਗੱਲ ਆ। ਤੇ ਦੂਜਾ ਹੈਗਾ ਇਹ ਕਿਹੜੀ ਸੀ ਦੂਜੀ ਹੈਗੀ ਆ, ਇਹ ਸ਼ਰਵਣੋ ਮੇਰਿਓ। ਇਹ ਚੀਜ਼ਾਂ ਨਾ ਆਪਣੇ ਅਪਲਾਈ ਕਰਾਂਗੇ ਤਾਂ ਫਿਰ ਹੀ ਸਾਨੂੰ ਬੜਾ ਫਾਇਦਾ ਹੋਏਗਾ ਮੇਰਾ ਖਿਆਲ ਹੈ। ਤੇ ਇੱਕ ਮੈਂ ਸਿਰਫ ਕਹਿਣਾ ਸੀ ਕਿ ਅਗਲਾ ਪ੍ਰੋਗਰਾਮ ਜਿਹੜਾ ਹੈਗਾ, ਮੈਂ ਚਾਹੁੰਦਾ ਸੀ ਕਿ ਗਿਆਨੀ ਜੀ ਸਾਨੂੰ ਦੱਸਣ ਕਿ ਕਿਹੜਾ ਸਾਨੂੰ ਬੈਸਟ ਰਹੇਗਾ ਅਗਲੀ ਬਾਣੀ ਕਰਨ ਦਾ, ਕਿਉਂਕਿ ਸੱਚੀ ਗੱਲ ਮੈਨੂੰ ਤਾਂ ਨਹੀਂ ਇਹਨਾਂ ਬਾਣੀ ਦਾ ਕੁਝ ਪਤਾ। ਸਾਡੇ ਟੀਚਰ ਜੇ ਦੱਸਣ ਸਾਨੂੰ ਕਿ ਤੁਹਾਨੂੰ ਕਿਹੜਾ ਬੈਸਟ ਰਹੇਗਾ ਹੁਣ ਅਗਲਾ ਕਰਨਾ, ਮੈਂ ਚਾਹੁੰਦਾ ਗਿਆਨੀ ਜੀ ਦੱਸਣ ਸਾਨੂੰ। ਠੀਕ ਹੈ ਜੀ, ਧੰਨਵਾਦ ਗਿਆਨੀ ਰਵਿੰਦਰ ਸਿੰਘ ਜੀ। ਧੰਨਵਾਦ। ਆਪ ਜੀ ਨੇ ਬੜੇ ਵਧੀਆ ਢੰਗ ਦੇ ਨਾਲ ਦੱਸਿਆ ਕਿ ਜੋ ਵੀ ਆਪ ਨੇ ਸਰਵਣ ਕੀਤਾ, ਜਿਵੇਂ ਇਹ ਨੇਤਰੋ ਮੇਰਿਓ ਜਾਂ ਇਸ ਸਰਵਣੋ ਮੇਰਿਓ। ਤੇ ਬਾਕੀ ਮੇਰੀ ਵੀ ਵਿਚਾਰ ਇਹ ਸੀ ਕਿ ਜਿਵੇਂ ਸੰਗਤਾਂ ਵੱਲੋਂ ਇਹ ਵਿਚਾਰ ਆਈ ਹੈ ਕਿ ਆਪਾਂ ਰਾਮਕਲੀ ਸੱਦ ਔਰ ਇਹ ਅਲਾਣੀਆਂ ਜਿਹੜੀਆਂ 5 ਸ਼ਬਦ ਨੇ, ਇਹਨਾਂ ਦੀ ਵਿਚਾਰ ਸੰਗਤਾਂ ਦੀ ਮੰਗ ਨੂੰ ਰੱਖਦੇ ਹੋਏ ਆਪਾਂ ਪਹਿਲੋਂ ਕਰ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਵਿਚਾਰ ਲਾਂਗੇ। ਬਾਕੀ ਜਿਵੇਂ ਸਾਰੀਆਂ ਸੰਗਤਾਂ ਕਹਿੰਦੇ। ਧੰਨਵਾਦ। ਠੀਕ ਹੈ ਜੀ, ਥੈਂਕ ਯੂ ਜੀ। ਪਹਿਲਾਂ ਕੁਲਦੀਪ ਕੌਰ ਤੇ ਉਹਦੇ ਬਾਅਦ ਦੇ ਵਿੱਚ ਬਲਦੀਸ਼ ਕੌਰ ਬਿਨਿੰਗ। ਕੁਲਦੀਪ ਕੌਰ ਜੀ ਪਹਿਲਾਂ। ਹਾਂਜੀ, ਮੈਂ ਤਾਂ ਇਹੀ ਕਹਿਣਾ ਸੀ ਕਿ ਜਿਸ ਤਰ੍ਹਾਂ ਗਿਆਨੀ ਜੀ ਨੇ ਕਿਹਾ ਕਿ ਜਿਹੜੀ ਸੱਦ ਦੀ ਤੇ ਅਲਾਣੀਆਂ ਆ ਉਹ ਤਾਂ ਜਲਦੀ ਹੋ ਜਾਣੀਆਂ, ਪਹਿਲਾਂ ਆਪਾਂ ਉਹ ਕਰਕੇ ਫਿਰ ਲੰਬੀ ਬਾਣੀ ਸ਼ੁਰੂ ਕੋਈ ਵੀ ਜਿਹੜੀ ਸੰਗਤਾਂ ਕਰਦੀਆਂ ਉਹ ਕਰ ਲਾਂਗੇ। ਧੰਨਵਾਦ ਜੀ। ਤੇ ਬਲਦੀਸ਼ ਕੌਰ ਬਿਨਿੰਗ ਜੀ। ਬਲਦੀਸ਼ ਕੌਰ ਜੀ ਅਨਮਿਊਟ ਹੋ ਜਾਓ ਜੀ ਤੁਸੀਂ। ਹਾਂਜੀ, ਤੁਸੀਂ ਗੱਲ ਕਰੋ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਤਲੋਚਨ ਸਿੰਘ। ਹਾਂਜੀ, ਮੈਂ ਤਾਂ ਤੁਹਾਨੂੰ ਇਹ ਕਰਨੀ ਆ ਵੀ ਗਿਆਨੀ ਜੀ ਉਹਨਾਂ ਨੂੰ ਬਹੁਤ ਸੋਹਣੀ ਵਿਆਖਿਆ ਕਰਕੇ ਦੱਸੀ ਆ। ਥੈਂਕ ਯੂ ਜੀ। ਸੁਣਦੇ ਵੀ ਆਏ ਆ। ਮੈਂ ਗਿਆਨੀ ਜੀ ਨੂੰ ਵੀ ਕਹਿੰਦੀ ਆ ਵੀ ਉਹਨਾਂ ਨੂੰ ਜਿੰਨਾ ਉਹਨਾਂ ਨੇ ਮਹਾਰਾਜ ਨੇ ਸੱਤਿਆ ਦਿੱਤੀ, ਉਹਨੇ ਆਪਣੇ ਵਿਚਾਰ ਆਪਣੇ ਅਕਲ ਦੇ ਨਾਲ ਕੀਤੀ ਆ। ਆਪਾਂ ਨੂੰ ਸਾਰਿਆਂ ਨੂੰ ਹੀ ਬਹੁਤ ਚੰਗੀ ਲੱਗੀ ਆ। ਥੈਂਕ ਯੂ ਜੀ ਤੁਹਾਡਾ। ਜਿਹੜੀਆਂ ਚੀਜ਼ਾਂ ਮੈਂ ਉਦਾਂ ਅੱਗੇ ਵੀ ਦੱਸਿਆ ਸੀਗਾ ਵੀ ਚਲੋ ਜੇ ਦੱਖਣੀ ਓਂਕਾਰ ਦੀ ਕਰ ਸਕਦੇ ਹੋ ਕਥਾ ਤਾਂ ਤੁਸੀਂ ਉਹ ਕਰ ਸਕਦੇ ਆ। ਠੀਕ ਹੈ ਭੈਣ ਜੀ, ਆਪਾਂ ਨੋਟ ਕਰ ਲਈਏ ਵੀ। ਹਾਂਜੀ ਹਾਂਜੀ। ਤੇ ਬਾਕੀ ਮੈਂ ਗਿਆਨੀ ਜੀ ਹੁਣਾਂ ਨਾਲ 2 ਮਿੰਟ ਗੱਲ ਕਰਨੀ ਆ। ਗਿਆਨੀ ਜੀ, ਮੈਂ ਤੁਹਾਡੀ ਸਾਰੀ ਵਿਚਾਰ ਆਸਾ ਦੀ ਵਾਰ ਦੀ ਵੀ, ਜਪਜੀ ਸਾਹਿਬ ਦੀ ਵੀ, ਆਨੰਦ ਸਾਹਿਬ ਦੀ ਵੀ, ਮੈਂ ਸਾਰੀ ਬਾਣੀ ਤੁਹਾਡੀ ਬਹੁਤ ਆਪਣੇ ਲਾਗੇ ਬਾਣੀ ਦੇ ਮੈਂ ਰਹਿ ਕੇ ਸੁਣਦੀ ਹਾਂ ਬਾਣੀ। ਮੈਂ 4-5 ਘੰਟੇ ਮੈਂ ਬਾਣੀ ਸਵੇਰ ਨੂੰ ਰੋਜ਼ ਸੁਣਦੀ ਹਾਂ। ਅੱਗੇ ਮੈਂ ਆਪ ਕਰਦੀ ਸੀ ਪਰ ਹੁਣ ਮੇਰੇ ਤੋਂ ਕਰ ਨਹੀਂ ਹੁੰਦੀ, ਪਰ ਮੈਂ ਸੁਣਦੀ ਜ਼ਰੂਰ ਹਾਂ 4-5 ਘੰਟੇ। ਪਰ ਮੈਂ ਇੰਨਾ ਜ਼ਰੂਰ ਸੋਚਦੀ ਹਾਂ ਵੀ ਜਿੱਦਾਂ ਮੈਂ ਸੁਣਦੀ ਹਾਂ, ਤੁਸੀਂ ਕਹਿੰਦੇ ਆ ਜਿੱਦਾਂ ਚੰਗੇ ਕੰਮ ਕਰੋ ਤਾਂ ਸੁੱਖ ਆ, ਮਾੜੇ ਕੰਮ ਕਰੋ ਤਾਂ ਦੁੱਖ ਆ। ਮੈਨੂੰ ਇਸ ਗੱਲ ਦੀ ਸਮਝ ਨਹੀਂ ਬਹੁਤੀ ਲੱਗਦੀ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਗਿਆਨੀ ਜੀ ਅੱਜ ਤੱਕ ਕੋਈ ਵੀ ਮਾੜੀ ਗੱਲ ਕੀਤੀ ਨਹੀਂ, ਕਿਸੇ ਦੇ ਬਾਰੇ ਗਲਤ ਸੋਚਿਆ ਨਹੀਂ, ਗਲਤ ਕਿਸੇ ਨੂੰ ਸਲਾਹ ਨਹੀਂ ਦਿੱਤੀ, ਕਿਸੇ ਨਿਆਣੇ ਨੇ ਵੀ। ਮੈਂ ਕਦੀ ਵੀ
ਆਪਣੇ ਨਿਆਣਿਆਂ ਨੂੰ ਛੱਡ ਕੇ ਮੈਂ ਕਦੀ ਵੀ ਦੂਸਰੇ ਨਿਆਣਿਆਂ ਨੂੰ ਵੀ ਨਹੀਂ ਖਿੱਚ ਕੇ ਕੋਈ ਗੱਲ ਕੀਤੀ। ਪਰ ਮੈਂ ਸੋਚਦੀ ਹਾਂ ਵੀ ਮੇਰੇ ਲਈ ਇੰਨਾ ਦੁੱਖ ਕਿਉਂ ਆਉਂਦਾ। ਫਿਰ ਮੈਂ ਤੁਹਾਡੀ ਗੱਲ ਦੇ ਨਾਲ ਵਿਚਾਰ ਕਰਦੀ ਹਾਂ, ਪਰ ਮੈਂ ਦੁੱਖ ਸੁੱਖ ਦੇ ਮੈਂ ਪਰਮਾਤਮਾ ਤੇ ਛੱਡ ਕੇ ਆਪਣਾ ਟਾਈਮ ਲੰਘਾਉਂਦੀ ਹਾਂ। ਮੈਨੂੰ ਕੋਈ ਰੋਸ ਨਹੀਂ ਹੈਗਾ ਇਸ ਗੱਲ ਦਾ, ਪਰ ਮੈਂ ਤੁਹਾਡੇ ਵਿਚਾਰ ਦੇ ਨਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਵੀ ਇਹ ਵੀ ਏਦਾਂ ਕਾਹਤੇ ਹੋਊਗਾ। ਹਾਂ ਭੈਣ, ਇਸ ਤਰ੍ਹਾਂ ਹੁੰਦਾ ਨਾ, ਹੁਣ ਮੈਨੂੰ ਪਤਾ ਨਹੀਂ ਵੀ ਤੁਹਾਡੇ ਜਿਹੜੇ ਜੀਵਨ ਦੇ ਵਿੱਚ ਦੁੱਖ ਨੇ ਉਹ ਕਿਸ ਟਾਈਪ ਦੇ ਨੇ ਜਾਂ ਕਿਸ ਟਾਈਪ ਤੇ ਤੁਸੀਂ ਦੁੱਖਾਂ ਦੀ ਗੱਲ ਕਰ ਰਹੇ ਹੋ। ਕੁਛ ਜਿਵੇਂ ਸਰੀਰਕ ਪ੍ਰੋਬਲਮਸ ਨੇ, ਜਿਵੇਂ ਕਿਸੇ ਨੂੰ ਕੋਈ ਬਿਮਾਰੀ ਹੋ ਗਈ, ਸ਼ੂਗਰ ਹੋ ਗਈ ਜਾਂ ਕੋਈ ਵੀ ਬਿਮਾਰੀ ਲੱਗ ਗਈ, ਤਾਂ ਉਹਦੇ ਵਿੱਚ ਇਹਦੇ ਬਾਰੇ ਤਾਂ ਜ਼ਿਆਦਾ ਤਾਂ ਡਾਕਟਰ ਦੱਸ ਸਕਦੇ ਨੇ, ਲੇਕਿਨ ਉਹਦੇ ਵਿੱਚ ਕਈ ਵਾਰੀ ਅਸੀਂ ਕਸਰਤ ਨਹੀਂ ਕੀਤੀ ਹੁੰਦੀ ਜਾਂ ਖੁਰਾਕ ਸਹੀ ਨਹੀਂ ਲਈ ਹੁੰਦੀ ਜਾਂ ਸਾਡੇ ਅੰਦਰ ਕੋਈ ਜੈਨੇਟਿਕ ਚੀਜ਼ਾਂ ਆ ਜਾਂਦੀਆਂ ਨੇ, ਤਾਂ ਉਹ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੋਈ ਹੁੰਦੀ ਹੈ, ਤਾਂ ਉਸ ਨੂੰ ਅਸੀਂ ਰੱਬ ਦੀ ਰਜ਼ਾ ਪਾਣਾ ਕਹਿੰਦੇ ਹਾਂ। ਦੂਜਾ ਹੋ ਜਾਂਦਾ ਕਈ ਵਾਰੀ ਪਰਿਵਾਰਕ ਤੌਰ ਤੇ ਕਲ ਕਲੇਸ਼ ਆ ਜਾਂਦਾ, ਜਿਵੇਂ ਆਪ ਤਾਂ ਬੰਦੇ ਦਾ ਸੁਭਾਅ ਬਹੁਤ ਚੰਗਾ ਹੁੰਦਾ ਹੈ, ਸਪੋਜ਼ ਕਿ ਮੇਰਾ ਸੁਭਾਅ ਹੀ ਠੀਕ ਸਮਝ ਲਓ ਤੁਸੀਂ, ਲੇਕਿਨ ਮੇਰੀ ਸਾਰੀ ਜ਼ਿੰਦਗੀ ਮੇਰੀ ਘਰ ਵਾਲੀ ਨਾਲ ਨਹੀਂ ਬਣੀ ਜਾਂ ਬੱਚਿਆਂ ਦੇ ਨਾਲ ਨਹੀਂ ਬਣੀ ਜਾਂ ਕਿਸ ਤਰ੍ਹਾਂ, ਤਾਂ ਇਹਦਾ ਮਤਲਬ ਇਹ ਹੈਗਾ ਕਿ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਦਾ ਸੁਭਾਅ ਗਲਤ ਸੀ, ਤੇ ਉਸ ਗਲਤ ਸੁਭਾਅ ਕਰਕੇ ਤਾਂ ਜੇ ਮੇਰੇ ਬੱਚੇ ਮੰਨ ਲਓ ਮੇਰੇ ਤੋਂ ਦੂਰ ਚਲੇ ਗਏ, ਤਾਂ ਇਟ ਮੀਨਸ ਕਿ ਮੈਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਮੇਰੇ ਪਾਲਣ ਪੋਸ਼ਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਸੀ, ਉਹਦੇ ਕਰਕੇ ਆ ਗਈ। ਤੇ ਜੇ ਬੌਧਿਕ ਤੌਰ ਤੇ ਅਸੀਂ ਗਿਆਨ ਹਾਸਲ ਨਹੀਂ ਕਰ ਸਕੇ, ਤਾਂ ਇਟ ਮੀਨਸ ਕਿ ਅਸੀਂ ਉਹ ਜਿਹੜਾ ਸਿਸਟਮ ਸੀ ਬੌਧਿਕ ਵਾਲਾ, ਉਹਨੂੰ ਅਸੀਂ ਫੋਲੋ ਨਹੀਂ ਕੀਤਾ, ਤਾਂ ਕਿਤੇ ਨਾ ਕੋਈ ਪ੍ਰੋਬਲਮ ਐਸੀ ਆਈ ਹੁੰਦੀ ਹੈ ਜਿਹੜੀ ਸਾਡੀ ਸਮਝ ਵਿੱਚ ਨਹੀਂ ਹੁੰਦੀ, ਉਹਦੇ ਕਰਕੇ ਇਸ ਤਰ੍ਹਾਂ ਹੋ ਜਾਂਦਾ ਜੋ ਮੈਨੂੰ ਸਮਝ ਪੈਂਦਾ। ਠੀਕ ਹੈ ਨਾ, ਬਾਕੀ ਜ਼ਿਆਦਾ ਤਾਂ ਹੁਣ ਮੈਂ ਐਕਸਪਲੇਨ ਨਹੀਂ ਕਰ ਪਾਵਾਂਗਾ ਕਿਉਂਕਿ ਪਤਾ ਨਹੀਂ ਤੁਸੀਂ ਕਿਸ ਟਾਈਪ ਕਿਸ ਦੁੱਖ। ਮੈਂ ਇਸ ਗੱਲ ਦੀ ਗੱਲ ਕਰਦੀ ਗਿਆਨੀ ਜੀ, ਮੈਂ ਦੁੱਖ ਸੁੱਖ ਆਪਣੇ ਸਰੀਰ ਦੇ ਨਾਲ ਸਮਝਦੀ ਹਾਂ। ਮੈਨੂੰ ਕੋਈ ਵੀ ਦੁੱਖ ਨਹੀਂ ਹੈਗਾ ਮੇਰੇ ਘਰਦਿਆਂ ਵੱਲੋਂ, ਮੇਰੇ ਬੀਬੀ ਜੀ ਭਾਈਆ ਜੀ ਹੁਣੀ, ਮੇਰੇ ਭੈਣ ਜੀ ਭਾਜੀ ਉਹਨਾਂ ਵੱਲੋਂ, ਜੇਠ ਜਹਾਨੀ ਉਹਨਾਂ ਵੱਲੋਂ, ਮੇਰੇ ਨਿਆਣਿਆਂ ਵੱਲੋਂ, ਮੇਰੇ ਆਦਮੀ ਵੱਲੋਂ, ਮੈਨੂੰ ਕੋਈ ਵੀ ਦੁੱਖ ਨਹੀਂ ਹੈਗਾ। ਇਸ ਵੇਲੇ ਮੇਰੇ ਕੋਲ ਸਾਰੇ ਸੁੱਖ ਆ, ਕਿਸੇ ਚੀਜ਼ ਦੀ ਵੀ ਤਕਲੀਫ ਨਹੀਂ ਮੈਨੂੰ। ਮੇਰੇ ਗਾਹਾਂ ਨਿਆਣੇ ਵੀ, ਦੋਤੇ ਦੋਤੀਆਂ ਵੀ ਆ, ਸਾਰੇ ਉਹ ਮੇਰੇ ਨਾਲ ਬਹੁਤ ਪਿਆਰ ਕਰਦੇ, ਕਿਸੇ ਵੀ ਚੀਜ਼ ਦੀ ਮੈਨੂੰ ਤਕਲੀਫ ਨਹੀਂ। ਪਾਠ ਕਰਦੇ ਆ ਸਾਰੇ, ਮੇਰੇ ਕਹੇ ਲੱਗਦੇ ਆ, ਮੈਨੂੰ ਕਿਸੇ ਵੀ ਚੀਜ਼ ਦੀ ਤਕਲੀਫ ਨਹੀਂ। ਬਸ ਮੇਰੇ ਸਰੀਰ ਨੂੰ ਤਕਲੀਫ ਆ, ਮੇਰੇ ਬਿਮਾਰੀਆਂ ਦੀ ਤਕਲੀਫ ਆ, ਮੇਰੇ 15-16 ਆਪਰੇਸ਼ਨ ਹੋਏ ਆ, ਮੈਨੂੰ ਹੋਰ ਕਈ ਬਿਮਾਰੀਆਂ ਬਹੁਤ ਜ਼ਿਆਦੀਆਂ, ਉਹਨਾਂ ਕਰਕੇ ਮੈਂ ਇਹ ਪੁੱਛਦੀ ਹਾਂ ਤੁਹਾਨੂੰ, ਹੋਰ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਕਿਸੇ ਵੱਲੋਂ। ਸਰੀਰਕ ਤੌਰ ਤੇ ਪ੍ਰੋਬਲਮ ਹੈ, ਉਹ ਸਾਡੇ ਸਿਸਟਮ ਦੇ ਅੰਦਰ ਕੋਈ ਨਾ ਕੋਈ ਫਰਕ ਆਇਆ ਹੁੰਦਾ, ਉਹਦਾ ਸਾਡੇ ਕਰਮਾਂ ਦੇ ਨਾਲ ਕੋਈ ਬਹੁਤਾ ਨਹੀਂ ਹੁੰਦਾ, ਕਿਉਂਕਿ ਸਰੀਰਕ ਜਿਹੜੇ ਰੋਗ ਨੇ ਉਹ ਸਰੀਰ ਦੇ ਨਾਲ ਕਈ ਵਾਰ ਨਾ ਜੈਨੇਟਿਕ ਆ ਜਾਂਦੇ ਨੇ, ਜਿਵੇਂ ਸਾਡੇ ਵਿੱਚ ਮਤਲਬ ਕੋਈ ਬਜ਼ੁਰਗਾਂ ਨੂੰ ਕੋਈ ਹੋਇਆ, ਜਾਂ ਮਤਲਬ ਖਾਣ ਪੀਣ ਤੋਂ ਕੋਈ ਪ੍ਰੋਬਲਮ ਹੋ ਗਈ, ਜਾਂ ਸਾਡੇ ਸਰੀਰ ਦੇ ਅੰਦਰ ਕੋਈ ਪ੍ਰੋਬਲਮ ਆ ਗਈ, ਇਹਦੇ ਵਾਸਤੇ ਕੋਈ ਡਾਕਟਰ ਜ਼ਿਆਦਾ ਢੰਗ ਦੇ ਨਾਲ ਐਕਸਪਲੇਨ ਕਰ ਸਕਦਾ। ਇਹਦੇ ਨਾਲ ਸਾਡੇ ਪਿਛਲੇ ਅਗਲੇ ਕਰਮਾਂ ਦਾ ਕੋਈ ਸੰਬੰਧ ਨਹੀਂ, ਸਿਰਫ ਸਾਡੇ ਸਰੀਰਕ ਜਿਹੜੇ ਸਾਡਾ ਸਿੰਪਟਮ ਨੇ, ਸਿਸਟਮ ਹੈ, ਉਹਦੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਹੈ, ਇਸ ਕਰਕੇ ਉਹ ਆ ਜਾਂਦੇ ਨੇ। ਤਾਂ ਜਿਹੜਾ ਗੁਰਮੁਖ ਬੰਦਾ ਹੁੰਦਾ ਹੈ, ਉਹ ਆਪਣੇ ਸਿਸਟਮ ਨੂੰ ਸਮਝਦਿਆਂ ਹੋਇਆਂ, ਇਹਨਾਂ ਦੁੱਖਾਂ ਨੂੰ ਮਹਿਸੂਸ ਨਾ ਕਰਦਾ ਹੋਇਆ ਸੱਚ ਦਾ ਜਿਹੜਾ ਸਾਥ ਨਹੀਂ ਛੱਡਦਾ। ਤੇ ਇਹੋ ਜਿਹੇ ਜਿਹੜੇ ਸਰੀਰਕ ਪ੍ਰੋਬਲਮ ਨੇ, ਦੇਖੋ 8ਵੇਂ ਪਾਤਸ਼ਾਹ ਸਨ ਤੇ ਉਹਨਾਂ ਨੂੰ ਜਿਵੇਂ ਚੇਚਕ ਹੋਇਆ, ਜਾਂ ਹੋਰ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਇਹੋ ਜਿਹੇ ਸਰੀਰਕ ਪ੍ਰੋਬਲਮਸ ਤਾਂ ਆਉਂਦੀਆਂ ਰਹਿੰਦੀਆਂ ਨੇ ਸਿਸਟਮ ਨੂੰ। ਨਹੀਂ, ਮੈਨੂੰ ਭਰਦਿਆਂ ਨਹੀਂ ਜੀ, ਏਦਾਂ ਨਹੀਂ ਹੈਗਾ। ਮੈਂ ਆਪਣੇ ਗੁਰੂ ਦੇ ਨਾਲ ਹਰ ਵੇਲੇ ਰਹਿੰਦੀ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੂੰ ਮੱਥਾ ਨਹੀਂ ਟੇਕਦੀ। ਹਾਂ, ਬਸ ਭੈਣ ਇਹੋ ਜਿਹੇ ਤੁਸੀਂ ਮਤਾਸ਼ੇ ਅਨੁਸਾਰ ਜ਼ਿੰਦਗੀ ਜੀਵੀ ਜਾਓ ਔਰ ਪੋਜ਼ਿਟਿਵ ਸੋਚੋ, ਤੇ ਇਹਦੇ ਵਿੱਚ ਹੀ ਖੁਸ਼ੀ ਹੈ। ਠੀਕ ਹੈ, ਧੰਨਵਾਦ। ਠੀਕ ਹੈ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਜੀ ਮਨੀਸ਼ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕਿਸੇ? ਹਾਂ, ਸਾਡੇ ਘਰੋਂ ਜੀ ਦਵਿੰਦਰ ਕੌਰ, ਉਹਨਾਂ ਨੇ ਵੀ ਕੁਝ ਕਹਿਣਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਬਾਕੀ ਸੰਗਤਾਂ ਨੂੰ ਵੀ, ਬਾਕੀ ਗਿਆਨੀ ਜੀ, ਜਿੱਦਾਂ ਆਪਾਂ ਨੇ ਪਹਿਲਾਂ ਆਸਾ ਦੀ ਵਾਰ ਤੇ ਫਿਰ ਜਪਜੀ ਸਾਹਿਬ ਦੀ ਤੇ ਹੁਣ ਆਨੰਦ ਸਾਹਿਬ ਦੀ ਸਾਰੀ ਕਥਾ ਸੁਣੀ ਆ। ਜਿੱਦਾਂ ਇੱਕ ਪਹਿਲਾਂ ਭੈਣ ਜੀ ਵੀ ਕਹਿ ਕੇ ਗਏ ਸੀਗੇ ਕਿ ਮਤਲਬ ਇਹ ਨਾ ਆਨੰਦ ਸਾਹਿਬ ਦੀ ਬਾਣੀ ਦੇ ਵਿੱਚੋਂ ਜਿਹੜੀਆਂ ਮੈਨੂੰ ਗੱਲਾਂ ਲੱਗੀਆਂ ਉਹ ਇਹ ਆ ਕਿ ਇੱਕ ਜਿਹੜਾ ਤੁਸੀਂ ਅੰਗ ਸੰਗ ਦੀ ਗੱਲ ਕੀਤੀ ਕਿ ਗੁਰੂ ਅੰਗ ਸੰਗ ਤੁਹਾਡੇ ਕਿੱਦਾਂ ਹੋ ਕੇ ਤੁਹਾਡੇ ਨਾਲ ਵਰਤਦਾ ਆ, ਤੁਸੀਂ ਜੇ ਆਪਣੇ ਅੱਖਾਂ ਦੇ ਨਾਲ ਸੱਚ ਦੇਖਦੇ ਆ ਤੇ ਇਹਦਾ ਮਤਲਬ ਤੁਸੀਂ ਉਸ ਪਰਮਾਤਮਾ ਦੇ ਵਿੱਚ ਜੀ ਰਹੇ, ਉਹਦੇ ਨਾਲ ਦੇਖ ਰਹੇ ਆ, ਉਸ ਨਿਗਾਹ ਦੇ ਨਾਲ ਦੇਖ ਰਹੇ ਆ। ਇਹ ਮੈਨੂੰ ਬਹੁਤ ਚੰਗਾ ਲੱਗਿਆ ਸੀ ਜੀ।
ਤੇ ਦੂਸਰਾ ਜਿਹੜਾ ਤੁਸੀਂ ਕੁਟੰਬ ਦੇ ਬਾਰੇ ਦੱਸਿਆ ਸੀ, ਕਿਉਂਕਿ ਜਦੋਂ ਵੀ ਆਨੰਦ ਸਾਹਿਬ ਦਾ ਪਾਠ ਕੀ ਲਿਖਿਆ ਸਹੀ ਹੋਇਆ ਨਾ। ਇੱਕ ਮਿੰਟ ਜੀ, ਚਲੋ ਕਰੋ ਗੱਲ, ਸੌਰੀ, ਕਰੋ ਗੱਲ। ਕੁਟੰਬ ਦੇ ਬਾਰੇ ਸੀਗਾ। ਹਾਂਜੀ, ਉਹਦਾ ਮੈਨੂੰ ਬਹੁਤ ਚੰਗਾ ਲੱਗਿਆ, ਕਿਉਂਕਿ ਮੈਂ ਜਦੋਂ ਵੀ ਕੁਟੰਬ ਤੇ ਆਉਂਦੀ ਹੁੰਦੀ ਸੀ ਤਾਂ ਉਦੋਂ ਮੇਰੇ ਦਿਮਾਗ ਵਿੱਚ ਇਹ ਗੱਲ ਆਉਂਦੀ ਸੀ ਕਿ ਕੁਟੰਬ ਇੱਕ ਪਰਿਵਾਰ ਆ। ਤਾਂ ਹੁਣ ਸਾਡੇ ਅੱਗੇ ਬੱਚੇ ਆਵੇ, ਅਸੀਂ ਉਹਨਾਂ ਦੇ ਨਾਲ ਬਹੁਤ ਮੋਹ ਪਿਆਰ ਕਰਦੇ ਹਾਂ, ਪਰ ਉਹ ਜਿਹੜੀ ਤੁਸੀਂ ਐਕਸਪਲੇਨੇਸ਼ਨ ਦਿੱਤੀ ਆ ਉਹ ਬਹੁਤ ਗੁੱਡ ਸੀ, ਬਹੁਤ ਮਤਲਬ ਉਹ ਨਵੀਂ ਚੀਜ਼ ਸੀਗੀ ਮੇਰੇ ਵਾਸਤੇ। ਜਿਹੜੀ 10 ਮਿੰਟ ਦੀ ਤੁਸੀਂ ਇੱਕ ਮਿੰਟ, ਇੱਕ ਸਕਿੰਟ ਠਹਿਰ ਜੀ। ਨੀਨਾ ਜੀ, ਭਾਈ ਸਾਹਿਬ ਜੀ, ਇੱਕ ਮਿੰਟ ਤੁਸੀਂ ਚੁੱਪ ਰਹੋ ਜੀ, ਕਿਉਂਕਿ ਗੱਲ ਹੋ ਰਹੀ ਆ। ਥੋੜਾ ਜਿਹਾ ਪਲੀਜ਼, ਇੱਥੋਂ ਨੋਇਜ਼ ਆ ਰਹੀ ਆ, ਮੈਂ ਮਿਊਟ ਨਹੀਂ ਕਰਨਾ ਚਾਹੁੰਦਾ ਤੁਹਾਨੂੰ, ਤੇ ਗੱਲ ਕਰ ਲੈਣ ਦਿਓ। ਥੈਂਕ ਯੂ ਜੀ। ਹਾਂ ਕਰੋ। ਹਾਂ ਦਵਿੰਦਰ ਭੈਣ ਹੁਣ ਬੋਲੋ। ਹਾਂਜੀ, ਬਸ ਇਹੀ ਮਤਲਬ 3 ਚੀਜ਼ਾਂ। ਬਾਕੀ ਜਿਹੜੀ ਤੁਸੀਂ ਜਿਹੜੀ ਮੇਨ ਤੁਸੀਂ ਪਹਿਲਾਂ ਹੀ ਸਮਝਾਤੀ ਹੋ ਜਪਜੀ ਸਾਹਿਬ ਦੇ ਵਿੱਚੋਂ, ਉਹਨੇ ਜਿੱਦਾਂ ਬਿਲਕੁਲ ਭਰਮ ਸਭ ਕੱਟ ਦਿੱਤੇ ਆ ਜੀ। ਕਿਉਂਕਿ ਜੇ ਹੁਣ ਵਿਚਾਰ ਕੋਈ ਆਉਂਦਾ ਵੀ ਆ ਨਾ ਮਨ ਦੇ ਵਿੱਚ ਕਿ ਕੋਈ ਕਰਮਾਂ ਬਾਰੇ ਜਾਂ ਕੋਈ ਮਤਲਬ ਜਿਹੜੀ ਡੇਲੀ ਬੇਸ ਦੇ ਉੱਤੇ ਕੋਈ ਗੁਰਬਾਣੀ ਕਿਤੇ ਤੁਸੀਂ ਸ਼ਬਦ ਪੜ੍ਹਦੇ ਆ ਤਾਂ ਉਹਦੇ ਵਿੱਚ ਕੋਈ ਵਿਚਾਰ ਆਉਂਦੀ ਆ ਕਿ ਜਿੱਥੇ ਇਹ ਮੋੜ ਜਿਹਾ ਆਉਂਦਾ ਆ ਕਿ ਮਤਲਬ ਮਹਾਰਾਜ ਨੇ ਮਤਲਬ ਬਾਣੀ ਦੇ ਵਿੱਚ ਜਿੱਦਾਂ ਜਿਹੜੀ ਕਈ ਗੱਲਾਂ ਹੈਗੀਆਂ ਉਹ ਸਾਡੇ ਵਾਸਤੇ ਬਹੁਤ ਕਨਫਿਊਜ਼ਿੰਗ ਆ। ਤੇ ਫਿਰ ਉੱਥੇ ਏਦਾਂ ਲੱਗਦਾ ਕਿ ਮਹਾਰਾਜ ਨੇ ਏਦਾਂ ਕਿਉਂ ਕਿਹਾ, ਪਰ ਹੁਣ ਪਤਾ ਲੱਗਦਾ ਆ ਕਿ ਨਹੀਂ, ਜਿਹੜੀ ਜਪਜੀ ਸਾਹਿਬ ਦਾ ਮੂਲ ਮੰਤਰ ਆ ਨਾ ਉਹੀ ਸਭ ਕੁਛ ਆ। ਜੋ ਤੁਸੀਂ ਐਕਸਪਲੇਨ ਕੀਤਾ ਆ ਨਾ, ਇਹ ਬਹੁਤ ਸ਼ਲਾਘਾਯੋਗ ਆ। ਤੁਹਾਡਾ ਬਹੁਤ ਥੈਂਕ ਯੂ ਆ ਨਵੀਂ ਸੋਚ ਦੇਣ ਦੇ ਵਾਸਤੇ। ਥੈਂਕ ਯੂ। ਧੰਨਵਾਦ ਮੇਰੀ ਭੈਣ। ਆਪ ਜੀ ਨੇ ਸਾਰੀ ਜਪਜੀ ਸਾਹਿਬ ਜਾਂ ਸਦੀਵਾਰ ਆਨੰਦ ਸਾਹਿਬ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਔਰ ਉਹਦੇ ਵਿੱਚੋਂ ਬਹੁਤ ਸਾਰੇ ਪੁਆਇੰਟ ਨੋਟ ਕੀਤੇ ਨੇ ਔਰ ਆਪਣੇ ਵਿਊਜ਼ ਤੁਸੀਂ ਦਿੱਤੇ। ਆਪ ਜੀ ਦਾ ਬਹੁਤ ਧੰਨਵਾਦ। ਤੇ ਹੋਰ ਵੀ ਜਿੰਨਾ ਵੀਰਾਂ ਭੈਣਾਂ ਨੇ ਵਿਊਜ਼ ਦਿੱਤੇ ਨੇ ਉਹਨਾਂ ਦਾ ਧੰਨਵਾਦ। ਤਾਂ ਅੱਗੋਂ ਵੀ ਜ਼ਰੂਰ। ਹਾਂਜੀ, ਕੋਈ ਨਹੀਂ ਜੀ। ਸਾਡੇ ਨਾਲ 2 ਜਣੇ ਹੋਰ ਹੈਗੇ ਜੀ। ਆਪਣੇ ਪਹਿਲਾਂ ਨੀਨਾ ਜੀ ਹੈ ਤੇ ਉਹਦੇ ਬਾਅਦ ਭਾਈ ਸਾਹਿਬ ਅਵਤਾਰ ਸਿੰਘ ਜੀ ਹੈ ਜੀ। ਨੀਨਾ ਜੀ, ਤੁਸੀਂ ਕੀ ਕਹਿਣਾ? ਹਾਂਜੀ, ਮੈਂ ਭਾਈ ਸਾਹਿਬ ਦਾ ਕੀ ਕਹਿੰਦੇ ਹੁੰਦੇ ਆ, ਅੰਦਰੋਂ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਮੇਰੀ ਮੈਚਿਓਰ ਏਜ ਦੇ ਵਿੱਚ ਆ ਕੇ ਮੈਨੂੰ ਉਹਨਾਂ ਨੇ ਇੰਨਾ ਕੁਝ ਸਿਖਾਇਆ ਹੈ। ਪਰ ਇੱਕ ਗੱਲ ਜਿਹੜੀ ਹੈਗੀ ਹੈ ਉਹ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਹ ਜਿਹੜੇ ਸਿੰਪਲ ਲਿਵਿੰਗ ਤੇ ਸਿੰਪਲ ਈਟਿੰਗ ਤੇ ਸਿੰਪਲ ਐਵਰੀਥਿੰਗ, ਇਹ ਜ਼ਰੂਰੀ ਹੈਗਾ? ਹਾਂਜੀ, ਇਹ ਸਿੰਪਲ ਲਿਵਿੰਗ ਕਿ ਤੁਸੀਂ ਸਿੰਪਲ ਕੱਪੜੇ ਪਾਓ ਜਾਂ ਸਿੰਪਲ ਖਾਣਾ ਖਾਓ ਜਾਂ ਸਿੰਪਲ ਲਾਈਫ ਲੀਡ ਕਰੋ, ਇਹ ਜ਼ਰੂਰੀ ਹੈ? ਅਗਰ ਤੁਸੀਂ ਸਾਰਾ ਕੁਝ ਠੀਕ ਕਰ ਰਹੇ ਹੋ, ਤੁਸੀਂ ਕਿਸੇ ਨੂੰ ਦੁੱਖ ਨਹੀਂ ਦੇ ਰਹੇ, ਕੋਈ ਬੇਈਮਾਨੀ ਨਹੀਂ ਕਰ ਰਹੇ, ਤੁਸੀਂ ਆਪਣੇ ਹਾਰਡ ਵਰਕ ਕਰ ਰਹੇ ਹੋ, ਆਪਣੀ ਫੈਮਿਲੀ ਨੂੰ ਤੁਸੀਂ ਤਵੱਜੋ ਦੇ ਰਹੇ ਹੋ, ਉਹਨਾਂ ਨੂੰ ਐਜੂਕੇਟ ਕਰ ਰਹੇ ਹੋ, ਤੇ ਫਿਰ ਅਗਰ ਤੁਸੀਂ ਪਹਿਨਾਵਾ ਤੁਹਾਡਾ ਅਗਰ ਠੀਕ ਨਹੀਂ ਹੈਗਾ ਕਿ ਤੁਸੀਂ ਵਾਲ ਕੱਟੇ ਹੋਏ ਹੈ ਜਾਂ ਤੁਹਾਡਾ ਖਾਣਾ ਪੀਣਾ ਜਿਹੜਾ ਹੈਗਾ ਉਹ ਜ਼ਰੂਰੀ ਹੈਗਾ? ਨਹੀਂ ਭੈਣ, ਮੈਂ ਤੇ ਇਹਦੇ ਬਾਰੇ ਗੱਲ ਨਹੀਂ ਕੀਤੀ। ਜਿਹੜੀਆਂ ਮੈਂ ਆਸਾਵਾਂ ਕਹੀਆਂ ਸਨ, ਦੇਖੋ ਕੁਛ ਇਹ ਚੀਜ਼ ਨੂੰ ਨਾ ਆਪਾਂ ਥੋੜਾ ਜਿਹਾ ਅੰਡਰਸਟੈਂਡ ਕਰਨਾ। ਕੁਛ ਸਾਡੀਆਂ ਨੇ ਲੋੜਾਂ, ਕੁਛ ਨੇ ਆਸਾਵਾਂ ਜਾਂ ਤ੍ਰਿਸ਼ਨਾਵਾਂ ਨਾ। ਤਾਂ ਖਾਣਾ ਪੀਣਾ ਸਾਡੀ ਜ਼ਰੂਰਤ ਹੈਗੀ ਹੈ ਨਾ, ਲੋੜ ਹੈਗੀ ਹੈ, ਤੇ ਉਹ ਹਰ ਇੱਕ ਦੀ ਪੂਰੀ ਹੋਣੀ ਚਾਹੀਦੀ ਹੈ, ਹਰ ਇੱਕ ਦਾ ਹੱਕ ਵੀ ਹੈ। ਪਰ ਮੈਂ ਇਹ ਗੱਲ ਕਹਿ ਰਿਹਾ ਸਾਂ ਕਿ ਜੇ ਮੰਨ ਲਓ ਹੁਣ ਤੁਸੀਂ ਹੋ, ਤੁਹਾਡੇ ਕੋਲ ਪੈਸੇ ਹੈ ਨੇ, ਤੁਸੀਂ ਚੰਗੇ ਹੋਟਲ ਵਿੱਚ ਜਾ ਸਕਦੇ ਹੋ, 5 ਸਟਾਰ ਵਿੱਚ ਹੋਟਲ ਵਿੱਚ ਖਾ ਸਕਦੇ ਹੋ, ਤੁਹਾਡੀ ਗੁੰਜਾਇਸ਼ ਹੈ, ਤੁਹਾਡੀ ਆਪਣੀ ਕਿਰਤ ਕਮਾਈ ਕਰਕੇ ਮਿਹਨਤ ਕਰਕੇ ਤੁਸੀਂ ਇਸ ਯੋਗ ਹੋ ਗਏ ਹੋ। ਲੇਕਿਨ ਮੇਰੇ ਕੋਲ ਇਹ ਚੀਜ਼ ਨਹੀਂ ਹੈ ਤੇ ਮੈਂ ਵੀ ਉਸ ਚੀਜ਼ ਦੀ ਜੇ ਰੀਸ ਕਰਨੀ ਚਾਹਨਾ ਜਾਂ ਉਹਦੇ ਵਾਸਤੇ ਤੜਪ ਰਿਹਾ ਤਾਂ ਫਿਰ ਮੇਰੇ ਅੰਦਰ ਦੁੱਖ ਪੈਦਾ ਹੋਏਗਾ। ਇਹ ਚੀਜ਼ ਮੈਂ ਕਹਿ ਰਿਹਾ ਸੀ। ਤਾਂ ਇਹ ਜਿਹੜਾ ਸਾਡੀ ਭੱਜ ਦੌੜ ਮੇਰੀ ਤੇ ਗਲਤ ਨਹੀਂ ਨਾ ਹੈਗਾ ਅਗਰ ਮੈਂ ਜਾ ਕੇ 7 ਸਟਾਰ ਹੋਟਲ ਰਹਿੰਦੀ ਹਾਂ ਤੇ ਉਹ ਮੈਂ ਕੋਈ ਖਰਾਬ ਗੱਲ ਕਰਦੀ ਆ? ਨਹੀਂ, ਤੁਸੀਂ ਬਿਲਕੁਲ ਗੜਬੜ ਨਹੀਂ ਕਰ ਰਹੇ ਮੇਰੀ ਭੈਣ। ਜੇ ਤੁਸੀਂ ਮੰਨ ਲਓ ਪੀਜੇ ਖਾਂਦੇ ਹੋ, 버ਗਰ ਖਾਂਦੇ ਹੋ, ਤੁਸੀਂ ਹੋਰ ਮਤਲਬ ਫਾਸਟ ਫੂਡ ਖਾਂਦੇ ਹੋ ਤਾਂ ਤੁਸੀਂ ਖਾ ਸਕਦੇ ਹੋ, ਕਿਉਂਕਿ ਤੁਸੀਂ ਇੱਕ ਡਾਕਟਰ ਹੈਗੇ ਹੋ ਤਾਂ ਉਹਦਾ ਫਲ ਤੁਸੀਂ ਭੁਗਤਣਾ ਹੈ। ਮਤਲਬ ਕੋਕ ਪੀ ਵੀ ਜਾਓਗੇ ਤੇ ਸ਼ੂਗਰ ਨੀਨਾ ਜੀ ਨੂੰ ਹੋਣੀ, ਮੋਰਸਨ ਥੋੜਾ। ਭਾਈ ਸਾਹਿਬ, ਮੈਂ ਫਾਸਟ ਫੂਡ ਦੀ ਗੱਲ ਨਹੀਂ ਕਰ ਰਹੀ। ਫਾਸਟ ਫੂਡ ਤੇ ਮੈਨੂੰ ਪਤਾ ਕਿ ਖਰਾਬ ਹੈਗਾ ਤੁਹਾਡੇ ਵਾਸਤੇ। ਹਾਂਜੀ, ਮੇਰਾ ਮਤਲਬ ਕਿ ਤੁਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਵੈਨ ਆਈ ਗੋ ਟੂ ਇੰਡੀਆ
ਮੇਰੇ ਰਿਸ਼ਤੇਦਾਰ ਉੱਥੇ ਰਹਿੰਦੇ ਹੈਗੇ ਨੇ ਚੰਡੀਗੜ੍ਹ, ਪਰ ਮੈਂ ਉਹਨਾਂ ਦੇ ਕੋਲ ਨਹੀਂ ਰਹਿੰਦੀ, ਮੈਂ ਜਾ ਕੇ 7 ਸਟਾਰ ਹੋਟਲ 'ਚ ਰਹਿੰਦੀ ਹਾਂ। ਇਹ ਮੈਂ ਖਰਾਬ ਗੱਲ ਕਰਦੀ ਹਾਂ? ਦੁਬਾਰਾ ਕਿਉਂ, ਮੈਂ ਸਮਝ ਨਹੀਂ ਪਾਇਆ, ਸੌਰੀ। ਭਾਈ ਸਾਹਿਬ ਜੀ ਉਹ ਇਦਾਂ ਕਹਿ ਰਹੇ ਆ ਕਿ ਜੇ ਫਰਜ਼ ਕੀਤਾ ਉਹ ਬੜੇ ਬੜੇ ਹੋਟਲਾਂ ਦੇ ਵਿੱਚ ਜਾ ਕੇ ਰਹਿੰਦੇ ਆ, ਕਿਸੇ ਦਾ ਕੋਈ ਨੁਕਸਾਨ ਨਹੀਂ ਕਰ ਰਹੇ, ਕਿਆ ਇਹ ਗੁਰਬਾਣੀ ਦੇ ਮੁਤਾਬਕ ਗਲਤ ਕੰਮ ਹੋ ਰਿਹਾ ਜਾਂ ਇਹ ਠੀਕ ਹੈ? ਜੇ ਅਫੋਰਡ ਕਰ ਸਕਦੇ ਕਿਉਂ ਨਹੀਂ ਰਹਿ ਸਕਦੇ? ਉਹਦੇ ਵਿੱਚ ਤੇ ਅਸੀਂ ਇਹ ਚੀਜ਼ ਕਹੀ ਹੀ ਨਹੀਂ। ਉਹਦੇ ਵਿੱਚ ਕਹਿਣ ਇਹ ਵੇ ਕਿ ਤੁਸੀਂ ਪੈਸਾ ਖਰਚ ਕਰ ਰਹੇ ਹੋ, 5 ਸਟਾਰ ਹੋਟਲ ਵਿੱਚ ਜਾ ਰਹੇ ਹੋ, ਤਾਂ ਸਿਰਫ ਇਹ ਹੈ ਕਿ ਤੁਹਾਡੀ ਇਨਕਮ ਦਾ ਸੋਰਸੇਜ ਕੀ ਸੀ, ਕਿ ਤੁਸੀਂ ਪੈਸਾ ਕਮਾਇਆ ਕਿਵੇਂ, 2 ਨੰਬਰ ਦੇ ਨਾਲ ਜਾਂ ਕਿ 10 ਨਵਾਂ ਦੀ ਕਿਰਤ ਕਮਾਈ ਕਰਕੇ। ਜੇ ਤੁਸੀਂ 10 ਨਵਾਂ ਦੀ ਕਿਰਤ ਕਮਾਈ ਕਰਕੇ 4 ਪੈਸੇ ਬਚਾਏ ਨੇ, ਤੁਸੀਂ 5 ਸਟਾਰ ਹੋਟਲ ਵਿੱਚ ਜਾਣਾ ਚਾਹੁੰਦੇ ਹੋ, ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਇਹ ਹੈ ਕਿ ਤੁਹਾਡੀ ਇਨਕਮ ਕਿਵੇਂ ਸੀ, ਤੁਸੀਂ ਉਹ ਸੋਰਸੇਜ ਕੀ ਸੀ। ਤੁਸੀਂ ਠੀਕ ਕਹਿ ਰਹੇ ਹੋ, ਤੁਸੀਂ ਕਿਸੇ ਨੂੰ ਤੰਗ ਨਹੀਂ ਕਰਦੇ। ਤਾਂ ਜੇ ਤੁਸੀਂ ਜਾਂ ਮੈਂ ਮੰਨ ਲਓ ਹੁਣ ਮੈਂ ਖਾ ਰਿਹਾ ਵਾਂ ਪੀਜੇ 버ਗਰ, ਤਾਂ ਮੈਂ ਕਿਸੇ ਨੂੰ ਤੰਗ ਨਹੀਂ ਕਰ ਰਿਹਾ, ਮੈਂ ਆਪਣਾ ਨੁਕਸਾਨ ਕਰ ਰਿਹਾ, ਇਹ 'ਚ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਇਹ ਹੈ ਕਿ ਮੇਰੀ ਇਨਕਮ ਦਾ ਸੋਰਸੇਜ ਕੀ ਹੈ, ਹੱਕ ਦੀ ਮੇਰੀ ਕਮਾਈ ਹੈ ਸੱਚ ਦੀ ਨਹੀਂ। ਭਾਈ ਸਾਹਿਬ ਜੀ ਐਜ਼ ਅ ਡਾਕਟਰ ਪੀਜ਼ਾ ਤੇ 버ਗਰ ਨਾ ਖਾਇਆ ਕਰੋ, ਬੜੀ ਖਰਾਬ ਚੀਜ਼ ਜੇ। ਵੈਸੇ ਮੈਂ ਗੱਲ ਕਰ ਰਿਹਾ ਵਾਂ, ਉਹ ਤਾਂ ਗੱਲ ਹੀ ਕਰਦੇ ਭੈਣ ਜੀ। ਕੋਈ ਤਾਂ ਗੱਲ ਨਹੀਂ ਕਰ ਰਹੇ। ਚਲੋ ਪੁਆਇੰਟ ਭੈਣ ਜੀ, ਪੁਆਇੰਟ ਤੁਹਾਡਾ ਮਿਲ ਗਿਆ ਜੀ। ਮਤਲਬ ਹਾਂਜੀ, ਬਿਲਕੁਲ ਕੋਈ ਕਿਸੇ ਨੂੰ ਇਦਾਂ ਜੀਣ ਵਾਸਤੇ ਕੋਈ ਨਹੀਂ ਕਹਿ ਰਿਹਾ ਤੁਸੀਂ ਇਹ ਕੰਮ ਕਰੋ, ਇਹ ਕੰਮ ਨਾ ਕਰੋ, ਮਰਜ਼ੀ ਆਪੋ ਆਪਣੀ ਹੈ। ਇੱਥੇ ਜਿਹੜੀ ਵੀ ਵਿਸ਼ਾ ਚੱਲ ਰਿਹਾ ਹੈ ਨਾ ਜੀ, ਗੁਰਬਾਣੀ ਦੇ ਆਧਾਰ ਤੇ ਕੁਝ ਵਿਚਾਰਾਂ ਹੋ ਰਹੀਆਂ ਹੈ ਜੀ। ਗੁਰਬਾਣੀ ਕੀ ਕਹਿ ਰਹੀ ਹੈ, ਉਹਦੇ ਬਾਰੇ ਗਿਆਨੀ ਜੀ ਦੀ ਕੀ ਵਿਚਾਰ ਆ ਤੇ ਬਾਕੀ ਸਾਰਿਆਂ ਦੀ ਕੀ ਵਿਚਾਰ ਆ। ਕੋਈ ਕਿਸੇ ਤੇ ਇਹਦਾ ਥੋਪ ਨਹੀਂ ਰਿਹਾ, ਕੋਈ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਵੀ ਤੁਸੀਂ 7 ਸਟਾਰ ਹੋਟਲ ਦੇ ਵਿੱਚ ਜਾ ਕੇ ਗਲਤ ਕੰਮ ਕਰ ਰਹੇ ਹੋ। ਜੇ ਤੁਸੀਂ ਅਫੋਰਡ ਕਰ ਸਕਦੇ ਆ ਨਾ, ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਰੋਕ ਨਹੀਂ ਰਿਹਾ। ਜੋ ਵੀ ਅਸੀਂ ਕਰਨਾ ਉਹਨੂੰ ਫੇਸ ਅਸੀਂ ਕਰਨਾ, ਗਿਆਨੀ ਜੀ ਨੇ ਨਹੀਂ ਕਰਨਾ ਜਾਂ ਮੈਂ ਕਿਸੇ ਹੋਰ ਨੇ ਨਹੀਂ ਕਰਨਾ, ਅਸੀਂ ਫੇਸ ਕਰਨਾ। ਉਹਦੇ ਚੰਗੇ ਜਾਂ ਮਾੜੇ ਕੌਨਸੀਕੁਐਂਸ ਜੋ ਹੋਣਗੇ ਉਹ ਅਸੀਂ ਆਪ ਭੁਗਤਣੇ ਆ। ਤੇ ਚਾਹੇ ਉਹ ਪੀਜ਼ੇ 버ਗਰ ਦੀ ਤਾਂ ਵੈਸੇ ਹੀ ਗੱਲ ਕਰਦੇ ਸੀ ਵੀ ਮਤਲਬ ਸ਼ੌਕੀਆ ਤੌਰ ਤੇ ਲੋਕੀ ਕਹਿੰਦੇ ਚਲੋ ਪੀਜ਼ਾ ਖਾ ਲਓ, 버ਗਰ ਖਾ ਲਓ ਜਾਂ ਕਿੱਦਾਂ, ਤੇ ਉਹਦੇ ਬੈਡ ਰਿਜ਼ਲਟ ਤੁਹਾਨੂੰ ਭੈਣ ਜੀ ਪਤਾ ਹੀ ਆ। ਤੁਸੀਂ ਤਾਂ ਆਪ ਕਹਿ ਚੁੱਕੇ ਕਿ ਮੈਂ ਨਹੀਂ ਪੀਜ਼ੇ 버ਗਰ ਨਹੀਂ ਖਾਂਦੀ। ਪੁਆਇੰਟ ਤੁਹਾਡਾ ਨੋਟ ਕਰ ਲਿਆ। ਹਰ ਇੱਕ ਨੂੰ ਜ਼ਿੰਦਗੀ ਜੀਣ ਦਾ ਪੂਰਾ ਹੱਕ ਹੈ, ਜਿੱਦਾਂ ਵੀ ਉਹ ਜ਼ਿੰਦਗੀ ਜੀਣੀ ਚਾਹੁੰਦਾ। ਤੁਹਾਡਾ ਬਹੁਤ ਧੰਨਵਾਦ ਭੈਣ ਜੀ। ਤੇ ਸਾਡੇ ਨਾਲ ਅਵਤਾਰ ਸਿੰਘ ਜੀ ਜੁੜੇ ਆ, ਉਹਦੇ ਬਾਅਦ ਦੇ ਵਿੱਚ ਮੈਂ ਜਗਜੀਤ ਕੌਰ ਜੀ ਕੋਲ ਵੀ ਆਊਂਗਾ। ਅਵਤਾਰ ਸਿੰਘ ਜੀ, ਤੁਸੀਂ ਦੱਸੋ ਕੀ ਕਹਿਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗਿਆਨੀ ਹੋਣਾ ਦਾ ਧੰਨਵਾਦ ਕਰਨਾ, ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ, ਜਿੰਨੀਆਂ ਵੀ ਬਾਣੀਆਂ ਦਾ ਕੀਤਾ ਬੱਚਾ ਨੂੰ। ਤੇ ਬਾਕੀ ਜਿਹੜਾ ਜਿਹਨਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਜਿਹੜਾ ਬਿੰਦਰ ਦੱਸ ਕੇ ਗਏ ਆ, ਉਹਦੇ 'ਚ ਬਹੁਤ ਕੁਛ ਆ। ਉਹੀ ਬੇਸਿਕ ਹੈਗਾ, ਉਹੀ ਟੌਪ ਤੇ ਹੀ ਆ, ਮੇਰਾ ਤਾਂ ਖਿਆਲ ਆ। ਤੇ ਜ਼ਿਆਦਾ ਜਾਣ ਦੀ ਨੱਠ ਭਜਾਈ ਕਰਨ ਦੀ ਲੋੜ ਨਹੀਂ, ਜੇ ਉੱਥੇ ਚੱਲ ਪਓ ਤਾਂ ਉਨਾ ਹੀ ਕਾਫੀ ਹੈ ਮੇਰਾ ਖਿਆਲ ਜ਼ਿੰਦਗੀ ਵਾਸਤੇ। ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਬਹੁਤ ਵਧੀਆ ਗੱਲ ਕਹੀ ਜੀ ਤੁਸੀਂ। ਉਹ ਜੇ ਅਸੀਂ ਮੁੜ ਕੇ ਉੱਥੇ ਆ ਜਾਈਏ ਜਿੱਥੇ ਭੁਲੇਖਾ ਪੈਂਦਾ ਹੋਵੇ ਨਾ ਗੁਰਬਾਣੀ ਦੇ ਵਿੱਚੋਂ, ਜਿੱਥੇ ਵੀ ਕਿਤੇ ਗਲਤ ਇਨਫੋਰਮੇਸ਼ਨ ਸਾਡੇ ਦਿਮਾਗ ਦੇ ਵਿੱਚ ਲਿੰਕ ਹੋਣ ਨੂੰ ਕਰਦੀ ਹੋਵੇ, ਤਾਂ ਅਸੀਂ ਮੁੜ ਕੇ ਉੱਥੇ ਆ ਜਾਈਏ ਨਾ, ਜਪਜੀ ਸਾਹਿਬ ਦੀ ਪਹਿਲੀ ਜਗ੍ਹਾ ਤੇ ਆ ਜਾਈਏ, ਤਾਂ ਮੇਰਾ ਖਿਆਲ ਉੱਥੋਂ ਆਨਸਰ ਸਾਨੂੰ ਮਿਲ ਸਕਦੇ ਆ। ਘੁੰਮਣ ਘੇਰੀਆਂ ਦੇ ਵਿੱਚੋਂ ਆਪਾਂ ਨਿਕਲ ਸਕਦੇ ਹਾਂ। ਧੰਨਵਾਦ ਜੀ। ਜਗਜੀਤ ਕੌਰ ਜੀ। ਹਾਂਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਗਿਆਨੀ ਜੀ ਨੇ ਬਹੁਤ ਹੀ ਅੱਛੀ ਤਰ੍ਹਾਂ ਸਾਰੀਆਂ ਬਾਣੀਆਂ ਸਮਝਾਈਆਂ, ਪਰ ਅਨਫੋਰਚੂਨੇਟਲੀ ਮੈਂ ਸਾਰੀ ਵਾਰ ਮਿਸ ਕੀਤੀ ਹੈ। ਜਪਜੀ ਸਾਹਿਬ ਤੋਂ ਜੁਆਇਨ ਕੀਤਾ ਸੀ, ਪਰ ਜਿਸ ਤਰ੍ਹਾਂ ਅਵਤਾਰ ਵੀਰ ਜੀ ਨੇ ਕਿਹਾ ਹੁਣੇ ਕਿ ਬਈ ਜਪਜੀ ਸਾਹਿਬ ਵਿੱਚ ਮੇਨ ਮੈਸੇਜ ਮਿਲ ਗਿਆ, ਗੁਰੂ ਸਾਹਿਬ ਨੂੰ ਉਹੀ ਮੈਸੇਜ ਰਿਪੀਟ ਕਰਨਾ ਪਿਆ ਅਲੱਗ-ਅਲੱਗ ਬਾਣੀਆਂ 'ਚ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੇ ਬੰਦੇ ਹੈਗੇ ਨਾ ਇੱਕ ਵਾਰੀ ਗੱਲ ਨਹੀਂ ਸੁਣਨੇ, ਉਹਨਾਂ ਨੂੰ ਘੜੀ ਰਿਪੀਟ ਕਰਾਂ ਮੈਂ ਤਾਂ ਹੀ ਸ਼ਾਇਦ ਕੁਝ ਅਸਰ ਹੋਵੇ। ਬਾਕੀ ਮੇਰਾ ਇਹ ਕਹਿਣਾ ਹੈਗਾ ਕਿ ਸਾਡਾ ਮਨ ਹੈ ਆਨੰਦ ਤਾਂ ਹੀ ਮਿਲ ਸਕਦਾ ਹੈ, ਕਿਉਂਕਿ ਜਿਹੜਾ ਮਨ ਹੈ ਉਸਨੂੰ ਸਾਨੂੰ ਕਾਬੂ 'ਚ ਕਰਨਾ ਪਏਗਾ। ਸੰਕਲਪ ਤੇ ਵਿਕਲਪ ਦੀ ਜਿਹੜੀ ਉਧੇੜ ਬੁਣ ਹੈਗੀ ਹੈ, ਉਹਦਾ ਨਾਂ ਹੀ ਮਨ ਹੈਗਾ, ਔਰ ਇਸ ਮਨ ਦੇ ਨਾਲ ਸਾਡੀਆਂ ਇੰਦਰੀਆਂ ਜੁੜੀਆਂ ਹੋਈਆਂ ਹਨ। ਸੋ ਇੰਦਰੀਆਂ ਨੂੰ ਵੀ ਕਾਬੂ ਕਰੋ, ਤਾਂ ਹੀ ਉਹਨਾਂ ਨੇ ਆਪਣਾ ਸ਼ਰਵਣਾਂ ਦੀ ਗੱਲ ਕੀਤੀ ਹੈ, ਨੇਤਰਾਂ ਦੀ ਗੱਲ ਕੀਤੀ ਆਨੰਦ ਸਾਹਿਬ ਵਿੱਚ। ਤੇ ਇਹਨਾਂ ਇੰਦਰੀਆਂ ਨੂੰ ਕਾਬੂ 'ਚ ਲਿਆਵਾਂਗੇ ਤੇ ਮਨ ਇਕਾਗਰ ਕਰਾਂਗੇ, ਮਨ ਇਕਾਗਰ ਕਰਕੇ ਇਸ ਸੱਚੇ ਪਰਮਾਤਮਾ ਦੀ ਅਸੀਂ ਸਿਫਤ ਸਲਾਹ ਕਰਨੀ ਹੈ, ਤਨੋ ਮਨ ਬਾਚ ਕਰਮ ਕਰਕੇ। ਤੇ ਜਿਸ ਤਰ੍ਹਾਂ ਭਾਈ ਸਾਹਿਬ ਹਰ ਵਾਰੀ ਕਹਿੰਦੇ ਸੀ ਰੱਬੀ ਗੁਣਾਂ ਦਾ ਧਾਰਨੀ ਹੋਣਾ ਬੜਾ ਜ਼ਰੂਰੀ ਹੈ। ਸੋ ਇਸ ਤਰੀਕੇ ਨਾਲ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਅਸੀਂ ਆਨੰਦ ਮਾਣ ਸਕਦੇ ਹਾਂ, ਸਾਨੂੰ ਆਨੰਦ ਮਿਲ ਸਕਦਾ। ਧੰਨਵਾਦ। ਥੈਂਕ ਯੂ। ਬਹੁਤ ਵਧੀਆ। ਥੈਂਕ ਯੂ ਜੀ ਜਗਜੀਤ ਕੌਰ ਜੀ, ਬਹੁਤ ਧੰਨਵਾਦ ਤੁਹਾਡਾ।
ਤੇ ਹੁਣ ਸਾਡੇ ਨਾਲ ਅਨਮਿਊਟ ਤਾਂ ਹੈ ਨਹੀਂ ਕੋਈ ਵੀ ਜੀ, ਤੇ 5-7 ਮਿੰਟ ਸਾਡੇ ਕੋਲ ਹੋਰ ਹੈਗੇ ਆ, ਉਹਦੇ ਵਿੱਚ ਆਪਾਂ 1-2 ਗੱਲਾਂ ਕਰਨੀਆਂ ਜੀ। ਤੇ ਉਹਦੇ ਵਿੱਚੋਂ ਜਿੱਦਾਂ ਗਿਆਨੀ ਜੀ ਨੇ ਪਹਿਲਾਂ ਦੱਸਿਆ ਸੀਗਾ ਵੀ 2 ਬਾਣੀਆਂ ਦਾ, ਉਹ ਹੈਗੀ ਰਾਮਕਲੀ ਸੱਧ ਤੇ ਅਲਾਹਣੀਆਂ, ਉਹਨਾਂ ਦੇ ਵਿੱਚੋਂ ਇੱਕ ਕੱਲ ਨੂੰ ਸ਼ੁਰੂ ਕਰ ਲੈਣੀ ਆ, ਤੇ ਬਾਕੀ ਜਦੋਂ ਉਹ ਫਿਨਿਸ਼ ਹੋ ਗਈ ਤਾਂ ਉਹ ਤੇ ਗਾਹਾਂ ਦੂਸਰੀ ਕਰ ਦੇਵਾਂਗੇ। ਇਹਦਾ ਸਾਡੇ ਨਾਲ ਬਹੁਤ ਗੂੜਾ ਤਾਲੁਕ ਹੈ ਜੀ, ਕਿਉਂਕਿ ਮੌਤ ਹਰੇਕ ਘਰ ਦੇ ਵਿੱਚ ਆਉਂਦੀ ਆ, ਔਰ ਅਸੀਂ ਹਮੇਸ਼ਾ ਗੁਰਦੁਆਰੇ ਜਾਂਦੇ ਆ, ਤੇ ਆਪਾਂ ਸਿਰਫ ਪਾਠ ਉੱਥੇ ਹੁੰਦਾ ਆ, ਉਹਨੂੰ ਸੁਣ ਕੇ ਕਦੀ ਉਹਨੂੰ ਸਮਝਿਆ ਨਹੀਂ, ਜਿੱਦਾਂ ਲਾਵਾਂ ਦੇ ਕਰਦੇ ਹੁੰਦੇ ਸੀਗੇ, ਇੱਦਾਂ ਹੀ ਅਸੀਂ ਲਾਹਣੀਆਂ ਦਾ ਜਾਂ ਹੋਰ ਵੀ ਸੱਧ ਬਾਣੀ ਜਿਹੜੀ ਆ ਉਹਨੂੰ ਵੀ ਆਪਣਾ ਜਿੱਦਾਂ ਇੱਕ ਕਰਮ ਜਿੱਦਾਂ ਹੁੰਦਾ, ਕਾਂਡ ਪੂਰਾ ਕਰਕੇ ਤਾਂ ਆਪਾਂ ਘਰਾਂ ਨੂੰ ਆ ਜਾਈਦਾ। ਸਦਮੇ ਹਰੇਕ ਨੂੰ ਪਹੁੰਚਦੇ ਆ, ਜਿਹੜਾ ਬੰਦਾ ਜਾਂਦਾ ਉਹਦੇ ਵਾਸਤੇ ਬੰਦਾ ਮਹਿਸੂਸ ਜ਼ਰੂਰ ਕਰਦਾ ਆ, ਪਰ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਆ ਇਹਦੇ ਬਾਰੇ ਆਪਾਂ ਬਹੁਤਾ ਧਿਆਨ ਨਹੀਂ ਦਿੱਤਾ। ਇਸ ਕਰਕੇ ਇਹ ਬਾਣੀਆਂ ਸਾਡੇ ਲਈ ਬਹੁਤ 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 ਇੰਪੋਰਟੈਂਟ ਆ, ਤਾਂ ਕਿ ਅਸੀਂ ਜਦੋਂ ਉਹ ਸਦਮੇ ਦਾ ਟਾਈਮ ਆਵੇ ਉਹਨੂੰ ਅਸੀਂ ਕਿੱਦਾਂ ਡੀਲ ਕਰਨਾ, ਇਹਦੇ ਵਿੱਚੋਂ ਸਾਨੂੰ ਪਤਾ ਲੱਗੂਗਾ। ਤੇ ਮੈਂ ਇੱਕ ਥੋੜੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ, ਮੈਂ ਤੁਹਾਡੇ ਵਿਚਾਰ ਵੀ 2 ਮਿੰਟ ਵਾਸਤੇ ਜਾਣਨਾ ਚਾਹੂੰਗਾ। ਉਹ ਮੈਂ ਦੱਸਣਾ ਇਹ ਚਾਹੁੰਦਾ ਕਿ ਅਸੀਂ ਕਿੱਦਾਂ ਡੀਲ ਕਰਦੇ ਹਾਂ ਜਦੋਂ ਸਾਡੇ ਤੇ ਸਦਮਾ ਇਦਾਂ ਦਾ ਆਉਂਦਾ ਹੈ ਜੀ। ਤੇ ਬਾਕੀ ਸਾਡੇ ਨਾ ਇੱਕ ਗੋਰੇ ਫਰੈਂਡ ਹੈਗੇ ਆ, ਉਹ ਕੋਈ 57-58 ਈਅਰਸ 올ਡ ਆ, 2 ਹਫ਼ਤੇ ਦੀ ਗੱਲ ਹੈ ਜੀ, 1.5 ਹਫ਼ਤਾ ਹੋਇਆ ਉਸ ਬੰਦੇ ਦੀ ਡੈਥ ਹੋ ਗਈ, 57। ਉਹਦੀ ਵਾਈਫ ਉਹ ਵੀ ਅਬਾਊਟ ਸੇਮ ਏਜ ਹੀ ਹੈ ਜੀ। ਤੇ ਉਹਨਾਂ ਨੇ ਕਿੱਦਾਂ ਡੀਲ ਕੀਤਾ ਮੈਂ ਤੁਹਾਨੂੰ ਇਹ ਦੱਸਣ ਲੱਗਾ ਜੀ। ਤੇ ਉਹ ਆਪਣੇ ਸਾਡੇ ਨਾਲ ਕਾਫੀ ਚਿਰ ਤੋਂ 30-35-40 ਸਾਲ ਤੋਂ ਸਾਡੇ ਉਹਨਾਂ ਦੇ ਰਿਲੇਸ਼ਨ ਹੈਗੇ ਆ, ਤਾਂ ਮੈਨੂੰ ਉਹਨੇ ਫੋਨ ਕੀਤਾ ਸੀਗਾ ਤੇ ਮੈਨੂੰ ਪਤਾ ਲੱਗਾ ਜੀ। ਤੇ ਉਹ ਇਦਾਂ ਹੋਈ ਆ ਕਿ ਹਸਬੈਂਡ ਉਹਦਾ ਹਾਰਟ ਫੇਲ ਹੋ ਗਿਆ ਤੇ ਉਹਦੀ ਮੌਤ ਹੋ ਗਈ, ਪਰ ਉੱਥੇ ਸਾਰੇ ਪ੍ਰੈਜ਼ੈਂਟ ਸੀਗੇ, ਉਹਦੀ ਵਾਈਫ ਵੀ ਪ੍ਰੈਜ਼ੈਂਟ ਸੀਗੀ ਤੇ ਉਹਦੇ ਗਾਹਾਂ ਜਿਹੜੇ ਪੁੱਤ ਤੇ ਪੋਤੇ ਉਹ ਵੀ ਉੱਥੇ ਸੀਗੇ। ਤੇ ਇਹਨੂੰ ਸੇਮ ਟਾਈਮ ਤੇ ਆਪਣੇ ਨਾਲ ਅਸੀਂ ਲਾ ਕੇ ਦੇਖੀਏ ਵੀ ਅਸੀਂ ਕਿੱਦਾਂ ਡੀਲ ਕਰਾਂਗੇ ਉਸ ਟਾਈਮ ਤੇ ਉਹਨਾਂ ਨੇ ਕਿੱਦਾਂ ਡੀਲ ਕੀਤਾ। ਤੇ ਜਦੋਂ ਉਹਨਾਂ ਨੇ ਉਹਨੂੰ ਡਿਕਲੇਅਰ ਡੈਡ ਕਰ ਦਿੱਤਾ ਤੇ ਉਹ ਬੈਠੇ ਆ ਉਸ ਕਮਰੇ ਦੇ ਵਿੱਚ, ਉਹ ਇੱਕਦਮ ਨਹੀਂ ਜਾਣ ਦਿੰਦੇ, ਉਹ ਕਹਿੰਦੇ ਤੁਹਾਡੀ ਮਰਜ਼ੀ, ਤੁਸੀਂ ਠਹਿਰਨਾ ਤਾਂ ਉਹਨਾਂ ਦੇ ਕੋਲ ਠਹਿਰ ਸਕਦੇ ਹੋ। ਠਹਿਰੇ ਤੇ ਇੱਕ ਉਹਨਾਂ ਦਾ ਜਿਹੜਾ ਪੋਤਾ 10 ਸਾਲ ਦਾ ਸੀਗਾ ਜੀ, ਉਹ ਕੁਐਸਚਨ ਪੁੱਛ ਰਿਹਾ ਆਪਣੀ ਦਾਦੀ ਨੂੰ, ਜਿਹਦਾ ਹਸਬੈਂਡ ਮਰ ਗਿਆ, ਉਹਨੂੰ ਪੁੱਛ ਰਿਹਾ ਹੈ ਵੀ ਗ੍ਰੈਂਡ ਡੈਡ ਬੋਲਦਾ ਕਾਹਤੇ ਨਹੀਂ ਹੈ ਜੀ। ਤੇ ਉਹਨੂੰ ਜਿਸ ਤਰ੍ਹਾਂ ਦੇ ਨਾਲ ਉਹਦੇ ਨਾਲ ਇਸ ਸਿਚੁਏਸ਼ਨ ਨੂੰ ਡੀਲ ਕੀਤਾ ਨਾ, ਮੇਰੇ ਖਿਆਲ ਦੇ ਵਿੱਚ ਸਾਨੂੰ ਇਹਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਸਿੱਖਣਾ ਚਾਹੀਦਾ। ਜਦੋਂ ਸਾਡੇ ਨਾਲ ਇਹ ਵਾਪਰਦੀ ਨਾ ਘਟਨਾ, ਅਸੀਂ ਬਹੁਤ ਜਾਨੀ ਇਮੋਸ਼ਨਲ ਹੋ ਕੇ, ਇਹ ਸਾਡੇ ਨੈਚੁਰਲ ਆ, ਇਮੋਸ਼ਨ ਸਾਡੇ ਨੈਚੁਰਲ ਆ, ਪਰ ਅਸੀਂ ਬਹੁਤ ਜਾਨੀ ਜੇ ਗੁਰਬਾਣੀ ਵਾਲਾ ਜਾਈਏ ਤਾਂ ਉੱਥੋਂ ਕੁਝ ਸਿੱਖ ਕੇ ਸ਼ਾਇਦ ਸਾਡੇ ਵਿੱਚ ਥੋੜੀ ਬਹੁਤੀ ਚੇਂਜ ਆ ਜਾਵੇ, ਸਾਡੇ ਸਾਰਿਆਂ ਦੇ ਵਿੱਚ, ਇਨਕਲੂਡਿੰਗ ਮਾਈ ਸੈਲਫ। ਠੀਕ ਹੈ ਜੀ। ਤੇ ਉਹ ਜਦੋਂ ਮੁੰਡਾ ਪੁੱਛਦਾ ਆ ਨਾ, 10 ਸਾਲ ਦਾ ਬੱਚਾ ਪੁੱਛਦਾ ਆ ਵੀ ਗ੍ਰੈਂਡ ਡੈਡ ਉੱਠ ਨਹੀਂ ਰਿਹਾ, ਕੀ ਗੱਲ ਹੋਈ, ਤਾਂ ਉਹਨੇ ਕਿਹਾ ਕਿ ਮਤਲਬ ਉਹਦੀ ਮੌਤ ਹੋ ਗਈ ਜਾਂ ਕਿੱਦਾਂ, ਹਨਾ। ਤੇ ਉਹ ਕਹਿੰਦਾ ਕਿੱਦਾਂ ਮੌਤ ਹੋ ਗਈ? ਉਹ ਕਹਿੰਦੀ ਹੈ ਕਿ ਉਹਦਾ ਹਾਰਟ ਫੇਲੀਅਰ ਹੋ ਗਿਆ ਹੈ ਜੀ। ਤੇ ਉੱਥੇ ਉਹਨੂੰ ਦੱਸਣ ਵਾਸਤੇ ਵੀ ਹਾਰਟ ਫੇਲੀਅਰ ਕਿੱਦਾਂ ਹੋ ਗਿਆ, ਉੱਥੇ ਕਮਰੇ ਦੇ ਵਿੱਚ ਉੱਥੇ ਡਾਕਟਰ ਦਾ ਇੱਕ ਸਟੈਥੋਸਕੋਪ ਪਿਆ ਸੀਗਾ, ਉਹਨੇ ਚੱਕ ਕੇ ਉਹਦੇ ਕੰਨ ਨੂੰ ਲਾਇਆ ਤੇ ਆਪਣੇ ਹਾਰਟ ਤੇ ਲਾ ਕੇ ਉਹਨੂੰ ਦੱਸਿਆ ਕਿ ਤੈਨੂੰ ਸੁਣਦੀ ਹੈ ਟਿਕ ਟਿਕ ਦੀ ਆਵਾਜ਼? ਤੇ ਉਹਨੂੰ ਸੁਣ ਗਈ, ਕਹਿੰਦਾ ਹਾਂ ਮੈਨੂੰ ਸੁਣਦੀ ਹੈ। ਫਿਰ ਉਹਨੇ ਉਹ ਜਿਹੜੀ ਡੈਡ ਬੋਡੀ ਸੀਗੀ ਆਪਣੇ ਗ੍ਰੈਂਡ ਡੈਡ ਦੀ, ਉਹਦੀ ਬਾਹਾਂ ਤੇ ਲਾਈ, ਉਹਦੇ ਢਿੱਡ ਤੇ ਲਾਈ, ਫਿਰ ਉਹਨੇ ਦਿਲ ਤੇ ਲਾ ਕੇ ਦੇਖਿਆ ਤੇ ਉੱਥੋਂ ਆਵਾਜ਼ ਨਹੀਂ ਆਈ। ਇਹਦਾ ਮਤਲਬ ਉਹਨੂੰ ਪਤਾ ਲੱਗ ਗਿਆ ਕਿ ਜਦੋਂ ਹਾਰਟ ਚੱਲਦਾ ਆ ਉਸਲੇ ਬੰਦਾ ਲਾਈਵ, ਜਿਸਲੇ ਹਾਰਟ ਫੇਲ ਹੋ ਗਿਆ ਉਸਲੇ ਨਹੀਂ ਚੱਲਦਾ, ਉਸਲੇ ਬੰਦਾ ਡੈਡ ਹੋ ਗਿਆ ਨਾ। ਇੱਥੇ ਕੁਐਸਚਨ ਇੱਕ ਉੱਠਦਾ ਜੀ, ਇੱਕ ਬੱਚਾ 10 ਸਾਲ ਦਾ ਜਿਹਦੇ ਦਿਮਾਗ ਦੇ ਵਿੱਚ ਇਦਾਂ ਦਾ ਕੁਐਸਚਨ ਉੱਠੇ, ਉਸ ਟਾਈਮ ਤੇ ਉਹਦੀ ਦਾਦੀ ਨੇ, ਜਿਹਦਾ ਹਸਬੈਂਡ ਹੁਣੇ ਤਾਜ਼ਾ ਦੀ ਉਹਦੀ ਡੈਥ ਹੋਈ ਹੈ, ਉਹਨੇ ਆਪਣੇ ਆਪ ਤੇ ਕਾਬੂ ਰੱਖ ਕੇ ਆਪਣੇ ਇੱਕ ਗ੍ਰੈਂਡ ਸਨ ਦੇ ਸਵਾਲ ਦਾ ਜਵਾਬ ਦਿੱਤਾ, ਜਿਹੜਾ ਕਿ ਹੋ ਸਕਦਾ ਜੇ ਅਸੀਂ ਹੁੰਦੇ ਉੱਥੇ ਤਾਂ ਅਸੀਂ ਕਹਿਣਾ ਸੀਗਾ ਵੀ ਬੱਚੇ ਨੂੰ ਇੱਥੇ ਲੈ ਜਾਓ ਇੱਥੋਂ ਹੈ ਜੀ, ਕਿ ਇਹਦੇ ਤੇ ਪ੍ਰਭਾਵ ਬੁਰਾ ਪਊਗਾ ਜਾਂ ਕਿੱਦਾਂ। ਠੀਕ ਹੈ ਜੀ। ਤੇ ਉਹਦੇ ਸਵਾਲ ਦਾ ਜਵਾਬ ਦੇ ਕੇ ਉਹਨੂੰ ਸੈਟਿਸਫਾਈ ਕੀਤਾ, ਜਿਹੜਾ ਕਿ ਉਹ ਮੁੰਡਾ ਥੈਂਕਫੁਲ ਵੀ ਸੀਗਾ। ਤੇ ਨਾਲ ਉਹਨੇ ਇਹ ਕਿਹਾ ਕਿ ਜੇ ਤੈਨੂੰ ਕੱਲ ਨੂੰ ਤੂੰ ਆਪਣੇ ਗ੍ਰੈਂਡ ਡੈਡ ਨੂੰ ਮਿਸ ਕਰੇਗਾ ਤਾਂ ਤੂੰ ਬੇਸ਼ੱਕ ਰੋ ਲਈ। ਠੀਕ ਹੈ ਜੀ। ਤੇ ਉਹਦੇ ਵਾਸਤੇ ਇਦਾਂ ਕਿਹਾ ਕਿ ਤੂੰ ਇਕੱਲਾ ਹੋ ਕੇ ਨਾ ਰੋਈ, ਸਾਡੇ ਨਾਲ ਆ ਕੇ ਰੋਵੀਂ, ਅਸੀਂ ਇਕੱਠੇ ਆਪਣੇ ਇਹਨੂੰ ਡਿਸਕਸ ਵੀ ਕਰਾਂਗੇ
ਤੇ ਅਸੀਂ ਇਕੱਠੇ ਹੋ ਕੇ ਇਹਨੂੰ ਇਮੋਸ਼ਨ ਆਪਣੇ ਚਲਾਵਾਂਗੇ। ਠੀਕ ਹੈ ਜੀ। ਸੋ ਮੈਂ ਨਹੀਂ ਕਿ ਇਹ ਗੱਲ ਕਰਨੀ ਸੀਗੀ ਵੀ ਇੱਕ ਵਧੀਆ ਤਰੀਕੇ ਦੇ ਨਾਲ ਉਸ ਲੇਡੀ ਨੇ ਆਪਣੇ ਹਸਬੈਂਡ ਦੀ ਡੈਥ ਤੇ ਨਾ ਕਿ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਹੀ ਰੱਖਿਆ, ਪਰ ਆਪਣੇ ਇੱਕ ਨਵੀਂ ਪੀੜ੍ਹੀ ਜਿਨ੍ਹਾਂ ਤੇ ਜੇ ਅਸੀਂ ਕਰਦੇ ਤਾਂ ਉਸ ਹਿਸਾਬ ਨਾਲ ਡਿਫਰੈਂਟ ਤਰੀਕੇ ਨਾਲ ਡੀਲ ਕਰਨੀ ਸੀ, ਉਹਨੇ ਇੱਕ ਵਧੀਆ ਤਰੀਕੇ ਨਾਲ ਡੀਲ ਕਰਕੇ ਉਹਦਾ ਮਨ ਵੀ ਇੱਕ ਤਰ੍ਹਾਂ ਨਾਲ ਸ਼ਾਂਤ ਕਰਤਾ। ਔਰ ਜਿਹੜੀਆਂ ਕੱਲ ਨੂੰ ਉਹਦੇ ਦਿਮਾਗ 'ਚ ਗੱਲਾਂ ਆਉਣੀਆਂ ਸੀਗੀਆਂ, ਉਹਨਾਂ ਕੁਐਸਚਨਾਂ ਦੇ ਆਨਸਰ ਘਰੋਂ ਹੀ ਮਿਲ ਗਏ, ਨਾ ਕਿ ਉਹਨੂੰ ਬਾਹਰੋਂ ਲੱਭਣੇ ਪਏ। ਹਾਂਜੀ, ਹੁਣ ਪਤਾ ਤਾਂ ਸਾਨੂੰ ਵੀ ਆ, ਆਪਾਂ ਗੁਰਦੁਆਰੇ ਵੀ ਜਾਂਦੇ ਆ, ਹਾਂਜੀ, ਤੇ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਗੁਰੂ ਨਾਨਕ ਦੇਵ ਜੀ ਬਾਣੀ ਦੇ ਕੁਛ ਜਿਹੜੇ ਤੁਕਾਂ ਹੈਗੀਆਂ ਆਪਣੇ ਦਿਮਾਗ 'ਚ ਘੁੰਮਦੀਆਂ ਰਹਿੰਦੀਆਂ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ, ਜਾਂ ਉਹ ਕਹਿੰਦੇ ਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਾਂ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ। ਇਹ ਸਾਰੀਆਂ ਚੀਜ਼ਾਂ ਅਸੀਂ ਸੁਣ ਕੇ ਅਣਸੁਣੀਆਂ ਕਰ ਦਈਦੀਆਂ ਜਦੋਂ ਸਾਡੇ ਤੇ ਇਹ ਗੱਲ ਪੈਂਦੀ ਹੈ। ਮੈਂ ਪਹਿਲਾਂ ਵੀ ਕਹਿ ਚੁੱਕਾ ਜੀ, ਇਹ ਸਾਡਾ ਕਸੂਰ ਨਹੀਂ। ਸਾਡੇ ਜਿੱਦਾਂ ਸਾਡੇ ਸਮਾਜ ਦੇ ਵਿੱਚ ਜਾਂ ਸਾਡੇ ਪੇਦਾਦੇ ਜਾਂ ਸਾਡੇ ਘਰਾਂ ਦੇ ਵਿੱਚ ਜਿੱਦਾਂ ਵਿਚਰਦਾ ਹੈ ਨਾ, ਮੈਂ ਇੱਕ ਸਵਾਲ ਇਹੀ ਕਰਨਾ ਜੀ ਆਪਣੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਇਹ ਵਿਚਰਦੀ ਹੈ, ਕਈਆਂ ਦੇ ਹੁਣ ਰੀਸੈਂਟਲੀ ਵੀ ਹੋ ਗਿਆ ਹੋਊਗਾ, ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਹਰੇਕ ਨੇ ਇਹ ਫੇਸ ਕਰਨਾ, ਅਸੀਂ ਵੀ ਜਾਣਾ ਹੀ ਆ। ਹਾਂਜੀ, ਤੇ ਅਸੀਂ ਡੀਲ ਕਿੱਦਾਂ ਕਰਦੇ ਹਾਂ ਇਸ ਚੀਜ਼ ਨੂੰ, ਅਸੀਂ ਡੀਲ ਕਿੱਦਾਂ ਕਰਦੇ। ਮੈਂ ਇੱਕ ਗੱਲ ਇਹ ਕਰਨੀ ਚਾਹੁੰਦਾ ਕਿ ਜਦੋਂ ਇਹ ਤਾਂ ਇੱਕ ਸੈਪਰੇਟ ਇਸ਼ੂ ਹੋ ਗਿਆ ਜੀ ਵੀ ਆਪਾਂ ਗ੍ਰੈਂਡ ਸਨਸ ਗ੍ਰੈਂਡ ਡਾਟਰਸ ਦੇ ਨਾਲ ਕਿੱਦਾਂ ਕਰਦੇ ਆ, ਉਹ ਵੀ ਇੱਕ ਇਸ਼ੂ ਆ। ਇੱਕ ਸਾਡਾ ਇਸ਼ੂ ਹੈਗਾ ਜੀ ਜਦੋਂ ਸਾਡੇ ਘਰਾਂ ਦੇ ਵਿੱਚ ਇਦਾਂ ਮਰਗ ਹੋ ਜਾਂਦਾ ਆ, ਤੇ ਸਾਡਾ ਜਿਹੜਾ ਤਰੀਕਾ ਆ, ਸਾਡੇ ਸਮਾਜਿਕ ਤਰੀਕਾ ਆ, ਉਹ ਇਹ ਹੈ ਕਿ ਅੱਜ ਡੈਥ ਹੋਈ ਹੈ ਜੀ, ਤੇ ਅੱਜ ਘਰਦਿਆਂ ਨੂੰ ਤਾਂ ਜਿਹੜੀ ਇਮੋਸ਼ਨਲੀ ਇਨਵੋਲਵ ਉਹਨਾਂ ਦੀ ਅਨਸੈਟਲਡਮੈਂਟ ਜੋ ਵੀ ਹੈਗੀ ਆ, ਉਹ ਤਾਂ ਹੈਗੀ ਆ, ਤਾਂ ਉਹਨਾਂ ਨੂੰ ਸਾਡਾ ਜਿਹੜਾ ਸਮਾਜ ਆ ਨਾ, ਉਹਨੂੰ ਵੀ ਫੇਸ ਕਰਨਾ ਪੈਣਾ। ਉਹ ਇਸ ਤਰ੍ਹਾਂ ਕਿ ਚਾਦਰਾਂ ਵਿਛਾਉਣੀਆਂ ਪੈਣੀਆਂ। ਹਾਂਜੀ, ਲੋਕਾਂ ਨੇ ਆ ਕੇ ਕਹਿਣਾ ਵੀ ਅਸੀਂ ਅਫਸੋਸ ਕਰਨਾ ਆਏ ਆ, ਘਰ ਵਾਲਿਆਂ ਨੂੰ ਮੁੜ ਕੇ ਉਹ ਗੱਲ ਰਿਪੀਟ ਕਰਨੀ ਪੈਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ। ਨਾ ਉਹਨਾਂ ਨੂੰ ਖਾਣ ਦਾ ਟਾਈਮ, ਨਾ ਬੈਠਣ ਦਾ ਟਾਈਮ, ਨਾ ਸੌਣ ਦਾ ਟਾਈਮ। ਹਾਂਜੀ, ਜੇ ਤੁਸੀਂ ਆਏ ਨਾ ਗੱਲ ਨਹੀਂ ਕਰਦੇ ਤਾਂ ਵੀ ਚੰਗਾ ਨਹੀਂ ਲੱਗਦਾ। ਫਿਰ ਆਪਣੇ ਇਹ ਵੀ ਰਿਵਾਜ ਬਣੇ ਹੋ ਆ ਵੀ ਜੇ ਕੋਈ ਲੇਡੀ ਹੋਵੇ ਜਿਹਦਾ ਹਸਬੈਂਡ ਮਰ ਗਿਆ ਹੋਵੇ ਤਾਜ਼ਾ, ਜੇ ਉਹ ਕਿਸੇ ਲੇਡੀ ਦੇ ਆ ਕੇ ਨਾ ਰੋਵੇ ਨਾ, ਤਾਂ ਉਹ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਮਹਿਸੂਸ ਕਰਦੀਆਂ। ਬਾਹਰ ਜਾ ਕੇ ਗੱਲਾਂ ਉਹੀ ਕਰਦੀਆਂ ਕਿ ਦੇਖੋ ਇਹ ਤਾਂ ਦੁੱਖ ਹੀ ਕੋਈ ਨਹੀਂ। ਹਾਂਜੀ, ਕੋਈ ਦਾਤ ਇੱਕ ਵੀ ਹੰਝੂ ਉਹਦੇ ਅੱਖਾਂ ਦੇ ਵਿੱਚੋਂ ਨਿਕਲ ਗਿਆ ਹੋਵੇ, ਫਿਰ ਉਹਦੇ ਨਾਲ ਇਦਾਂ ਦੀਆਂ ਗੱਲਾਂ ਜੋੜਨੀਆਂ ਕਿ ਉਹ ਹੈਗੀ ਇਦਾਂ ਦੀ ਜਾਂ ਕਿੱਦਾਂ। ਜਾਣੀ ਕਿੰਨੀਆਂ ਭੈੜੀਆਂ ਸਾਡੀਆਂ ਇਹ ਰਵਾਇਤਾਂ ਆ, ਤੇ ਇਹਨਾਂ ਨੂੰ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ। ਤੇ ਬਾਕੀ ਜਦ ਤਾਈਂ ਫਿਊਨਰਲ ਨਹੀਂ ਨਾ ਹੁੰਦਾ, ਉਦ ਤਾਈਂ ਉਸ ਘਰ ਦੇ ਵਿੱਚੋਂ ਸੋਗ ਉੱਠਦਾ ਹੀ ਨਹੀਂ। ਉਹਨਾਂ ਨੇ ਆਪਣਾ ਕੋਈ ਕੰਮਕਾਰ ਤੋਂ ਵੀ ਨਹੀਂ ਕਰ ਸਕਦੇ। ਜੇ ਘਰ ਦੇ ਵਿੱਚ ਕੋਈ ਖੁਦਾ ਦਾ ਖਾਸਤਾ ਨਾ ਹੋਵੇ, ਵੀ ਉਹਨਾਂ ਦੇ ਆਦਮੀ ਨਾ ਹੋਵੇ, ਕੋਈ ਘਰ ਦੇ ਵਿੱਚ ਹੋਰ ਮੁੰਡੇ ਆਪਣੇ ਸਕੂਲਾਂ ਯੂਨੀਵਰਸਿਟੀ 'ਚ ਗਏ ਹੋਣ, ਇੱਕੋ ਹੀ ਬੰਦਾ ਸੀਗਾ। ਹਾਂਜੀ, ਤੇ ਉਹ ਤੀਵੀਂ ਨੂੰ ਫਿਰ ਬੰਦਿਆਂ ਦਾ ਸਹਾਰਾ ਲੈਣਾ ਪੈਣਾ। ਕੋਈ ਆਲੇ ਦੁਆਲੇ ਕੋਈ ਭੈਣ ਭਾਈ, ਉਹਨਾਂ ਨੂੰ ਕਹਿਣਾ ਭਾਈ ਤੂੰ ਆਪਣਾ ਕੰਮ ਛੱਡ ਕੇ ਆਈ, ਇੱਥੇ ਬੰਦਿਆਂ ਦੇ ਵਿੱਚ ਬੈਠਣਾ ਪੈਣਾ। ਰਾਈਟ, ਤੇ ਇਹਦੇ ਬਾਰੇ ਤੁਸੀਂ ਆਪਣੀ ਥੋੜੀ ਜਿਹੀ ਰਾਏ ਦਿਓ, ਮਾੜਾ ਜਿਹਾ ਤੁਸੀਂ ਆਪਣੇ ਸੁਝਾਅ ਦਿਓ ਕਿ ਇਹ ਗੱਲ ਕਿੱਦਾਂ ਕਿੱਥੇ ਕੁ ਤਾਈਂ ਸਹੀ ਹੈ, ਵੀ ਇਹ ਰਿਵਾਜ ਸਾਡੇ ਜਿਹੜੇ ਆ ਇਹ ਹਟਣੇ ਚਾਹੀਦੇ ਆ ਜਾਂ ਨਹੀਂ। ਇਹਨਾਂ ਨੂੰ ਆਪਾਂ ਕਾਹਤੇ ਕੰਟੀਨਿਊ ਕਰਦੇ ਆ। ਜਿਹੜਾ ਸੋਗ ਆ ਨਾ, ਉਹ ਤਾਂ ਨਹੀਂ ਜਾਂਦਾ, ਇਹ ਤਾਂ ਮੰਨਦੇ ਆ, ਪਰ ਇਹ ਜਿਹੜਾ ਡਬਲ ਸੋਗ ਆਪਾਂ ਫੈਮਲੀਆਂ ਤੇ ਪਾਉਨੇ ਆ, ਉਹਨਾਂ ਤੇ ਸਾਨੂੰ ਥੋੜਾ ਜਿਹਾ ਰੁਕਣਾ ਚਾਹੀਦਾ। ਕਿਉਂਕਿ ਜਿਹੜੀ ਘਰ ਦੀ ਸਿਚੁਏਸ਼ਨ ਹੈ ਨਾ, ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਸਾਹ ਹੀ ਨਹੀਂ ਆਉਂਦਾ। ਹਰ ਰੋਜ਼, ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ, ਉਹ ਟੇਪ ਜਿੱਦਾਂ ਚੱਲਦੀ ਹੁੰਦੀ ਹੈ, ਇਸ ਹਿਸਾਬ ਨਾਲ ਉਹਨਾਂ ਨੂੰ ਅਟੈਂਡ ਕਰਨ। ਕਿੱਦਾਂ ਕੀ ਹੋਇਆ ਸੀਗਾ ਜੀ, ਹਾਰਟ ਫੇਲੀਅਰ ਹੋ ਗਿਆ ਕੀ, ਅੱਛਾ ਕਿੱਦਾਂ ਹੋਈ ਸੀ, ਉਹ ਸਾਰਾ ਮੁੜ ਮੁੜ ਕੇ ਉਹ ਹੀ ਗੱਲ। ਹਾਂਜੀ, ਤੇ ਇਹ ਜਿਨ੍ਹਾਂ ਨੇ ਵੀ ਇਹ ਫੇਸ ਕੀਤੀਆਂ, ਉਹ ਆਪਣਾ ਐਕਸਪੀਰੀਅੰਸ ਵੀ ਦੱਸ ਸਕਦੇ ਆ, ਜਾਂ ਤੁਸੀਂ ਆਪਣੀ ਕੋਈ ਇਹਦੇ ਬਾਰੇ ਵਿਊ ਦੇਣੀ ਹੋਊਗੀ ਤੇ ਉਹ ਤੁਸੀਂ ਜ਼ਰੂਰ ਦਿਓ। ਜੇ ਮੈਂ ਕੋਈ ਗਲਤ ਗੱਲ ਕਹਾਂਗਾ, ਮੈਂ ਹੁਣੇ ਮਾਫੀ ਮੰਗ ਲੈਣਾ ਜੀ, ਮੇਰਾ ਕਹਿਣ ਦਾ ਕਿਸੇ ਨੂੰ ਕੋਈ ਹਰਟ ਕਰਦਾ ਨਹੀਂ ਮਤਲਬ, ਪਰ ਇਹ ਸਾਡੇ ਇੱਕ ਪ੍ਰੋਬਲਮ ਹੈ ਸਾਡੀ ਸੁਸਾਇਟੀ ਦੇ ਵਿੱਚ, ਜਿਹੜੀ ਇਹ ਤਾਂ ਚੱਲਦੀ ਆ, ਤੇ ਆਪਾਂ ਕਿੱਦਾਂ ਡੀਲ ਕਰੀਏ। ਮੈਂ ਨਾਲ ਇਹ ਵੀ ਕਹਿਣਾ ਚਾਹੁੰਦਾ ਜੀ, ਜਿੱਦਾਂ ਸਾਡਾ ਜਿਹੜਾ ਕਲਚਰ ਆ, ਉਹਦੇ ਮੁਤਾਬਕ ਆਪਾਂ ਉਹ ਆਪਣੇ ਮਰਗ ਦੇ ਬਾਅਦ ਆਪਾਂ ਗੁਰਦੁਆਰੇ ਆਈਦਾ, ਤੇ ਉੱਥੇ ਅਲਾਣੀਆਂ ਦਾ ਪਾਠ ਹੁੰਦਾ, ਭੋਗ ਪਾਇਆ ਜਾਂਦਾ, ਜਿਹੜੇ ਪਾਠ ਰੱਖੇ ਹੁੰਦੇ ਆ, ਉਹਦੇ ਬਾਅਦ ਦੇ ਵਿੱਚ ਆਪਾਂ ਲੰਗਰ ਪਾਣੀ ਛਕੀਦਾ, ਤੇ ਆਪਾਂ ਘਰ ਨੂੰ ਆ ਜਾਈਦਾ। ਤੇ ਇਹਨਾਂ ਦਾ ਅਜੇ ਫਿਊਨਰਲ ਹੋਣਾ, ਜਿਹੜੀ ਮੈਂ ਬੰਦੇ ਦੀ ਗੱਲ ਕਰ ਰਿਹਾ, ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਆ ਕਿ ਤੁਸੀਂ ਜਿਹਦੇ ਤਾਂ ਨਹੀਂ ਆ ਸਕਦੇ, ਫਿਊਨਰਲ ਤੇ ਨਹੀਂ ਆ ਸਕਦੇ, ਕਿਉਂਕਿ ਉੱਥੇ 30 ਬੰਦੇ ਵੱਧ ਤੋਂ ਵੱਧ ਜਾ ਸਕਦੇ ਆ, ਤੇ ਤੁਸੀਂ ਉਹਨਾਂ ਨੇ ਇੱਕ ਜਗ੍ਹਾ ਦਾ ਦੱਸਿਆ ਆ,
ਕਿ ਤੁਸੀਂ ਉੱਥੇ ਆ ਜਾਓ। ਉਹਨਾਂ ਦਾ 4-5 ਘੰਟੇ ਦਾ ਜਾਨੀ ਪ੍ਰੋਗਰਾਮ ਆ, ਜਿਹਦੇ ਵਿੱਚ ਤੇ ਉਹਨਾਂ ਦਾ ਖਾਣਾ ਪੀਣਾ ਜੋ ਵੀ ਹੁੰਦਾ ਆ, ਤੇ ਉਸ ਹਿਸਾਬ ਨਾਲ ਉਹ ਇੱਕ ਤਰ੍ਹਾਂ ਨਾਲ ਸੈਲੀਬ੍ਰੇਟ ਕਰਦੇ। ਸ਼ਾਇਦ ਉਹਨੂੰ ਕਹਿੰਦੇ ਵੇਕ, ਏਦਾਂ ਕੁਝ ਕਹਿੰਦੇ ਆ ਵੀ ਜਿੱਦਾਂ ਉਹਨੂੰ ਯਾਦ ਕਰਨਾ ਹੁੰਦਾ, ਉਹਦੇ ਕੰਮ ਯਾਦ ਕਰਨੇ ਹੁੰਦੇ ਆ, ਤੇ ਉਹਨਾਂ ਦੇ ਯਾਰ ਦੋਸਤ ਆ ਕੇ ਉਹ ਗੱਲਾਂ ਕਰਦੇ ਕਿ ਉਹ ਚੰਗਾ ਬੰਦਾ ਸੀਗਾ, ਸਾਡੇ ਨਾਲ ਹਸਮੁਖ ਸਾਰੇ ਤਰ੍ਹਾਂ, ਏਦਾਂ ਅਸੀਂ ਪਾਰਟੀਆਂ ਤੇ ਗਏ ਸੀਗੇ, ਅਸੀਂ ਛੁੱਟੀਆਂ ਤੇ ਗਏ ਸੀ, ਕਿੰਨਾ ਵਧੀਆ ਜੋ ਵੀ ਹੁੰਦਾ ਉਹਨੂੰ ਚੰਗੇ ਤਰੀਕੇ ਨਾਲ ਯਾਦ ਕਰਦੇ ਆ। ਤਾਂ ਸਾਡੇ ਜਿਹੜਾ ਮਤਲਬ ਜਿਹੜਾ ਸਿਸਟਮ ਹੈ ਨਾ, ਉਹਦੇ ਵਿੱਚ ਤੁਸੀਂ ਮਤਲਬ ਜਿਹਨੇ ਨਹੀਂ ਸਾਡੇ ਤਾਂ ਟਿਕ ਸ਼ੀਟ ਹੁੰਦੀ ਹੈ ਵੀ ਆਪਾਂ ਅਫਸੋਸ ਕਰਿਆ ਜੀ ਤਾਂ ਠੀਕ ਹੈ, ਨਹੀਂ ਤਾਂ ਅਗਲੇ ਨੇ ਕਹਿਣਾ ਅਫਸੋਸ ਕਰਨ ਵੀ ਨਹੀਂ ਆਏ। ਉਹ ਘਰ ਦੇ ਵੀ ਕਹਿੰਦੇ ਆ 2 ਹਫ਼ਤਿਆਂ ਬਾਅਦ, ਮਹੀਨੇ ਬਾਅਦ ਕਹਿਣਾ ਉਹ ਫਲਾਨਾ ਨਹੀਂ ਸੀ ਆਇਆ। ਇਹ ਸਾਨੂੰ ਜਿਹਨੂੰ ਗੱਲਾਂ ਛੱਡਣੀਆਂ ਚਾਹੀਦੀਆਂ ਮੇਰੇ ਖਿਆਲ ਦੇ ਵਿੱਚ। ਤੇ ਮੈਂ ਇੰਨਾ ਕੋਈ ਕਹਿਣਾ ਜੀ, ਜੇ ਕਿਸੇ ਨੇ ਆਪਣੇ ਵਿਚਾਰ ਦੇਣੇ ਹੋਊਗੇ ਤਾਂ ਪਲੀਜ਼ ਅਨਮਿਊਟ ਹੋ ਕੇ ਥੋੜਾ ਤੁਸੀਂ ਵੀ ਦੱਸੋ ਵੀ ਤੁਹਾਡੇ ਕੀ ਵਿਚਾਰ ਆ ਇਹਦੇ ਬਾਰੇ। ਤੇ ਸਭ ਤੋਂ ਪਹਿਲਾਂ ਆਪਣੇ ਭੈਣ ਕੁਲਦੀਪ ਕੌਰ ਜੀ ਹੋਏ ਸੀਗੇ ਅਨਮਿਊਟ, ਤੁਸੀਂ ਗੱਲ ਕਰੋ ਜੀ। ਹਾਂਜੀ ਵੀਰ ਜੀ, ਅਸੀਂ ਤਾਂ ਇਸ ਤਰ੍ਹਾਂ ਕਰਦੇ ਆ ਸਾਡੇ ਸਰਕਲ ਦੇ ਵਿੱਚ ਕਿ ਜਦੋਂ ਕਿਸੇ ਦੀ ਡੈਥ ਹੁੰਦੀ ਆ, ਇੱਕ ਟਾਈਮ ਰੱਖ ਲੈਂਦੇ ਆ 5 ਤੋਂ 6 ਤੋਂ 7 ਜਿਸ ਤਰ੍ਹਾਂ ਵੀ, ਤੇ ਉਸ ਵੇਲੇ ਹੀ ਸਾਰੇ ਆਉਣ, ਬਾਕੀ ਸਾਰਾ ਦਿਨ ਕੋਈ ਨਾ ਆਵੇ। ਬਹੁਤ ਵਧੀਆ ਜੀ। ਸਾਡੇ ਸਾਰੇ, ਅਸੀਂ ਵੀ ਮੇਰੇ ਹਸਬੰਦ ਦੇ ਟਾਈਮ ਤੇ ਵੀ ਇਦਾਂ ਕੀਤੀ ਸੀ, ਸਾਡੇ ਬਾਕੀ ਜਿੰਨੇ ਵੀ ਹੁਣ ਇੱਥੇ ਫਰੈਂਡ ਸਰਕਲ ਹੈ ਸਾਰੇ ਇਸ ਤਰ੍ਹਾਂ ਹੀ ਕਰਦੇ ਨੇ। ਜਿਸ ਦਿਨ ਕਿਸੇ ਦੀ ਡੈਥ ਹੁੰਦੀ ਹੈ, ਕੋਈ ਨਾ ਕੋਈ ਫਰੈਂਡ ਜਾ ਕੇ ਇੱਕ ਛਪਾ ਲੈਂਦੇ ਨੇ, ਛਪਾ ਕੇ ਫਿਰ ਉਹ ਸਭ ਨੂੰ ਭੇਜ ਦਿੰਦੇ ਨੇ WhatsApp ਤੇ ਕਿ ਇਸ ਟਾਈਮ ਤੇ ਤੁਸੀਂ ਆ ਸਕਦੇ ਆ, ਅਫਸੋਸ ਕਰ ਸਕਦੇ ਆ। ਤੇ ਅਸੀਂ ਫਿਰ ਕਈ ਵਾਰੀ ਇਹ ਵੀ ਕਰਦੇ ਆ, ਹੁਣ ਜਿਸ ਤਰ੍ਹਾਂ ਤੁਸੀਂ ਕਿਹਾ, we have also gone through it, ਕਿ ਪਹਿਲਾਂ ਤੁਹਾਨੂੰ ਪਤਾ ਹੈ ਬੰਦਾ ਬਿਮਾਰ ਸੀਗਾ, ਸੋ ਪਤਾ ਤੇ ਹੈ ਕਿ ਉਹ ਕਿਸ ਤਰ੍ਹਾਂ ਮਰਿਆ, ਸੋ ਤੁਸੀਂ ਉਹਦੀ ਬਾਰ-ਬਾਰ ਨਾ ਗੱਲ ਕਰੋ। ਜੇ ਹਾਰਟ ਅਟੈਕ ਹੋਇਆ, ਸਡਨਲੀ ਕੁਝ ਹੋਇਆ, ਚੰਗਾ ਭਲਾ ਸੀ, ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਬਿਮਾਰ ਹੈ ਜਾਂ ਕੁਝ ਹੈ, ਫਿਰ ਠੀਕ ਹੈ, ਸ਼ੌਕ ਲੱਗਦਾ ਹੈ, ਫਿਰ ਤਾਂ ਬੰਦਾ ਪੁੱਛਦਾ ਆ। ਪਰ ਅਸੀਂ ਇਸ ਤਰ੍ਹਾਂ ਬਾਰ-ਬਾਰ ਨਹੀਂ ਪੁੱਛਦੇ। ਸਾਡੇ ਹੁਣੇ ਲਾਸਟ ਸੈਟਰਡੇ ਇੱਕ ਫਰੈਂਡ ਦੇ ਫਿਊਨਰਲ ਹੋਇਆ, ਅਸੀਂ ਉਹਨਾਂ ਨੇ 30 ਲੋਕ ਬੁਲਾਏ ਸੀ, ਜਿਨ੍ਹਾਂ ਨੇ ਤਾਂ ਦੱਸਿਆ ਕਿ ਅਸੀਂ ਆਵਾਂਗੇ, ਉਹਨਾਂ ਦੇ ਨਾਂ ਉਹਨਾਂ ਨੇ ਅਨਾਉਂਸ ਕੀਤੇ। ਜਿਹੜੇ 30 ਹੋਰ ਸੀ, 60-70 ਬੰਦੇ ਸੀ ਉੱਥੇ ਜਿਨ੍ਹਾਂ ਦੇ ਨਾਂ ਹੈ ਨਹੀਂ ਸੀਗੇ। ਫਿਰ ਉਹਨਾਂ ਨੇ ਕਿਹਾ ਕਿ 30 ਅੰਦਰ ਜਾ ਸਕਦੇ ਆ, ਬਾਕੀ ਸਾਰੇ ਤੁਸੀਂ ਆ ਦਰਵਾਜ਼ਿਆਂ 'ਚ ਖੜੇ ਹੋ ਕੇ ਦੇਖ ਲਓ। ਫਿਰ ਕੁਛ ਨੇ ਦੇਖ ਲਿਆ, ਕੁਛ ਚਲੇ ਗਏ। ਮੇਰਾ ਤਾਂ ਇਹੀ ਸੁਝਾਅ ਆ ਕਿ ਆਪਣੇ ਵੀ ਗੁਰਦੁਆਰਿਆਂ 'ਚ ਇਸੇ ਤਰ੍ਹਾਂ ਸਾਰਿਆਂ ਨੂੰ ਟ੍ਰੇਨ ਕਰੋ ਕਿ ਵੀ ਕੋਈ ਟਾਈਮ ਰੱਖ ਲਓ ਜਦੋਂ ਸਾਰੇ ਜਾਣੇ ਆਉਣ, ਤੇ ਉਸ ਵੇਲੇ ਕਰਕੇ, ਤਾਂ ਕਿ ਬਾਕੀ ਦਾ ਟਾਈਮ ਘਰ ਵਾਲੇ ਆਪਣਾ ਕੰਮ ਕਰ ਸਕਣ। ਇਹ ਬਹੁਤ ਵਧੀਆ ਸੁਝਾਅ ਹੈ ਜੀ। ਮੇਰਾ ਖਿਆਲ ਸਾਨੂੰ ਇਹਦੇ ਬਾਰੇ ਗੌਰ ਕਰਨੀ ਚਾਹੀਦੀ ਆ, ਤਾਂ ਕਿ ਅਸੀਂ ਇਹ ਜਿਹੜੀ ਝੰਜਟ ਹੈ ਇਹਨਾਂ ਦੇ ਵਿੱਚੋਂ ਥੋੜਾ ਜਿਹਾ, ਇੱਕ ਤਾਂ ਜਿਹੜਾ ਇੰਪੈਕਟ ਹੁੰਦਾ ਉਸ ਚੀਜ਼ ਦਾ, ਉਹ ਘਰ ਵਾਲੇ ਇਦਾਂ ਡੀਲ ਕਰ ਸਕਣ, ਤੇ ਦੂਸਰਾ ਇੱਕ ਟਾਈਮ ਰੱਖਿਆ ਹੋਵੇ ਤਾਂ ਉਹਦੇ ਵਿੱਚ ਹੀ ਸਾਰਿਆਂ ਨੂੰ ਪਤਾ ਹੁੰਦਾ ਵੀ ਇਸ ਟਾਈਮ ਤੇ ਆਉਣਾ, ਠੀਕ ਹੈ, ਡੀਲ ਕਰ ਲੈਣਗੇ, ਠੀਕ ਹੈ ਜੀ। ਤੇ ਸਵੇਰ ਨੂੰ 8-9 ਵਜੇ ਤੋਂ ਲੈ ਕੇ ਸ਼ਾਮ ਦੇ 8-9 ਵਜੇ ਤੱਕ ਅਗਲਿਆਂ ਨੂੰ ਪਨਿਸ਼ਮੈਂਟ ਨਾ ਹੋਵੇ। ਉਹਨਾਂ ਨੂੰ ਵੀ ਬਹਿਣਾ ਪੈਂਦਾ, ਜਾਣ ਵਾਲਿਆਂ ਨੂੰ ਵੀ ਹੁੰਦਾ ਵੀ ਕੋਈ ਨਹੀਂ ਚੱਲ ਜਾਵਾਂਗੇ, ਕੋਈ ਨਹੀਂ ਹੁਣ ਠਹਿਰ ਕੇ ਚੱਲ ਜਾਵਾਂਗੇ, ਘੰਟਾ ਠਹਿਰ, ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਹੈ, ਤੇ ਉੱਥੇ ਆਪਣੀ ਹਾਜ਼ਰੀ ਜ਼ਰੂਰ ਲਾਉਣੀ ਹੁੰਦੀ ਹੈ ਤਾਂ ਕਿ ਅਗਲਾ ਮਾਈਂਡ ਨਾ ਕਰੇ। ਤੇ ਬਹੁਤ ਵਧੀਆ ਸੁਝਾਅ ਹੈ ਜੀ, ਥੈਂਕ ਯੂ। ਹਾਂ ਵੀ ਕਈ ਲੋਕ ਉਹ ਵੀ ਸੀਗੇ, ਜਦੋਂ ਜਿੱਦਾਂ ਰਾਤ ਅਸੀਂ ਸਾਰੀ ਫੈਮਿਲੀ ਜਾਗਦੇ ਰਹੇ ਆ, ਜਦੋਂ ਡੈਥ ਹੋਈ ਹੈ ਸਵੇਰੇ ਹੀ ਸਾਨੂੰ 8:30-9 ਵਜੇ ਫਰੈਂਡਸ, ਕੁਛ ਲੋਕ 1-2 ਦੇ ਫੋਨ ਆਏ ਕਿ ਅਸੀਂ ਆ ਜਾਈਏ। ਮੈਂ ਕਿਹਾ ਕਾਹਦੇ ਵਾਸਤੇ? ਕਿ ਅਫਸੋਸ ਕਰਨ ਲਈ। ਮੈਂ ਕਿਹਾ ਸਾਰਾ ਦਿਨ ਪਿਆ, ਬੱਚਿਆਂ ਨੂੰ ਰੈਸਟ ਕਰ ਲੈਣ ਦਿਓ, ਸਾਨੂੰ ਥੋੜਾ ਜਿਹਾ ਰੈਸਟ ਕਰਨ ਦਿਓ, ਕੁਝ ਸੋਚ ਲੈਣ ਦਿਓ, ਅਸੀਂ ਫਿਊਨਰਲ ਅਰੇਂਜ ਕਰਨ ਜਾਣਾ ਆ। ਇੰਨੀ ਵੀ ਕੋਈ ਜਲਦੀ ਨਹੀਂ ਹੈ ਕਿ ਸਾਨੂੰ ਤੁਹਾਡੇ ਅਫਸੋਸ ਦੀ ਲੋੜ ਹੈਗੀ ਆ। ਆਈ ਨੋ ਕਿ ਤੁਹਾਡੀ ਸਿੰਪਥੀ ਸਾਡੇ ਨਾਲ ਹੈਗੀ ਆ, ਪਰ ਸਾਨੂੰ ਇੱਕ ਦਿਨ ਤਾਂ ਜ਼ਰੂਰ ਦੇ ਦਿਓ। ਅੱਜ ਅਸੀਂ ਜੋ ਵੀ ਪਲਾਨ ਕਰਨੀ ਆ, ਕਿਸੇ ਨੇ ਕਿੱਦਾਂ ਆਉਣਾ, ਕਿਹਨਾਂ ਨੇ ਆਉਣਾ, ਉਹ ਅਸੀਂ ਤੁਹਾਨੂੰ ਅਰੇਂਜਮੈਂਟ ਸਾਰਾ ਅੱਜ ਸ਼ਾਮ ਤੱਕ ਦੱਸ ਦਾਂਗੇ। ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ। ਤੇ ਸਾਡੇ ਨਾਲ ਆਪਣੇ ਪੁਨੀਤ ਕੌਰ ਜੀ ਸੀਗੇ ਜੀ, ਤੁਸੀਂ ਅਨਮਿਊਟ ਹੋ ਜਾਓ ਹੁਣ, ਤੁਸੀਂ ਮਿਊਟਡ ਆ। ਹਾਂਜੀ, ਕਰੋ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੜੀ ਇੱਕ ਮਤਲਬ ਇਹ ਬੜੀ ਇੰਪੋਰਟੈਂਟ ਇਸ਼ੂ ਹੈ ਜਿਹੜਾ ਸਾਡਾ ਐਡਰੈਸ ਜ਼ਰੂਰ ਹੋਣਾ ਚਾਹੀਦਾ ਹੈ। ਵੀਰ ਐਕਚੁਅਲੀ ਅਸੀਂ ਲੋਕ ਹਮੇ ਇੰਡੀਆ ਤੇ ਅਬਰੋਡ ਦੇ ਸੀਨਸ ਬਿਲਕੁਲ ਡਿਫਰੈਂਟ ਹਨ, ਮਤਲਬ ਕਿਤੇ ਨਾ ਕਿਤੇ ਡਿਫਰੈਂਟ ਹਨ। ਤੇ ਮਤਲਬ ਮੈਂ ਇੱਕ ਚੀਜ਼ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਮੈਂ ਜੰਮੂ ਰਹਿੰਦੀ ਹਾਂ ਤੇ ਇੱਥੇ
ਕਿਸੇ ਵੀ ਮਤਲਬ ਕਿਧਰੇ ਕੋਈ ਐਸੀ ਮਿਸ ਹੈਪਨਿੰਗ ਹੋ ਜਾਵੇ ਤੇ ਇੱਥੇ ਕੀ ਕਰਦੇ ਨੇ, ਜਿਸ ਤਰ੍ਹਾਂ ਹੁਣ ਕੋਈ ਬੋਡੀ ਰੱਖਣੀ ਪੈ ਜਾਂਦੀ ਹੈ, ਕੋਈ ਕਿਸੇ ਦਾ ਕੋਈ ਰਿਸ਼ਤੇਦਾਰ ਬਾਹਰ ਹੈ, ਬੇਟਾ ਬੇਟੀ ਕੋਈ ਵੀ, ਤੇ ਬੋਡੀ ਸਮਟਾਈਮਸ ਰੱਖਣੀ ਪੈ ਜਾਂਦੀ ਹੈ, ਰਾਤ 2 ਰਾਤਾਂ ਵੀ ਮੇਬੀ। ਤੇ ਉਸ ਟਾਈਮ ਸਭ ਤੋਂ ਵੱਡਾ ਇੱਥੇ ਜਿਹੜਾ ਪ੍ਰੋਬਲਮ ਪਹਿਲੇ ਲੋਕਾਂ ਨੂੰ ਆਉਂਦਾ ਹੁੰਦਾ ਸੀਗਾ ਕਿ ਉਸ ਟਾਈਮ ਘਰ ਵਾਲੇ ਖਾਣਗੇ ਕਿਸ ਤਰ੍ਹਾਂ, ਮਤਲਬ ਤੁਹਾਡਾ ਫੂਡ ਦਾ ਕਿਸ ਤਰ੍ਹਾਂ ਅਰੇਂਜ ਹੋਏਗਾ, ਕਿਉਂਕਿ ਬਹੁਤ ਪਹਿਲੇ ਰਿਵਾਜ ਸੀ ਕਿ ਉਸ ਘਰ ਵਿੱਚ ਫਿਰ ਰੋਟੀ ਵੀ ਨਹੀਂ ਸੀ ਬਣਦੀ। ਤੇ ਲੇਕਿਨ ਹੁਣ ਇੱਥੇ ਨੌਜਵਾਨ ਜਥੇਬੰਦੀਆਂ ਨੇ, ਉਹਨਾਂ ਨੇ ਇਹ ਮਤਲਬ ਜ਼ਿੰਮੇਵਾਰੀ ਲਿੱਤੀ ਹੋਈ ਹੈ ਕਿ ਭਈ ਜਿਸ ਤਰ੍ਹਾਂ ਲੋਕਲ ਹਰ ਗੁਰਦੁਆਰਾ ਸਾਹਿਬ ਦੀ ਜਾਂ ਗੁਆਂਢੀ ਉਹ ਜਿਹੜਾ ਟਾਈਮ ਹੁੰਦਾ ਹੈ, ਜਿਸ ਤਰ੍ਹਾਂ ਸਾਡੇ ਮਤਲਬ ਅਗਰ ਹੋਈ ਸੀਗੇ ਨਾਲ ਹੀ ਸਾਡੇ ਉਹ ਐਕਸੀਡੈਂਟ, ਇੱਕ ਬਹੁਤ ਯੰਗ ਡੈਥ ਹੋਈ ਸੀ ਤੇ ਉਹਨਾਂ ਦੇ ਬੇਟੇ ਨੇ ਸ਼ਿਕਾਗੋ ਤੋਂ ਆਉਣਾ ਸੀ ਤੇ ਉਹਨਾਂ ਦੀ ਬੋਡੀ 3 ਦਿਨ ਰੱਖਣੀ ਪਈ ਸੀ ਤੇ 3 ਦਿਨ ਉਹ ਫੈਮਿਲੀ ਬਿਨਾਂ ਖਾਦੇ ਪੀਤੇ ਤੇ ਨਹੀਂ ਨਾ ਰਹਿ ਸਕਦੀ ਤੇ ਨਾ ਹੀ ਉਹ ਵਿਚਾਰੇ ਆਪ ਉੱਠਣਗੇ ਤੇ ਬਣਾਉਣਗੇ। ਤੇ ਫਿਰ ਜਿਹੜੇ ਮਤਲਬ ਬਿਕਾਜ਼ ਮੇਰੇ ਫਾਦਰ ਤੇ ਬਿਲਕੁਲ ਨਾਲ ਵਾਲਾ ਘਰ ਸੀ ਤੇ ਤਿੰਨੋਂ ਟਾਈਮ ਮਤਲਬ ਉੱਥੋਂ ਚਾਹ ਵਗੈਰਾ ਲੋਕੀ ਆਉਂਦੇ ਸੀਗੇ, ਉੱਥੇ ਜਾਂਦੇ ਸੀ ਤੇ ਉਹ ਮਤਲਬ ਐਜ਼ ਅ ਲੰਗਰ, ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਨੌਜਵਾਨ ਜਥੇਬੰਦੀ ਜਿਹੜੇ ਸਾਡੇ ਉਸ ਲੋਕੈਲਿਟੀ ਦੇ ਸਨ, ਉਹ ਸਾਰੇ ਉੱਥੇ ਉਹਨਾਂ ਲੰਗਰ ਪ੍ਰਿਪੇਅਰ ਕਰਦੇ ਸਨ, ਖਿਲਾਉਂਦੇ ਸਨ ਉਹਨਾਂ ਦੇ ਘਰਦਿਆਂ ਨੂੰ, ਕਿਉਂਕਿ ਬੈਠਣ ਲਈ ਤੇ ਹਿੰਮਤ ਚਾਹੀਦੀ ਹੈ ਨਾ, 3 ਦਿਨ ਕਿਸੇ ਨੇ ਵੇਟ ਕਰਨਾ ਹੋਏ ਬੋਡੀ ਰੱਖ ਕੇ। ਤੇ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਛੋਟੀਆਂ ਛੋਟੀਆਂ, ਇਹ ਬਹੁਤ ਮੈਟਰ ਕਰਦੀਆਂ ਨੇ। ਫਿਰ ਪਹਿਲੇ ਇੱਥੇ ਫਿਰ ਜਿਸਲੇ 10ਵਾਂ ਹੋਇਆ ਹੁੰਦਾ ਹੈ, ਭੋਗ ਪੈਂਦਾ ਹੈ ਤੇ ਫੋਰਨ ਵਿੱਚ, ਫਿਰ ਮੈਂ ਤੁਹਾਨੂੰ ਕਹਿ ਰਹੀ ਹਾਂ ਦੁਬਾਰਾ ਅਗੇਨ ਰਿਪੀਟ, ਕਿਸੇ ਨਾਲ ਲੱਗ ਗਿਆ। ਇੱਥੇ ਕਈ ਐਸੇ ਪਰਿਵਾਰ ਵੀ ਹਨ ਜਿਨ੍ਹਾਂ ਨੂੰ ਆਪਣਾ ਗੁਜ਼ਾਰਾ ਵੀ ਮੁਸ਼ਕਿਲ ਹੁੰਦਾ ਹੈ ਤੇ 10ਵੇਂ ਤੇ ਅਗਰ 100 ਬੰਦਾ, 150 ਬੰਦਾ, 200 ਬੰਦਾ ਲੰਗਰ ਲਈ ਮਤਲਬ ਉਹ ਉਹਨਾਂ ਨੂੰ ਅਰੇਂਜ ਕਰਨਾ ਹੈ। ਇੱਕ ਬੰਦੇ ਦਾ ਆਲਰੇਡੀ ਲੱਕ ਟੁੱਟਿਆ ਹੋਇਆ ਹੁੰਦਾ ਹੈ ਕਿ ਅਗਰ ਕੋਈ ਐਸੀ ਵਾਹਿਗੁਰੂ ਨਾ ਕਰੇ ਕਿ ਕੋਈ ਬਹੁਤ ਹੀ ਜਿਹੜਾ ਘਰ ਦਾ ਕਮਾਉਣ ਵਾਲਾ ਹੀ ਚਲਾ ਗਿਆ ਹੈ, ਉਸਦਾ ਮੁਸ਼ਕਿਲ। ਫਿਰ ਇੱਥੇ ਦੇ ਲੋਕਲ ਜਿਹੜੇ ਸੀਗੇ, ਜਿਹੜੇ ਸਾਡੇ ਮਤਲਬ ਪ੍ਰਬੰਧਕ ਕਮੇਟੀਆਂ, ਉਹਨਾਂ ਨੇ ਫਿਰ ਇਹ ਫੈਸਲਾ ਲਿਆ ਇੱਥੇ ਕਿ ਜਿਹੜਾ ਭੋਗ ਦੇ ਦਿਨ ਜਿਹੜਾ ਕੋਈ ਲੰਗਰ ਹੋਏਗਾ ਉਹ ਸਿਰਫ ਤੇ ਸਿਰਫ ਜਿਹੜਾ ਬਹੁਤ ਕਲੋਜ਼ ਜਿਹੜੇ ਘਰ ਵਾਲੇ ਜਾਂ ਜਿਹੜੇ ਕੋਈ ਬਾਹਰੋਂ ਆਏ ਹੋਏ ਉਹਨਾਂ ਵਾਸਤੇ ਪਲੀਜ਼ ਅਰੇਂਜ ਕਰੋ। ਉਹ ਵਾਰ-ਵਾਰ ਸਾਨੂੰ ਬੇਨਤੀ ਕਰਦੇ ਹੁੰਦੇ ਸੀਗੇ। ਇੱਥੇ ਲੋਕਾਂ ਨੇ ਫਿਰ ਉਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ। ਇਹ ਛੋਟੇ ਛੋਟੇ ਰਿਫਾਰਮਸ ਹਨ ਜਿਹੜੇ ਸੁਸਾਇਟੀ ਵਿੱਚ ਲੈਣਾ ਬਹੁਤ ਜ਼ਰੂਰੀ ਹੈ। ਭਾਵੇਂ ਜਿਨ੍ਹਾਂ ਕੋਲ ਹੈ ਰਿਸੋਰਸਿਸ ਹਨ ਉਹਨਾਂ ਵਾਸਤੇ ਕੋਈ ਫਰਕ ਨਹੀਂ ਪਏਗਾ 200 ਬੰਦੇ ਦਾ ਲੰਗਰ, ਲੇਕਿਨ ਜਿਨ੍ਹਾਂ ਕੋਲ ਨਹੀਂ ਹਨ ਉਹਨਾਂ ਨੂੰ ਬਹੁਤ ਫਰਕ ਪੈਂਦਾ ਹੈ। 10 ਦਿਨ ਆਲਰੇਡੀ, ਹੁਣ ਮੈਨੂੰ ਉੱਥੋਂ ਦਾ ਨਹੀਂ ਪਤਾ ਕਿ 10 ਦਿਨ ਤੁਸੀਂ ਮਤਲਬ ਉੱਥੇ ਪੂਰਾ ਕਰਦੇ ਨੇ ਕਿ ਨਹੀਂ, ਬਟ ਇੱਥੇ ਜੰਮੂ ਜਿਹੜੇ ਅਸੀਂ ਕਰਦੇ, ਮਤਲਬ ਇੱਥੇ ਪੂਰੇ 10 ਡੇਜ਼ ਜਿਹੜੇ ਹੁੰਦੇ ਉਹ ਪੂਰੇ ਦੇ ਪੂਰੇ, ਫਿਰ 8ਵੇਂ ਦਿਨ ਹੀ ਅਖੰਡ ਪਾਠ ਰਖਾਉਂਦੇ ਨੇ। ਤੇ ਬੜੇ ਬਹੁਤ ਛੋਟੀਆਂ ਚੀਜ਼ਾਂ ਨੇ। ਫਿਰ ਜਿਸ ਤਰ੍ਹਾਂ ਇੱਕ ਮੈਮ ਨੇ ਹੁਣੇ ਕਿਹਾ ਕਿ 1 ਘੰਟੇ ਦਾ ਟਾਈਮ, ਸਾਡੇ ਵੀ ਇੱਥੇ ਇਸੇ ਤਰ੍ਹਾਂ ਹੀ ਹੁੰਦਾ ਹੈ। 1 ਘੰਟਾ ਹੁੰਦਾ ਹੈ ਸ਼ਾਮ ਦੇ ਟਾਈਮ, ਜਿਸ ਨੂੰ ਅਸੀਂ ਕਹਿੰਦੇ ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ। ਕੀਰਤਨ ਤੋਂ ਬਾਅਦ ਪਾਠ ਹੁੰਦਾ ਹੈ ਰਹਿਰਾਸ ਸਾਹਿਬ ਦਾ। ਉਸ ਤੋਂ ਬਾਅਦ ਫਿਰ ਛੋਟਾ ਜਿਹਾ ਮਤਲਬ ਜਿਹੜਾ ਪਰਿਵਾਰ ਦਾ ਕੋਈ ਬੰਦਾ ਉੱਠ ਕੇ ਜਿਹੜੇ ਉੱਥੇ ਆਏ ਦੇ ਕਥਾ ਦੇ ਟਾਈਮ, ਜਿਹੜੇ ਉੱਥੇ ਬਰਾਦਰੀ ਭਾਈਚਾਰਾ ਜਿਹੜਾ ਵੀ ਆਇਆ ਦਾ ਹੁੰਦਾ, ਉਹਨਾਂ ਨੂੰ ਧੰਨਵਾਦ ਕਰਦੇ ਨੇ। ਸਾਡੇ ਵੀ ਹਾਂ, ਤੇ ਬਹੁਤ ਮਤਲਬ ਮਾਈਨਿਊਟ ਚੀਜ਼ਾਂ ਨੇ ਜਿਹੜੀਆਂ ਮੈਟਰ ਕਰਦੀਆਂ ਨੇ। ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਵਾਂ ਕਿ ਸਾਡੀ ਸੋਸਾਇਟਲ ਸੈਟਅਪ ਵਿੱਚ ਇਸ ਤਰ੍ਹਾਂ ਹੁੰਦਾ ਨੇ। ਤੇ ਥੈਂਕ ਯੂ ਸੋ ਮਚ। ਥੈਂਕ ਯੂ, ਤੁਹਾਡੇ ਓਪੀਨੀਅਨ। ਹਾਂਜੀ, ਬਹੁਤ ਵਧੀਆ ਜੀ, ਤੁਹਾਡੇ ਵਿਚਾਰ ਮਿਲ ਗਏ ਜੀ ਸਾਨੂੰ। ਤੁਸੀਂ ਆਪਣੇ ਜੰਮੂ ਦੇ ਵਿੱਚੋਂ ਜਿੱਦਾਂ ਵੀ ਤੁਹਾਡੇ ਉੱਥੇ ਚੱਲ ਰਿਹਾ ਉਸ ਹਿਸਾਬ ਨਾਲ ਤੁਸੀਂ ਗੱਲ ਕੀਤੀ ਆ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਆਪਣੇ ਦੱਸਣ। ਸਾਡੇ ਨਾਲ ਕਾਫੀ ਹੈਗੇ ਅਨਮਿਊਟ, ਹੁਣ ਮੈਂ ਉਹਨਾਂ ਦੇ ਨਾਲ ਸਾਰਿਆਂ ਕੋਲ ਆਉਣਾ। ਤੁਹਾਡਾ ਧੰਨਵਾਦ ਜੀ। ਤੇ ਹਾਂਜੀ, ਥੈਂਕ ਯੂ ਜੀ। ਮੈਂ ਆਪਣੇ ਗੁਰਮੁਖ ਸਿੰਘ ਤੁਹਾਡੇ ਕੋਲ ਵੀ ਆਉਣਾ। ਪਹਿਲਾਂ ਭੈਣ ਜਗਜੀਤ ਕੌਰ ਕੁਝ ਕਹਿਣਾ ਚਾਹੁੰਦੇ ਆ, ਉਹਦੇ ਬਾਅਦ ਦੇ ਵਿੱਚ ਨਰਿੰਦਰਾ ਸਾਹਿਬ ਵੀ ਆ ਤੇ ਗੁਰਮੁਖ ਸਿੰਘ ਵੀ ਆ। ਹਾਂਜੀ ਵੀਰ ਜੀ, ਤੁਸੀਂ ਜਿਹੜੀ ਐਗਜ਼ਾਮਪਲ ਦਿੱਤੀ ਸੀ ਨਾ, ਗ੍ਰੈਂਡ ਮਦਰ ਨੇ ਜਿਸ ਤਰ੍ਹਾਂ ਆਪਣੇ ਗ੍ਰੈਂਡ ਸਨ ਨੂੰ ਸਮਝਾਇਆ, ਬਹੁਤ ਅੱਛਾ ਕੀਤਾ। ਨਹੀਂ ਤੇ ਉਹ ਬੱਚਾ ਜੇ ਸਾਹਮਣੇ ਨਾ ਦੇਖਦਾ, ਸਾਰੀ ਉਮਰ ਲਈ ਉਹਦੇ ਕੁਐਸਚਨ ਰਹਿ ਜਾਂਦਾ ਹੈ। ਸੋ ਇਹ ਉਹਨਾਂ ਨੇ ਪ੍ਰੈਕਟੀਕਲੀ ਜੋ ਕਰਕੇ ਦਿਖਾਇਆ, ਆਈ ਐਗਰੀ ਐਂਡ ਆਈ ਬਿਲਕੁਲ ਸਹਿਮਤੀ ਹੈਗੀ ਮੇਰੀ, ਇਸ ਤਰ੍ਹਾਂ ਕਰਨਾ ਚਾਹੀਦਾ। ਕਿਉਂਕਿ ਔਰ ਦੂਸਰਾ, ਪਹਿਲੇ ਸਾਡੇ ਕਲਚਰ 'ਚ ਇਸ ਤਰ੍ਹਾਂ ਹੀ ਹੁੰਦਾ ਹੈ। ਮੈਂ ਹਰ ਇੱਕ ਨੂੰ ਇਹੀ ਕਹਿੰਦੀ ਹਾਂ, ਮੈਂ ਕਿਹਾ ਸਾਡਾ ਧਰਮ ਜਿਤਨਾ ਅੱਛਾ ਹੈ, ਕਲਚਰ ਉਤਨਾ ਹੀ ਬੇਕਾਰ ਹੈ। ਜੇ ਕੁੜੀਆਂ ਨਹੀਂ ਜਾ ਸਕਦੀਆਂ ਸੰਸਕਾਰ ਵੇਲੇ, ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਬੜਾ ਕੁਝ ਹੈਗਾ। ਪਰ ਅੱਜ ਕੱਲ੍ਹ ਚਲੋ ਸ਼ੁਕਰ ਹੈ ਵਾਹਿਗੁਰੂ ਦਾ, ਥੋੜ੍ਹਾ ਕੀ ਚੇਂਜ ਹੋ ਰਿਹਾ, ਕੁੜੀਆਂ ਨੂੰ ਜਾਣ ਦਿੰਦੇ ਹੈਗੇ ਨੇ। ਤੇ ਬਾਕੀ ਦੂਸਰਾ ਇਹ ਹੈਗਾ ਕਿ ਜਿਹੜੀ ਜਿਸ ਤਰ੍ਹਾਂ ਪੁਨੀਤ ਗੱਲ ਕਰ ਰਹੀ ਸੀ ਕਿ ਖਾਣੇ ਪੀਣੇ ਦੀ,
ਮੈਨੂੰ ਤਾਂ ਸਮਝ ਨਹੀਂ ਆ ਰਹੀ ਅੱਜਕੱਲ ਕੀ ਹੋ ਰਿਹਾ, ਨਾ ਪਤਾ ਲੱਗਦਾ ਇਹ ਮਾਤਮ ਦਾ ਲੰਗਰ ਹੈ ਤੇ ਨਾ ਪਤਾ ਲੱਗਦਾ ਹੈ ਕਿਸੇ ਸੈਲੀਬ੍ਰੇਸ਼ਨ ਦਾ ਲੰਗਰ ਹੈ। ਲੋਕੀ ਇਤਨੇ ਚਾੜ ਉਬਾਲ ਕੇ ਮਨਾਉਂਦੇ, ਇਹ ਨਹੀਂ ਸੋਚਦੇ ਕਿ ਵੀ ਇੱਕ ਘਰ 'ਚ ਮਾਤਮ ਹੋਇਆ ਤੇ ਤੁਸੀਂ ਜੇ ਵਾਕਈ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਆਪਣਾ ਗੱਲਾਂ ਇਹੀ ਕਰਦੀਆਂ ਹਨ, ਫਲਾਣੇ ਦੇ ਤੇ ਲੰਗਰ ਇਸ ਤਰ੍ਹਾਂ ਦਾ ਸੀ, ਢਮਕਾਣੇ ਦਾ ਇਸ ਤਰ੍ਹਾਂ ਸੀ। ਸੋ ਇਹ ਕੁਝ ਗੱਲਾਂ ਬਹੁਤ ਹੀ ਖਰਾਬ ਹੋ ਰਹੀਆਂ ਜਿਹੜੇ ਇਸ ਇਸ਼ੂ ਤੇ ਵੀ ਸਾਨੂੰ ਕਰਾਉਣਾ ਚਾਹੀਦਾ। ਦੂਸਰਾ ਇਹ ਹੈ ਕਿ ਕੋਈ ਲੋੜ ਪਰਸਨਲੀ ਮੈਂ ਨਹੀਂ ਸੋਚਦੀ ਵੀ 10 ਦਿਨ ਤੱਕ ਸੋਗ ਮਨਾਉਣੇ ਦੀ ਲੋੜ ਹੈ ਜਾਂ ਕੁਛ ਹੈ, ਕਿਉਂਕਿ ਅੱਜ ਕੱਲ੍ਹ ਸਾਰੇ ਹੈਗੇ ਜਿਹੜੇ ਦੂਰੋਂ ਨਹੀਂ ਆ ਸਕਦੇ, ਜਿਹੜੇ ਆ ਸਕਦੇ ਨੇ ਆਪਣੇ ਕੰਮਾਂ ਕਾਰਾਂ ਨੂੰ ਛੋੜ ਕੇ, ਜਾਣ ਵਾਲਾ ਤੇ ਚਲਾ ਗਿਆ। ਤੇ ਬਾਕੀ ਤੁਸੀਂ 10 ਦਿਨ ਤੱਕ ਜਿਸ ਘਰ 'ਚ ਮਾਤਮ ਹੋਇਆ ਉਹਨਾਂ ਨੂੰ ਵੀ ਬੰਨੀ ਰੱਖੋ, ਉਹ ਵੀ ਠੀਕ ਨਹੀਂ ਹੈ। ਠੀਕ ਹੈ ਜੀ, ਬਿਲਕੁਲ। ਜਿੱਦਾਂ ਹੁਣ ਸਾਨੂੰ ਨਹੀਂ ਪਤਾ ਅਮਰੀਕਾ ਦੇ ਵਿੱਚ, ਸਾਡੇ ਤਾਂ ਇੱਥੇ ਇਦਾਂ ਹੈ ਜੀ ਵੀ ਜਿਸ ਦਿਨ ਬੰਦਾ ਚਲੇ ਜਾਂਦਾ ਤੇ ਸ਼ਾਮ ਨੂੰ ਹੋਇਆ, ਦੂਏ ਦਿਨ ਸਵੇਰ ਨੂੰ ਚਾਦਰਾਂ ਵਿਛਾਉਂਦੇ ਆ ਤੇ ਸਾਰਾ ਹਫਤਾ ਹੀ ਜਦ ਤਾਈਂ ਫਿਊਨਰਲ ਨਹੀਂ ਹੁੰਦਾ ਨਾ, ਉਦੋਂ ਤਾਈਂ ਉਹ ਘਰ ਦੇ ਵਿੱਚੋਂ ਚਾਦਰਾਂ ਚਿੱਟੀਆਂ ਚੱਕ ਨਹੀਂ ਹੁੰਦੀਆਂ, ਉਹਨਾਂ ਦੇ ਘਰ ਵਾਲਿਆਂ ਦਾ ਕੋਈ ਹਾਲ ਨਹੀਂ ਹੁੰਦਾ ਕਿਸੇ ਤਰ੍ਹਾਂ ਵੀ। ਇੱਕ ਤਾਂ ਉੱਦਾਂ ਨਹੀਂ ਹੁੰਦਾ ਬੰਦਾ ਚਲ ਗਿਆ ਕਰਕੇ, ਤੇ ਦੂਸਰਾ ਇਸ ਕਰਕੇ ਕਿਉਂਕਿ ਲੋਕਾਂ ਦੀ ਆਵਾਜਾਈ ਸਵੇਰ ਤੋਂ ਲੈ ਕੇ ਰਾਤ ਤਾਈਂ ਰਹਿੰਦੀ ਆ, ਉਹਦੇ ਕਰਕੇ। ਤਾਂ ਇਹ ਮਤਲਬ ਤੁਹਾਡੇ ਵੀ ਇਦਾਂ ਹੀ ਆ ਜੀ ਇੱਥੇ? ਨਹੀਂ, ਸਾਡੇ ਘਰ ਹੁਣ ਇੱਥੇ ਬਦਲ ਗਿਆ, ਇੱਥੇ ਤਾਂ ਜਲਦੀ ਕਰ ਦਿੰਦੇ ਨੇ। ਜਿਸ ਦਿਨ ਫਿਊਨਰਲ ਹੋਇਆ ਉਸ ਦਿਨ ਅਗਲੇ ਦਿਨ ਉਹਨਾਂ ਨੇ ਪਾਠ ਰਖਾ ਕੇ ਤੇ ਵਿਦਿਨ ਵੀਕ ਸਾਰਾ ਕੁਝ ਖਤਮ ਕਰ ਦਿੰਦੇ ਨੇ, ਭੋਗ ਵੀ ਹੋ ਜਾਂਦਾ ਅੰਤਿਮ ਅਰਦਾਸ ਤੋਂ ਬਾਅਦ ਤੋਂ। ਹਾਂਜੀ, ਸਾਡੇ ਇਦਾਂ ਹੈ ਜੀ ਵੀ ਜਦ ਤਾਈਂ ਫਿਊਨਰਲ ਨਹੀਂ ਹੁੰਦਾ ਨਾ ਉਦਾਂ ਹੀ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਉਹ ਆਪਣੇ ਕੋਲੋਂ ਤਾਂ ਚਲੋ ਜੋ ਸਾਡਾ ਸਿਸਟਮ ਪਹਿਲਾਂ ਬਣਿਆ ਹੋਊਗਾ ਉਹਦੇ ਮੁਤਾਬਕ ਉਹਨਾਂ ਨੂੰ ਇੱਕ ਤਰ੍ਹਾਂ ਦਾ ਸੋਗ ਦੇ ਵਿੱਚ ਉਹਨਾਂ ਦਾ ਹਿੱਸਾ ਪਾਉਣ ਆਉਂਦੇ ਆ, ਪਰ ਹੁਣ ਜਿਹੜੀ ਅੱਜ ਦੀ ਲਾਈਫ ਆ ਇੰਨੀ ਤੇਜ਼ ਆ, ਉਹ ਹਿੱਸਾ ਪਾਉਣ ਦੀ ਬਜਾਏ ਆਪਣੀ ਹਾਜ਼ਰੀ ਲਵਾਉਣਾ ਚਾਹੁੰਦੇ ਆ। ਉਹ ਟਿਕ ਸ਼ੀਟ ਜਿੱਦਾਂ ਹੁੰਦੀ ਹੈ ਨਾ ਵੀ ਉਹ 'ਚ ਮੇਰਾ ਨਾਮ ਵੀ ਲਿਖਿਆ ਗਿਆ, ਤੇ ਗੱਲਾਂ ਇਸ ਤਰ੍ਹਾਂ ਦੀਆਂ ਕਰਨੀਆਂ ਵੀ ਅਸੀਂ ਹਮਦਰਦੀ ਇੰਨੀ ਜ਼ਾਹਰ ਕਰਦੇ ਹਾਂ ਕਿ ਸਾਨੂੰ ਰੋਣਾ ਆਉਂਦਾ ਜਾਂ ਕਿੱਦਾਂ, ਹਨਾ। ਤੇ ਉਹ 2 ਮਿੰਟ ਲਈ ਹੰਝੂ ਕੇਰ ਕੇ ਜੇ ਫਰਜ਼ ਕੀਤਾ ਅਗਲੇ ਨੂੰ ਰਵਾ ਕੇ ਦਿਲੋਂ ਹਨਾ, ਅਗਲੇ ਨੇ ਮਿੰਟ ਕੁ ਲਈ ਜੇ ਸੋਗ ਦੇ ਵਿੱਚੋਂ ਨਿਕਲਣਾ ਵੀ ਸੀਗਾ, ਤੁਹਾਨੂੰ ਦੇਖ ਕੇ ਫੇਰ ਰੋਣਾ ਪੈਂਦਾ, ਜੇ ਨਹੀਂ ਰੋਂਦੇ ਤਾਂ ਬਾਅਦ 'ਚ ਗੱਲਾਂ ਕਰਦੇ। ਏਦਾਂ ਦੀਆਂ ਗੱਲਾਂ ਜਿਹੜੀਆਂ ਨਾ ਇਹ ਸਾਡੇ ਨੈਗੇਟਿਵ ਪੁਆਇੰਟ ਆ, ਹਨਾ। ਜਿਹੜਾ ਦੁੱਖ ਹੁੰਦਾ ਉਹ ਤਾਂ ਹਰੇਕ ਨੂੰ ਦੁੱਖ ਹੁੰਦਾ। ਹਾਂਜੀ, ਆਪ ਵੀ ਨੈਗੇਟਿਵ ਹੋਵੋ ਤੇ ਅਗਲੇ ਨੂੰ ਵੀ ਹੋਰ ਨੈਗੇਟਿਵ ਕਰੋ। ਉਲਟਾ ਗੁਰਬਾਣੀ ਸਮਝਾ ਕੇ ਬੰਦੇ ਨੂੰ ਹੌਸਲਾ ਦਿਲਾਉਣਾ ਚਾਹੀਦਾ ਹੈ ਕਿ ਵੀ ਚਲੋ ਰੱਬ ਦਾ ਪਾਣਾ ਸੀ, ਹਰ ਇੱਕ ਨੂੰ ਪਤਾ ਹੈ, ਕਹਿਣਾ ਆਸਾਨ ਹੈ, ਮੰਨਣਾ ਔਖਾ ਹੈ, ਬਟ ਇਹ ਥੋੜੀ ਕਿ ਤੁਸੀਂ ਘੜੀ ਉਸ ਬੰਦੇ ਨੂੰ ਉਹੀ ਗੱਲਾਂ ਕਰ ਕਰਕੇ ਦੁਖੀ ਕਰੋਗੇ। ਪਰ ਦੇਖੋ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ ਜਗਜੀਤ ਕੌਰ ਜੀ। ਤੇ ਆਪਾਂ ਜਿੱਦਾਂ ਗੁਰਬਾਣੀ ਦੀ ਵੀ ਗੱਲ ਕਰਦੇ ਹਾਂ ਜੀ, ਗੁਰਬਾਣੀ ਦੇ ਵਿੱਚ ਸਾਰਾ ਕੁਝ ਲਿਖਿਆ ਹੈ ਨਾ ਵੀ ਐਲਾਨੀਆਂ ਦੇ ਵਿੱਚ ਜਾਂ ਹੋਰ ਜਿੱਦਾਂ ਹੋਰ ਵੀ ਗੁਰਬਾਣੀ, ਜਿੱਦਾਂ ਹੁਣ ਪਹਿਲਾਂ ਮਰਨ ਕਬੂਲ ਵਾਲੀ ਤਾਂ ਸਭ ਤੋਂ ਪਹਿਲਾਂ ਇਹ ਆ ਜਾਂਦੀ ਹੈ ਵੀ ਤੂੰ ਮਰਨਾ ਕਬੂਲ ਕਰ ਲਾ। ਜਦੋਂ ਮਰਨਾ ਕਬੂਲ ਕੀਤਾ, ਜਦੋਂ ਮਰ ਗਿਆ ਫਿਰ ਤੁਹਾਨੂੰ ਸ਼ੌਕ ਥੋੜ੍ਹਾ ਲੱਗਣਾ ਜੀ, ਹਾਂਜੀ। ਤੇ ਜਦੋਂ ਬੰਦਾ ਮਰ ਜਾਂਦਾ ਤਾਂ ਹਾਏ ਤਾੜਾ ਫਿਰ ਸਾਡੇ ਹੁੰਦਾ ਆ, ਉਹ ਇਮੋਸ਼ਨਲੀ ਤਾਂ ਅਸੀਂ ਮੰਨ ਸਕਦੇ ਹਾਂ, ਪਰ ਉਹ ਜਿਹੜੀ ਗੁਰਬਾਣੀ ਦੀ ਸਾਡੇ ਲਾਈਨ ਦੇ ਮਤਲਬ ਕੋਈ ਵੀ ਉੱਥੇ ਨਹੀਂ ਕਰਦੀ। ਦੂਏ ਪਾਸੇ ਇਹ ਲੋਕ ਹੈਗੇ ਆ ਮੈਜੋਰਿਟੀ ਆਫ ਜਿਹੜੇ ਗੋਰੇ, ਜਿਨ੍ਹਾਂ ਦਾ ਕਲਚਰ, ਜਿਨ੍ਹਾਂ ਨੂੰ ਅਸੀਂ ਕਹਿੰਦੇ ਨਿਕੰਮਾ ਕਲਚਰ ਆ, ਉਹਨਾਂ ਦੇ ਵਿੱਚ ਉਹ ਏਦਾਂ ਹਾਏ ਤਾੜਾ ਏਦਾਂ ਨਹੀਂ ਕਰਦੇ ਜਿੱਦਾਂ ਆਪਾਂ ਜਿਸ ਹਿਸਾਬ ਨਾਲ ਅਸੀਂ ਕਰਦੇ ਹਾਂ। ਗੁਰਬਾਣੀ ਅਸੀਂ ਪੜ੍ਹੀ ਕੋਈ ਨਹੀਂ, ਸਾਡੇ ਕੋਲ ਐਡਾ ਬੜਾ ਖਜ਼ਾਨਾ ਆ, ਉਹ ਤੋਂ ਸਿੱਖਿਆ ਕੋਈ ਨਹੀਂ ਲਈ, ਪਰ ਇਹ ਸਿੱਖਿਆ ਪਤਾ ਨਹੀਂ ਕਿੱਥੋਂ ਲੈ ਕੇ ਆ ਗਿਆ। ਪਰ ਇਹਨਾਂ ਦੀ ਜ਼ਿੰਦਗੀ ਇਸ ਗੱਲੋਂ ਠੀਕ ਆ ਜੋ ਸੈਲੀਬ੍ਰੇਟ ਕਰਦਾ। ਅਸੀਂ ਕਹਿੰਦੇ ਸ਼ਰਾਬ ਪੀਂਦੇ ਆ ਜੀ ਕਿੱਦਾਂ, ਹਨਾ, ਮਤਲਬ ਮਰਨ ਤੇ ਵੀ ਸ਼ਰਾਬ ਪੀਂਦੇ ਆ, ਪਰ ਠੀਕ ਆ ਉਹ ਮਤਲਬ ਏਦਾਂ ਤਾਂ ਨਹੀਂ ਢੇਰੀ ਢਾ ਕੇ ਤਾਂ ਨਹੀਂ ਪੈਂਦੇ ਜਿਸ ਹਿਸਾਬ ਨਾਲ ਅਸੀਂ ਕਰਦੇ ਹਾਂ। ਹਾਂਜੀ, ਮੈਂ ਨਹੀਂ ਕਹਿੰਦਾ ਵੀ ਸ਼ਰਾਬ ਪੀਓ, ਮੈਂ ਇਹ ਨਹੀਂ ਕਹਿੰਦਾ, ਪਰ ਉਹਨਾਂ ਦਾ ਤਰੀਕਾ ਜਾਣੀ ਇਸ ਚੀਜ਼ ਨੂੰ ਡੀਲ ਕਰਨ ਦਾ ਸਾਡੇ ਨਾਲੋਂ ਡਿਫਰੈਂਟ ਆ। ਜਸਵੀਰ ਕੌਰ ਜੀ, ਤੁਸੀਂ ਵੀ ਅਨਮਿਊਟ ਹੋਏ ਆ। ਗੁਰਮੁਖ ਸਿੰਘ ਮੈਂ ਤੁਹਾਡੇ ਕੋਲ ਮੈਂ ਹਾਂਜੀ ਜਸਵੀਰ ਕੌਰ ਜੀ ਕਰੋ ਗੱਲ। ਮੈਂ ਗੱਲ ਕਰਨੀ ਆ ਕੇਨੀਆ ਮੇਰੇ ਡੈਡੀ ਦੀ ਡੈਥ ਹੋਈ ਸੀ ਜੀ, ਤੇ ਉੱਥੇ ਜਦੋਂ ਅਸੀਂ ਗਈਆਂ ਆ, ਸਾਰੇ ਜਾਣੇ ਗਏ ਆ, ਉੱਥੇ ਜਿਹੜੀ ਸੰਗਤ ਸੀਗੀ, ਲੰਗਰ ਵਗੈਰਾ ਸਾਰਾ ਕੁਝ ਅਸੀਂ ਸਾਰਾ ਗੁਰਦੁਆਰੇ ਦੇ ਹੱਥਾਂ ਸੀ, ਤੇ ਉਹ ਗੁਰਦੁਆਰੇ ਬਣ ਕੇ ਫਿਰ ਅਸੀਂ ਪਿਕ ਕਰ ਲਈਦਾ ਸੀ। ਉੱਥੇ ਜਦੋਂ ਕੋਈ ਆਉਂਦਾ ਸੀਗਾ ਜਸਟ ਆਫਟਰਨੂਨ ਆਉਂਦੇ ਸੀ, ਦੁਪਹਿਰ ਨੂੰ ਆ ਕੇ ਬੈਠ ਜਾਣਾ ਕੋਲ, ਨਾਲੇ ਰੋਟੀ ਖਾ ਲੈਣੀ ਨਾਲੇ ਅਫਸੋਸ ਕਰ ਜਾਣਾ। ਪਰ ਇੱਕ ਚੀਜ਼ ਉੱਥੇ ਜਿਹੜੇ ਸੀਗੇ ਜਿੱਦਾਂ ਕੱਛੀਆਂ ਦੇ ਵੀ ਜਿਹੜੇ ਗੁਜਰਾਤੀ ਸੀਗੀ, ਉਹ ਸ਼ਾਮ ਨੂੰ ਆਪਣਾ ਰਹਿਰਾਸ ਦਾ ਪਾਠ ਜਦੋਂ ਹੁੰਦਾ ਸੀ, ਉਹ ਤੋਂ ਪਹਿਲਾਂ ਉਹਨਾਂ ਨੇ ਆ ਕੇ ਆਪਣੇ ਭਜਨ ਜੇ ਵੀ ਕੀਤੇ, ਤੇ ਜਿਹੜੇ ਇਸਮਾਇਲੀ ਸੀ ਉਹਨਾਂ ਨੇ ਵੀ ਆ ਕੇ ਆਪਣੇ ਭਜਨ ਜਿਹੜਾ ਉਹਨਾਂ ਦਾ ਹੁੰਦਾ ਆ ਉਹ ਹਨਾ ਪ੍ਰੇਅਰਸ ਕੀਤੇ, ਤੇ ਕਾਲਿਆਂ ਨੇ ਵੀ ਆ ਕੇ ਆਪਣੇ ਪ੍ਰੇਅਰਸ ਕੀਤੇ ਸਾਡੇ ਘਰ। ਕਿ ਇੰਨਾ ਮੇਰੇ ਡੈਡੀ ਨੂੰ ਉਹਨਾਂ ਨੇ ਇੰਨਾ ਸਾਨੂੰ ਨਾਈਸ ਲੱਗਿਆ ਕਿ ਸਾਰਿਆਂ ਨੇ ਆ ਕੇ ਆਪਣੇ ਓਨ ਵੇ ਪ੍ਰੇਅਰਸ ਸਾਡੀ ਫੈਮਿਲੀ ਲਈ, ਹਨਾ। ਕਿ ਮੈਂ ਏਦਾਂ ਦਾ ਕੁਝ ਕਿਤੇ ਦੇਖਿਆ ਨਹੀਂ, ਫਸਟ ਟਾਈਮ ਦੇਖਿਆ ਸੀ ਏਦਾਂ ਹੁੰਦਾ। ਸਮਥਿੰਗ ਡਿਫਰੈਂਟ ਹੈ ਜਾਨੀ।
ਹਾਂਜੀ, ਤੇ ਸਾਡੇ ਜਿੱਦਾਂ ਪਾਣੀ ਉੱਥੇ ਬਾਹਰੋਂ ਆਉਂਦਾ ਸਾਡੇ ਗੇਟ ਤੇ, ਸਾਨੂੰ ਨਹੀਂ ਪਤਾ ਕੌਣ ਆ ਕੇ ਵੱਡੇ ਵੱਡੇ ਉਹ ਪਾਣੀ ਦੇ ਰੱਖ ਜਾਂਦਾ ਹੁੰਦਾ ਸੀ। ਸਾਨੂੰ ਬਾਹਰੋਂ ਪਾਣੀ ਵੀ ਨਹੀਂ ਪਤਾ ਨਹੀਂ ਲੱਗਿਆ ਕੌਣ ਆ ਕੇ ਰੱਖ ਕੇ ਜਾਂਦਾ ਸੀ। ਤੇ ਬਾਅਦ ਦੇ ਵਿੱਚ ਸਾਨੂੰ ਹੁਣ ਜਦੋਂ ਮੇਰੇ ਡੈਡੀ ਦਾ ਫਿਊਨਰਲ ਹੋਇਆ ਆ ਤੇ ਕਿੰਨੇ ਜਾਣੇ ਜਿੱਦਾਂ ਕਾਲੇ ਆਏ ਆ ਤੇ ਆ ਕੇ ਉਹਨਾਂ ਨੇ ਸਾਡੇ ਨਾਲ ਹੈਂਡਸ਼ੇਕ ਕੀਤੇ। ਉਹਨਾਂ ਨੇ ਦੱਸਿਆ ਸਾਡੇ ਡੈਡੀ ਨੇ ਉਹਨਾਂ ਲਈ ਕੀ ਕੀਤਾ ਤੇ ਅਸੀਂ ਹੈਰਾਨ ਰਹਿ ਗਏ ਸੀ ਕਿ ਸਾਡੇ ਡੈਡੀ ਨੇ ਉਸ ਕਮਿਊਨਿਟੀ ਲਈ, ਕਿ ਕਾਲਿਆਂ ਦੀ ਕਮਿਊਨਿਟੀ ਲਈ ਉਹਨਾਂ ਨੇ ਇੰਨਾ ਕੁਝ ਕੀਤਾ ਜਿਹੜਾ ਸਾਨੂੰ ਨਹੀਂ ਸੀ ਪਤਾ। ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੇਅਰ ਕਰਨ ਦਾ। ਤੇ ਹੁਣ ਸਾਡੇ ਨਾਲ ਗੁਰਮੁਖ ਸਿੰਘ ਜੀ ਹੈ। ਗੁਰਮੁਖ ਸਿੰਘ ਜੀ, ਸੌਰੀ ਵੀ ਤੁਹਾਨੂੰ ਬਾਈਪਾਸ ਨਹੀਂ ਕਰਦਾ ਸੀ। ਠੀਕ ਹੈ ਜੀ, ਮੈਂ ਦੋ ਗੱਲਾਂ ਕਰਨੀ ਸੀ। ਇੱਕ ਤਾਂ ਹੈਗਾ ਵੀ ਜਿਹੜਾ ਜੀ ਤੁਸੀਂ ਅੱਜ ਗੱਲ ਸ਼ੁਰੂ ਕੀਤੀ ਆ, ਹਾਂਜੀ, ਵੀ ਤੁਹਾਡਾ ਵੀ ਥੈਂਕ ਯੂ ਕਰਕੇ, ਤੁਹਾਡਾ ਵੀ ਧੰਨਵਾਦ ਕਰਕੇ। ਇਹ ਜਿੱਦਾਂ ਤੁਸੀਂ ਗੱਲ ਦੱਸੀ ਆ, ਜਿੱਦਾਂ ਆਪਣੇ ਸੰਗਤ ਨਾਲ ਹੁਣ ਬੋਲੇ ਸਾਰੇ ਹੀ, ਹਾਂਜੀ, ਵੀ ਸਾਨੂੰ ਇਹ ਏਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਹਾਂਜੀ, ਜੇ ਜਿਹੜੀ ਕਲਾਸ ਲੱਗਦੀ ਆ, ਹਾਂਜੀ, ਤੇ ਇਹ 'ਚ ਮੇਰਾ ਸੁਝਾਅ ਤਾਂ ਇਹੀ ਆ, ਕਿਉਂਕਿ ਕਰਕੇ ਮੇਰੇ ਮਨ 'ਚ ਵੀ ਕਈ ਗੱਲਾਂ ਆਉਣੀਆਂ ਜਿਹੜੇ ਆਪਾਂ ਕੰਮ ਕਰਦੇ ਆ। ਮੇਰਾ ਤਾਂ ਇਹੀ ਆ ਵੀ ਜਿੱਦਾਂ ਆਪਾਂ ਹੁਣ ਗੱਲ ਸ਼ੁਰੂ ਕੀਤੀ ਆ ਅੱਜ, ਵੀ ਜਦੋਂ ਆਪਣੇ ਅਲਾਣੀਆਂ ਦਾ ਪਾਠ ਤਾਂ ਰਾਮਕਲੀ ਸਾਹਿਬ, ਵੀ ਇਹਨਾਂ ਤੋਂ ਬਾਅਦ ਵੀ ਆਪਾਂ ਟਾਈਮ ਖੁੱਲ੍ਹਾ ਰੱਖੀਏ, ਜਿਹਦੇ ਵਿੱਚ ਵੀ ਜਿਹਨੇ ਵੀ ਆਪਣਾ ਸਲਾਹ ਕੋਈ ਦੇਣੀ ਆ ਜਾਂ ਕੋਈ ਐਕਸਪੀਰੀਅੰਸ ਦੱਸਣਾ ਆ, ਹਾਂਜੀ, ਉਹ ਜ਼ਰੂਰ ਆਪਾਂ ਬਾਅਦ ਦੇ ਵਿੱਚ ਵੀ ਆਪਣੇ ਟਾਈਮ ਦੇ ਰੱਖੀਏ। ਦੂਜੀ ਗੱਲ ਮੈਂ ਥੋੜ੍ਹਾ ਜਿਹਾ ਰਿਕੁਐਸਟ ਤੁਹਾਨੂੰ ਕਰਨੀ ਹੈ ਵੀ ਤੁਸੀਂ ਕਹਿ ਗਏ ਆ ਵੀ ਆਪਣੇ ਮਾਰਕ ਤੇ ਸ਼ਰਾਬ ਵੀ ਪੀਣੀ ਚਾਹੀਦੀ ਆ, ਇਹ ਤੁਸੀਂ ਜਦੋਂ ਰਿਕਾਰਡਿੰਗ ਭਰੋਗੇ ਉਹ ਜ਼ਰੂਰ ਕੱਟ ਦਿਓ। ਠੀਕ ਹੈ ਜੀ, ਮੈਂ ਪੀਣੀ ਨਹੀਂ ਕਿਹਾ ਸੀਗਾ ਜੀ, ਸ਼ਰਾਬ ਪੀਣੀ ਚਾਹੀਦੀ ਮੈਂ ਇੱਥੇ ਕਦੀ ਨਹੀਂ ਕਿਹਾ। ਮੈਂ ਹੁਣੇ ਡਿਕਲੇਅਰ ਕਰ ਦਿਆਂ ਵੀ ਮੇਰੀ ਇਹਨੂੰ ਕੋਟ ਨਾ ਕੀਤਾ ਜਾਵੇ। ਮੈਂ ਉਹਨਾਂ ਦੇ ਕਲਚਰ ਦੀ ਗੱਲ ਕੀਤੀ ਹੈ ਜੀ, ਤੇ ਉਹਨਾਂ ਦੇ ਕਲਚਰ ਦੇ ਵਿੱਚ ਇਹ ਚੀਜ਼ਾਂ ਸਾਰੇ ਖਾਂਦੇ ਪੀਂਦੇ ਆ, ਠੀਕ ਹੈ, ਚਲੋ ਸਾਡੇ ਅਸੀਂ ਨਹੀਂ ਕਰਦੇ, ਪਰ ਮੈਂ ਲਾਈਫ ਨੂੰ ਸੈਲੀਬ੍ਰੇਟ ਕਰਨ ਦੀ ਕਹਿ ਰਿਹਾ ਕਿ ਉਹਨਾਂ ਦੀ ਲਾਈਫ ਦੇ ਵਿੱਚ ਜਦੋਂ ਏਦਾਂ ਮਰਗ ਵੀ ਹੋ ਜਾਂਦਾ ਤਾਂ ਵੀ ਉਹ ਵੀ ਸੈਲੀਬ੍ਰੇਟ ਕਰਦੇ। ਉਹਨਾਂ ਦਾ ਆਪਣਾ ਤਰੀਕਾ, ਚਾਹੇ ਸ਼ਰਾਬ ਹੋਈ, ਚਾਹੇ ਸੈਂਡਵਿਚਾਂ ਖਿਲਾਉਂਦੇ ਖਾਂਦੇ, ਜਾਂ ਕਿੱਦਾਂ ਆਪਣੇ ਲੰਗਰ ਬਣਾਉਂਦੇ ਆ, ਆਪਣੇ ਜਿਸ ਹਿਸਾਬ ਨਾਲ ਸਾਡਾ ਸਿਸਟਮ ਬਣਿਆ ਹੈ। ਪਰ ਜਿਹੜਾ ਮੇਰਾ ਮੇਨ ਜਿਹੜੀ ਸਾਡੀ ਗੱਲ ਕਰਨ ਵਾਲੀ ਆ, ਉਹ ਤਾਂ ਹੈਗੀ ਆ ਵੀ ਜਿਸ ਤਰ੍ਹਾਂ ਸਾਡੇ ਤੇ ਜਿਹੜਾ ਸਾਡਾ ਕਲਚਰਲ ਸਿਸਟਮ ਆ, ਉਹਦੇ ਵਿੱਚ ਜੇ ਕੋਈ ਸੁਝਾਅ, ਜਿੱਦਾਂ ਭੈਣ ਕੁਲਦੀਪ ਕੌਰ ਨੇ ਵੀ ਕਿਹਾ ਨਾ, ਵੀ ਉਹਨਾਂ ਨੂੰ ਥੋੜ੍ਹਾ ਜਿਹਾ ਸੌਖਾ ਕਰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਘਰ ਦੇ ਵਿੱਚ, ਜਿਨ੍ਹਾਂ ਦੇ ਘਰ ਦੇ ਵਿੱਚ ਇਹ ਇੰਸੀਡੈਂਟ ਹੋਈ ਆ, ਉਹ ਥੋੜ੍ਹਾ ਬਹੁਤਾ ਆਪ ਵੀ ਇਹਦੇ ਨਾਲ ਜਿਹੜਾ ਮੂਨ ਕਰ ਸਕਣ। ਅਸੀਂ ਉਹਨਾਂ ਨੂੰ ਉਹ ਟਾਈਮ ਨਹੀਂ ਦਿੰਦੇ, ਤੇ ਜਿੰਨਾ ਚਿਰ ਫਿਊਨਰਲ ਨਹੀਂ ਹੁੰਦਾ ਨਾ, ਉਨਾ ਚਿਰ ਅਸੀਂ ਮਤਲਬ ਰਸ਼ ਪਾਈ ਰੱਖੀਦਾ। ਤੇ ਬਾਕੀ ਸਾਰਿਆਂ ਨੂੰ ਸਾਨੂੰ ਪਤਾ ਹੀ ਹੈ ਵੀ ਸਾਡਾ ਕਹਿਣ ਦਾ ਮਤਲਬ ਕੀ ਸੀਗਾ। ਨਹੀਂ, ਠੀਕ ਹੈ ਜੀ, ਮੈਂ ਤਾਂ ਬਹੁਤ ਗੱਲ ਦੇਖੋ ਜੀ, ਮੈਂ ਪੂਰੀ ਮੰਨਦਾ ਆ ਵੀ ਸਾਨੂੰ ਜਿਹੜਾ ਆਪਣੇ ਜ਼ਿੰਦਗੀ ਹੈਗੀ ਇਹ ਐਂਡ ਤੇ ਸੈਲੀਬ੍ਰੇਟ ਕਰਨੀ ਚਾਹੀਦੀ ਆ। ਹਾਂਜੀ, ਇਹਦੇ ਮੈਂ ਪੂਰੇ ਹੱਕ ਦੇ ਵਿੱਚ ਆ। ਤਾਂ ਫਿਰ ਮੈਂ ਸਿਰਫ ਇੰਨਾ ਸੀ ਵੀ ਆਪਾਂ ਇਹ ਗਾਹਾਂ ਵੀ ਗੱਲ ਕਰਾਂਗੇ ਵੀ ਆਹ ਚੀਜ਼ਾਂ ਆਪਾਂ ਨੂੰ ਥੋੜ੍ਹਾ ਜਿਹਾ ਗਾਹਾਂ ਲਈ ਬਿਲਕੁਲ ਚਾਹੀਦੀ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਆਪਾਂ ਚਾਹਾਂਗੇ ਵੀ ਇੱਦਾਂ ਦੇ ਜਿਹੜੇ ਮੁੱਦੇ ਆ ਨਾ, ਜਿਹੜੇ ਸਾਡੇ ਇਸ ਤਰ੍ਹਾਂ ਦੇ ਸੈਡ ਸਿਚੁਏਸ਼ਨਾਂ ਆ, ਉਹਨਾਂ ਨੂੰ ਬਾਹਰ ਲਿਆ ਕੇ ਆਪਾਂ ਆਪਣੇ ਘੱਟੋ ਘੱਟ ਕਲਾਸ ਦੇ ਵਿੱਚ ਤਾਂ ਰੱਖੀਏ ਨਾ ਜੀ, ਤਾਂ ਕਿ ਅਸੀਂ ਉਹਦੇ ਬਾਰੇ ਡਿਸਕਸ ਕਰਕੇ ਜੇ ਕੋਈ ਨਤੀਜੇ ਤੇ ਪਹੁੰਚ ਸਕਦਾ ਤਾਂ ਅਸੀਂ ਉਹਨੂੰ ਅਪਣਾ ਕੇ ਤਾਂ ਆਪਣੀ ਥੋੜ੍ਹੀ ਜਿਹੀ ਲਾਈਫ ਹੈ ਉਹਨੂੰ ਸੌਖਾ ਕਰ ਸਕੀਏ। ਹਾਂਜੀ, ਤੇ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀ ਅੱਜ ਪਹਿਲਾਂ ਕਲਾਸ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਉਹਦੇ ਵਿੱਚ ਜੋ ਸਿੱਖਿਆ ਮਿਲੀ ਉਹਦੇ ਬਾਰੇ, ਪਲੱਸ ਆ ਜਿਹੜੀ ਹੁਣ ਗੱਲ ਹੋਈ ਆ, ਇਹ ਵੀ ਆਪਾਂ ਜਾਰੀ ਰੱਖਾਂਗੇ ਜੀ ਫਿਊਚਰ ਦੇ ਵਿੱਚ ਵੀ। ਹੋਰ ਵੀ ਏਦਾਂ ਮੁੱਦੇ ਜੇ ਕਿਸੇ ਦੇ ਦਿਮਾਗ ਦੇ ਵਿੱਚ ਤਾਂ ਆਉਂਦੇ ਹੋਣ ਜਿਹੜੇ ਆਪਾਂ ਡਿਸਕਸ ਕਰਨਾ ਸਾਨੂੰ ਚਾਹੀਦਾ ਆ, ਉਹ ਤੁਸੀਂ ਜ਼ਰੂਰ ਸਾਨੂੰ ਦੱਸੋ। ਤੇ ਬਾਕੀ ਕੱਲ ਨੂੰ ਜਿਹੜਾ ਪ੍ਰੋਗਰਾਮ ਆਪਾਂ, ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਆ ਜੀ, ਵੀ ਇੱਕ ਅਲਾਣੀਆਂ ਦਾ ਤੇ ਇੱਕ ਸਦਬਾਣੀ ਜਿਹੜੀ ਹੈਗੀ ਆ, ਤੇ ਉਹਦੇ ਬਾਰੇ ਕਰਾਂਗੇ ਕੱਲ ਨੂੰ। ਗਿਆਨੀ ਜੀ, ਕਿਹੜੀ ਆਪਾਂ ਸ਼ੁਰੂ ਕਰਨੀ ਹੈ ਜੀ? ਕੱਲ ਨੂੰ ਸਦ ਕਰ ਲੈਂਦੇ। ਠੀਕ ਹੈ ਜੀ, ਠੀਕ ਹੈ ਜੀ। ਗਿਆਨੀ ਜੀ, ਤੁਸੀਂ ਤਾਂ ਨਹੀਂ ਕੋਈ ਫਿਨਿਸ਼ ਤਾਂ ਨਹੀਂ ਕਰਨੀ ਕੋਈ ਗੱਲ ਸਾਡੀ ਜਿਹੜੀ ਅੱਜ ਦੀ ਹੋਈ? ਤੁਹਾਨੂੰ ਪਤਾ ਨਹੀਂ ਲੱਗਾ ਜੀ, ਤੁਹਾਡੀ ਗੱਲ ਕੱਟ ਜੀ। ਐਲਾਨੀਆਂ ਕਹਿੰਦੇ ਤੇ ਪਹਿਲਾਂ ਐਲਾਨੀਆਂ। ਨਹੀਂ ਮੈਂ ਉਹ, ਹਾਂਜੀ, ਉਹ ਨਹੀਂ ਉਹ ਕੋਈ ਗੱਲ ਨਹੀਂ, ਜਿਹੜੀ ਮਰਜ਼ੀ ਤੁਸੀਂ ਕਰੋ। ਓਕੇ। ਮੈਂ ਇਹ ਕਹਿ ਰਿਹਾ ਸੀਗਾ ਵੀ ਜਿਹੜੀ ਅਸੀਂ ਅੱਜ ਡਿਸਕਸ਼ਨ ਕੀਤੀ ਆ ਮਰਗ ਬਾਰੇ, ਉਹਦੇ ਬਾਰੇ ਤੁਸੀਂ ਕੋਈ ਆਪਣਾ ਵਿਚਾਰ ਦੇਣਾ ਹੋਵੇ ਤਾਂ ਠੀਕ ਹੈ, ਨਹੀਂ ਤਾਂ ਆਪਾਂ ਇੱਥੇ ਸਮਾਪਤੀ ਕਰ ਦਿੰਦੇ। ਅੱਛਾ ਠੀਕ, ਹਾਂ ਜੀ, ਸਮਾਪਤੀ ਕਰ ਦਿਓ, ਕਿਉਂਕਿ ਆਪਣਾ ਜੇ ਕਿਸੇ ਹੋਰ ਨੇ ਵਿਚਾਰ ਦੇਣਾ ਤਾਂ ਠੀਕ ਹੈ। ਬਾਕੀ ਸਾਡੇ ਜਿਹੜੀਆਂ ਵਾਧੂ ਦੀਆਂ ਰਸਮਾਂ ਨੇ, ਹਾਂਜੀ, ਸਾਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਿਹੜੇ ਵਾਧੂ ਦੇ ਅਸੀਂ ਖਰਚੇ ਕਰਦੇ ਹਾਂ ਜਾਂ ਵਾਧੂ ਦੇ, ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਚਾਹੀਦਾ ਹੈ ਕਿ ਜਿਸ ਘਰ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਘਟੀ ਹੈ
ਤਾਂ ਅਸੀਂ ਉਹਨਾਂ ਦਾ ਦੁੱਖ ਸੁੱਖ ਦੇ ਵਿੱਚ ਸਾਥੀ ਬਣੀਏ, ਔਰ ਜਿਸ ਚੀਜ਼ ਦੀ ਘਾਟ ਪਈਏ ਕਿਸੇ ਪ੍ਰਾਣੀ ਦੇ ਦਾਨ ਕਰਕੇ, ਅਸੀਂ ਪਰਿਵਾਰ ਨੂੰ ਉਹਨਾਂ ਚੀਜ਼ਾਂ ਦਾ ਸਹਿਯੋਗ ਕਰੀਏ। ਸਾਡੀ ਸੱਚੀ ਸ਼ਰਧਾਂਜਲੀ ਇਹ ਹੋਈ। ਮੇਰਾ ਇੰਨਾ। ਥੈਂਕ ਯੂ ਜੀ, ਤੁਹਾਡਾ ਧੰਨਵਾਦ ਜੀ। ਵਨਸ ਅਗੇਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗਿਆਨੀ ਜੀ ਦਾ ਧੰਨਵਾਦ, ਜਿਨ੍ਹਾਂ ਨੇ ਹਿੱਸਾ ਲਿਆ ਆਪਣੀ ਡਿਸਕਸ਼ਨ ਦੇ ਵਿੱਚ, ਉਹਨਾਂ ਦਾ ਵੀ ਧੰਨਵਾਦ। ਤੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਗਿਆ, ਪਰ ਇੰਪੋਰਟੈਂਟ ਸੀਗਾ ਇਹ ਵੀ। ਤੇ ਆਪਾਂ ਕੱਲ ਨੂੰ 2 ਵਜੇ ਫੇਰ ਮੁੜ ਕੇ ਆਨੇ ਜੀ। ਤੇ ਉੱਤੇ ਲਈਏ ਇਜਾਜ਼ਤ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।